जिस पे करो विनंती मेरा दुख सुख तुझे पास। आनंद गुणी निदान गुरु गरीब निवा गरीब निवास। हर जस गायो संत जना मिल, हर जस गायो संत जना मिल। हर जस गायो संत जना मिल, हर जस गायो संत जना मिल। कोट जन्म के दुख गवायो, कोट जन्म के दुख गवायो। हर जस गायो संत जना मिल, हर जस गायो संत जना मिल। संत जना मिल हर जस गायो, कोट जन्म के दुख गवायो। जो चाहत सोई मन पायो, कर कृपा हर नाम गवायो। शरण सुख हर नाम वडाई, गुरु प्रसाद नानक मत पाई। गुरु प्रसाद नानक मत पाई। हर जस गायो संत जना मिल, हर जस गायो संत जना मिल। जुगो जुग अटल तन 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 ਸਾਹਿਬ श्री गुरु ग्रंथ ਸਾਹਿਬ महाराज जी ਦੇ ਪਾਵਨ ਤੇ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਗੁਰਮੁਖ ਮਾਈ ਭਾਈ। ਹਰ ਮਹੀਨੇ ਦੀ ਤਰ੍ਹਾਂ ਪੂਰਨਮਾਸੀ ਦਾ ਸ਼ੁਭ ਦਿਹਾੜਾ ਆਪਾਂ ਨੂੰ ਪ੍ਰਾਪਤ ਹੋਇਆ। ਸ੍ਰੀ ਨਾਨਕਸਰ ਦਰਬਾਰ ਡਾਂਗੂ ਆਪ ਨਗਰ ਨਿਵਾਸੀ ਇਲਾਕਾ ਨਿਵਾਸੀ ਜਿਤਨੇ ਵੀ ਗੁਰਮੁਖ ਮਾਈ ਭਾਈ ਹਾਜ਼ਰੀਆਂ ਭਰ ਰਹੇ ਹੋ, ਬਹੁਤ ਵੱਡੇ ਭਾਗਾਂ ਵਾਲੇ ਹੋ, ਬਹੁਤ ਹੀ ਉੱਤਮ ਕਰਮਾਂ ਵਾਲੇ, ਵੱਡੀ ਕਿਸਮਤ ਵਾਲੇ। ਸਤਸੰਗ ਦੀਆਂ ਘੜੀਆਂ ਪ੍ਰਾਪਤ ਹੋਈਆਂ ਨੇ। ਕਾਫੀ ਸਮੇਂ ਤੋਂ ਆਪਾਂ ਗੁਰਮੁਖਾਂ ਪਾਸੋਂ, ਬਾਬਾ ਜੀਆਂ ਪਾਸੋਂ, ਮਹਾਂਪੁਰਸ਼ਾਂ ਪਾਸੋਂ ਕੀਰਤਨ ਸਰਵਣ ਕਰਦੇ ਆ ਰਹੇ ਹਾਂ। ਹੋਰ ਕੁਝ ਸਮਾਂ ਅਕਾਲ ਪੁਰਖ ਵਾਹਿਗੁਰੂ ਬਖਸ਼ਦੇ ਨੇ, ਮਹਾਂਪੁਰਸ਼ ਵੀ ਆਉਣ ਵਾਲੇ ਨੇ, ਉਹਨਾਂ ਦੇ ਵੀ ਕਮਾਏ ਹੋਏ ਵਚਨ ਆਪਾਂ ਨੂੰ ਸਰਵਣ ਕਰਵਾਉਣੇ ਨੇ। ਆਓ ਉਨੀ ਦੇਰ ਤੱਕ ਆਪਾਂ ਆਪੋ ਆਪਣੇ ਮਨ ਦੀ ਇਕਾਗਰਤਾ ਬਣਾ ਕੇ ਅੱਜ ਸਾਡੇ ਕੋਲੇ ਸਮਾਂ ਉਹ ਵੀ ਆਪਾਂ ਯਾਦ ਕਰਾਂਗੇ ਜੋ ਸਾਡੇ ਸਿੱਖ ਦਾ ਪਿਤਾ ਕੌਣ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਿੱਖ ਦਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਿੱਖ ਦੀ ਮਾਤਾ
ਮਾਤਾ ਸਾਹਿਬ ਕੌਰ ਜੀ। ਔਰ ਸਿੱਖ ਦੇ ਨਗਰ ਕਿਹੜਾ, ਸਿੱਖ ਦਾ ਪਿੰਡ ਕਿਹੜਾ? ਸ੍ਰੀ ਅਨੰਦਪੁਰ ਸਾਹਿਬ। ਬੜੇ ਮਾਣ ਨਾਲ ਕਹਿ ਰਿਹਾ, ਜੇ ਸਿੱਖ ਹੋਵੇ, ਆਪਣੇ ਪਿਤਾ ਦਾ ਨਾਮ ਬੜੇ ਵਖਰ ਦੇ ਨਾਲ ਲੈ ਲਿਆ, ਬੜੇ ਮਾਣ ਨਾਲ ਲੈ ਰਿਹਾ। ਮੇਰਾ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਾਤਸ਼ਾਹ, ਮੇਰੀ ਮਾਤਾ ਸਾਹਿਬ ਕੌਰ। ਔਰ ਸਿੱਖ ਦਾ ਜਿਹੜਾ ਨਗਰ ਹੈ, ਸਿੱਖ ਦਾ ਪਿੰਡ ਹੈ ਸ੍ਰੀ ਅਨੰਦਪੁਰ ਸਾਹਿਬ। ਔਰ ਸਿੱਖ ਦੇ ਨਾਨਕੇ ਗੁਰੂ ਕੀ ਲਾਹੌਰ। ਆਓ ਆਪਾਂ ਅੱਜ ਹੋਲਾ ਮਹੱਲਾ ਜੋ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਇਹ 1700 ਈਸਵੀ ਨੂੰ ਸ਼ੁਰੂ ਕੀਤਾ ਹੈ, ਹੋਲਾ ਤੇ ਮਹੱਲਾ ਜੋ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਇਸ ਪਵਿੱਤਰ ਸਥਾਨ ਤੇ ਦੇਸਾਂ ਵਿਦੇਸਾਂ ਵਿੱਚੋਂ ਲੱਖਾਂ ਦੀ ਤਾਦਾਦ ਸੰਗਤਾਂ ਪਹੁੰਚ ਕੇ ਉਸ ਧਰਤੀ ਨੂੰ ਨਮਸਕਾਰਾਂ ਕਰਦੇ ਨੇ ਜਿੱਥੇ ਕਲਗੀਧਰ ਪਾਤਸ਼ਾਹ ਮਹਾਰਾਜ 30 ਸਾਲ ਰਹੇ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਗਲੀ ਮੁਹੱਲਿਆਂ ਦੇ ਰੌਣਕਾਂ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਨੇ, ਝਲਕਾਂ ਪੈਂਦੀਆਂ ਨੇ ਪਿਆਰ ਵਾਲੇ ਅੱਜ ਵੀ ਆਪਣੇ ਗੁਰੂ ਪਿਤਾ ਦੇ ਦੀਦਾਰੇ ਸੰਗਤਾਂ ਦੇ ਵਿੱਚੋਂ ਉਹ ਝਲਕਾਰੇ ਮਿਲਦੇ ਨੇ। ਉਸੇ ਤਰ੍ਹਾਂ ਹੀ ਪਿਆਰ ਵਾਲੇ ਅੱਜ ਵੀ ਜਿਹੜੇ ਘਰੋਂ ਤੁਰਨ ਸਮੇਂ ਉਸ ਵਾਹਿਗੁਰੂ ਦਾ, ਉਸ ਗੁਰੂ ਦਾ ਧਿਆਨ ਧਰ ਕੇ ਤੁਰਦੇ ਨੇ, ਕੋਈ ਵੀ ਉਹਨਾਂ ਨੂੰ ਰੁਕਾਵਟ ਨਹੀਂ ਪੈਂਦੀ, ਕੋਈ ਵੀ ਉਹਨਾਂ ਨੂੰ ਟੈਕਟਾਂ ਬਾਰੇ ਨਹੀਂ ਕਹਿੰਦਾ, ਕੋਈ ਨਹੀਂ ਉਹਨਾਂ ਨੂੰ ਵਿਘਨ ਲੱਗਦਾ ਹੈ। ਉਹ ਸਿੱਧੇ ਆਪਣੇ ਪਿਤਾ ਦੇ ਗੋਦ ਵਿੱਚ ਜਾਂਦੇ ਨੇ, ਆਪਣੇ ਪਿਤਾ ਦੀਆਂ ਖੁਸ਼ੀਆਂ ਲੈਂਦੇ ਨੇ, ਝਲਕਾਂ ਪੈਂਦੀਆਂ ਨੇ। ਦਸ਼ਮੇਸ਼ ਪਿਤਾ ਅੱਜ ਵੀ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਆਪਣੀਆਂ ਸੰਗਤਾਂ ਤੇ, ਆਪਣੇ ਪਿਆਰਿਆਂ ਤੇ ਅੱਜ ਵੀ ਉਹ ਖੁਸ਼ੀ ਦੇ ਅੱਜ ਵੀ ਪਾਤਸ਼ਾਹੀ ਰੰਗ ਛਿੜਕ ਰਹੇ ਨੇ। ਅੱਜ ਵੀ ਉਹ ਪਿਆਰ ਦੀਆਂ ਅਗੰਮੀ ਖੇਡਾਂ ਜੋ ਕਲਗੀਆਂ ਵਾਲੇ ਪਾਤਸ਼ਾਹ ਨੇ ਵਰਤਾਈਆਂ ਨੇ, ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਅੱਜ ਵੀ ਉਹ ਵਰਤ ਰਹੇ ਨੇ। ਆਓ ਆਪਾਂ ਜਿਤਨਾ ਕੁ ਸਮਾਂ ਮਹਾਂਪੁਰਸ਼ ਆਉਣ ਤੋਂ ਪਹਿਲਾਂ ਆਪਾਂ ਗੁਰੂ ਪਿਤਾ ਦੀ ਗੱਲ ਕੋਈ ਸਾਂਝ ਕਰੀਏ। ਭਾਵੇਂ ਆਪਾਂ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਸੀ, ਬੜੇ ਪਿਆਰ ਦੇ ਵਿੱਚ ਸ਼ਬਦ ਸਰਵਣ ਕਰ ਰਹੇ ਸੀ। ਬਾਬਾ ਜੀਆਂ ਪਾਸੋਂ ਕੀਰਤਨ ਸਰਵਣ ਕੀਤਾ, ਗੁਰਮੁਖਾਂ ਪਾਸੋਂ ਬਾਬਾ ਬੂਟਾ ਜੀ ਬੈਠੇ ਨੇ, ਬਾਬਾ ਜੀ ਬੈਠੇ ਨੇ, ਔਰ ਆ ਮਹਾਂਪੁਰਸ਼ਾਂ ਦੇ ਭੁਜੰਗੀ ਬੈਠੇ ਨੇ ਜਿਨ੍ਹਾਂ ਤੋਂ ਆਪਾਂ ਕੀਰਤਨ ਸਰਵਣ ਕੀਤਾ। ਤੇ ਆਓ ਤੁਸ ਬੁੱਧੀ ਦੁਆਰਾ ਮੈਂ ਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਰਸਨਾ ਕੀ ਵਡਿਆਈ ਕਰੇਗੀ। ਆਓ ਫਿਰ ਵੀ ਆਪਾਂ ਇਸ ਘਰ ਦੇ ਸੇਵਾਦਾਰ ਹੋਣ ਦੇ ਨਾਂ ਤੇ ਆਪਾਂ ਇੱਕ ਸਾਰੇ ਹੀ ਗੁਰੂ ਪਾਤਸ਼ਾਹ ਮਹਾਰਾਜ ਦੇ ਧੀਆਂ ਪੁੱਤਰ ਇਕੱਠੇ ਹੋ ਕੇ ਹੋਏ ਇਕੱਤਰ, ਮਿਲੋ ਮੇਰੇ ਭਾਈ, ਇਕੱਠੇ ਹੋ ਕੇ ਆਪਾਂ ਉਸ ਆਪਣੇ ਮਾਲਕ ਦੀ ਰਹਿਬਰ ਦੀ ਵਡਿਆਈ ਦੇ ਨਾਲ ਜੋ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਰਹਿਮਤਾਂ ਬਖਸ਼ਿਸ਼ ਕੀਤੀਆਂ ਨੇ, ਆਓ ਕੁਝ ਉਹ ਆਪਾਂ ਵਿਚਾਰਾਂ ਸਾਂਝੀਆਂ ਕਰੀਏ। ਸ੍ਰੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ 22 ਧਾਰ ਰਾਜਿਆਂ ਦਾ ਜੋ ਘੇਰਾ ਹੈ, ਉਹ 22 ਧਾਰ ਦੇ ਰਾਜਿਆਂ ਨੂੰ ਜੋ ਤਕਲੀਫ ਹੈ, ਅੱਜ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਉੱਚੀ ਆਨ ਸ਼ਾਨ ਦੀ ਬੜੀ ਤਕਲੀਫ ਹੈ। ਇੱਕ ਜੋਗੀ ਹੋ ਕੇ, ਇੱਕ ਫਕੀਰ ਹੋ ਕੇ ਦੁਨੀਆ ਦੇ ਵਿੱਚ ਇਤਨੀ ਵੱਡੀ ਜਿਨ੍ਹਾਂ ਦੀ ਮਹਿਮਾ ਹੋ ਰਹੀ ਹੈ, ਉਹ ਰਾਜਿਆਂ ਤੋਂ ਬਰਦਾਸ਼ਤ ਨਾ ਹੋਈ। ਉਹ 22 ਧਾਰੇ ਦੇ ਰਾਜਿਆਂ ਦੀ ਆਪਣੀ ਪੇਸ਼ ਨਾ ਕੋਈ ਗਈ, ਭਾਵੇਂ ਛੋਟੀਆਂ ਵੱਡੀਆਂ ਲੜਾਈਆਂ ਵੀ ਹੁੰਦੀਆਂ ਰਹੀਆਂ, ਪਰ ਉਹਨਾਂ ਨੇ ਇੱਕ ਐਸੀ ਸਾਜ਼ਿਸ਼, ਐਸੀ ਉਹਨਾਂ ਨੇ ਵਿਧੀ ਬਣਾਈ। ਮੌਕੇ ਦੀ ਹਕੂਮਤ ਜੋ ਔਰੰਗਜ਼ੇਬ ਵਾਸ ਦਿੱਲੀ ਦੇ ਵਿੱਚ ਉਹਨਾਂ ਨੇ ਸ਼ਿਕਾਇਤ ਕੀਤੀ, ਸ਼ਿਕਾਇਤ ਕਰ ਦਿੱਤੀ ਵੀ ਅਸੀਂ ਤੁਹਾਡੇ ਨਾਲ ਸਦਾ ਹੀ ਜੁੜੇ ਰਹਾਂਗੇ, ਪਰ ਸਾਨੂੰ ਇੱਕ ਬਹੁਤ ਵੱਡੀ ਤਕਲੀਫ ਹੈ, ਬਹੁਤ ਵੱਡਾ ਦੁੱਖ ਹੈ। ਉਹ ਦੁੱਖ ਹੈ ਇੱਕ ਫਕੀਰ ਹੋ ਕੇ, ਇੱਕ ਜੋਗੀ ਹੋ ਕੇ, ਇੱਕ ਸਾਧੂ ਹੋ ਕੇ, ਜਿਹੜਾ ਐਡੀ ਵੱਡੀ ਮਾਨਤਾ, ਜਿਹਦੇ ਕੋਲੇ ਐਡਾ ਵੱਡਾ ਘਰ ਦੇ ਵਿੱਚ ਬਹੁਤ ਬੇਕੀਮਤੀ ਜਿਹੜੀਆਂ ਵਸਤੂਆਂ ਨੇ, ਉਹਨਾਂ ਦਾ ਬੜਾ ਉਹਨਾਂ ਨੂੰ ਦੁੱਖ ਹੈ ਤੇ ਉਹ ਸਹਿਣ ਨਹੀਂ ਕਰ ਸਕਦੇ ਸੀ।
ਜਦੋਂ ਉਹਨਾਂ ਨੇ 22 ਧਾਰ ਦੇ ਰਾਜਿਆਂ ਨੇ ਸ਼ਿਕਾਇਤ ਕੀਤੀ, ਫਿਰ ਔਰੰਗਜ਼ੇਬ ਬਾਦਸ਼ਾਹ ਨੇ ਇੱਕ ਮੰਤਰੀ ਮੰਡਲ ਮੀਟਿੰਗ ਬੁਲਾਈ। ਸਾਰੇ ਉਹਦੇ ਮੰਤਰੀ ਇਕੱਠੇ ਹੋ ਗਏ, ਜਿਵੇਂ ਹੁਣ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਫਿਰ ਮੀਟਿੰਗ ਕਰਦਾ, ਆਪਣੇ ਮੰਤਰੀਆਂ ਨਾਲ ਸਲਾਹ ਕਰਦਾ। ਇਸੇ ਤਰ੍ਹਾਂ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਮੰਤਰੀਆਂ ਦੀ ਮੀਟਿੰਗ ਬੁਲਾ ਕੇ ਫਿਰ ਉੱਥੇ ਇੱਕ ਇਹ ਵਿਚਾਰ ਰੱਖੀ ਬਈ ਪੰਜਾਬ ਦੇ ਵਿੱਚ ਇੱਕ ਪਹਾੜੀ ਇਲਾਕੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਨਾਮ ਕਰਕੇ, ਜਿਨ੍ਹਾਂ ਨੂੰ ਪਹਾੜੀ ਇਲਾਕਿਆਂ ਦਾ ਬਹੁਤ ਰਹਿਣ ਵਾਲੇ ਉਹ ਰਾਜਿਆਂ ਨੂੰ ਬੜਾ ਦਰਦ ਹੈ, ਬੜੀ ਉਹ ਲੜਾਈ ਝਗੜੇ ਹੋ ਰਹੇ ਨੇ, ਬੜਾ ਉਹਨਾਂ ਨੇ ਘਟਾ ਵਧਾ ਕੇ ਗੱਲਾਂ ਕੀਤੀਆਂ ਨੇ। ਔਰੰਗਜ਼ੇਬ ਕਹਿਣ ਲੱਗਿਆ ਵੀ ਉਹਨਾਂ ਨੂੰ ਜਿਵੇਂ ਵੀ ਕੋਈ ਫੜ ਕੇ ਲਿਆਵੇ ਜਾਂ ਕੋਈ ਜਿਵੇਂ ਵੀ ਕੋਈ ਸ਼ਹੀਦ ਕਰੇ, ਮੈਂ ਉਹਨਾਂ ਨੂੰ ਮੂੰਹ ਮੰਗਿਆ ਨਾਮ ਦੇਵਾਂਗਾ। ਇੱਕ ਪਾਨ ਦਾ ਬੀੜਾ ਸਭਾ ਦੇ ਵਿੱਚ ਰੱਖ ਕੇ ਉਹਨਾਂ ਨੇ ਬੇਅੰਤ ਮਾਇਆ ਰੱਖ ਕੇ, ਤਲਵਾਰ ਰੱਖ ਕੇ, ਫਿਰ ਉੱਥੇ ਸਾਰੇ ਜਰਨੈਲਾਂ ਨੂੰ ਪੁੱਛ ਰਹੇ ਨੇ ਵੀ ਕੋਈ ਹੈ ਸੂਰਮਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜ ਕੇ ਲਿਆਵੇ। ਹੁਣ ਔਰੰਗਜ਼ੇਬ ਦੀ ਬਾਦਸ਼ਾਹ ਦੀ ਕਚਹਿਰੀ ਦੇ ਵਿੱਚ ਬੜੇ ਅਹਿਲਕਾਰ, ਚੜ੍ਹਦੀ ਕਲਾ ਵਾਲੇ, ਬੜੇ ਹੋਰ ਨੌਜਵਾਨ ਬੜੇ ਬੈਠੇ ਨੇ, ਜਰਨੈਲ ਸਾਰੇ ਨੀਵੀਆਂ ਪਾਈ ਬੈਠੇ ਨੇ। ਫਿਰ ਇੱਕ ਨੌਜਵਾਨ ਅਵਸਥਾ ਦੇ ਵਿੱਚ ਜਿਹਦਾ ਖੂਨ ਉਬਾਲੇ ਖਾਧਾ, ਉਹਨੇ ਪਾਨ ਦਾ ਬੀੜਾ ਚੁੱਕਿਆ, ਸੁਗੰਧ ਖਾਧੀ ਤੇ ਕਹਿਣ ਲੱਗਿਆ, 30-32 ਸਾਲ ਦੀ ਉਮਰ ਦੇ ਵਿੱਚ ਉਹ ਨੌਜਵਾਨ ਕਹਿਣ ਲੱਗਿਆ ਔਰੰਗਜ਼ੇਬ ਬਾਦਸ਼ਾਹ ਨੂੰ, ਬਾਦਸ਼ਾਹ ਸਲਾਮਤ, ਕਹਿਣ ਲੱਗਿਆ ਵੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜ ਕੇ ਲੈ ਕੇ ਆਵਾਂਗਾ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ਼ਹੀਦ ਕਰਾਂਗਾ ਤੇ ਮੈਨੂੰ ਇਜਾਜ਼ਤ ਦਿੱਤੀ ਜਾਵੇ। ਬਾਦਸ਼ਾਹ ਚਾਹੁੰਦਾ ਸੀ ਵੀ ਕੋਈ ਨਾ ਕੋਈ ਜਰਨੈਲ ਉੱਠੇ। ਉਹ ਨੌਜਵਾਨ ਨੂੰ ਔਰੰਗਜ਼ੇਬ ਕਹਿਣ ਲੱਗਿਆ ਵੀ ਜੋ ਮਰਜ਼ੀ ਮੂੰਹੋਂ ਮੰਗ ਵੀ ਫੌਜ ਲੈ ਜਾ, ਜੋ ਮੂੰਹ ਮੰਗ ਮੈਂ ਜੋ ਵੀ ਪੈਸਾ ਲੈਣਾ ਜਾਂ ਹੋਰ ਵੀ ਜੋ ਤੈਨੂੰ ਸਹੂਲਤ ਹੈ ਲੈ ਸਕਦਾ, ਪਰ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਉਂਦਾ ਜਾਂ ਉਹਨਾਂ ਨੂੰ ਸ਼ਹੀਦ ਕਰਕੇ ਜਿਵੇਂ ਵੀ ਲੈ ਕੇ ਆਓ ਮੇਰੇ ਦਰਬਾਰ 'ਚ ਪੇਸ਼ ਕਰੋ। ਇਸ ਨੌਜਵਾਨ ਨੇ ਉਹ ਪਾਨ ਦਾ ਬੀੜਾ ਚੁੱਕਿਆ ਤੇ 10,000 ਫੌਜ ਮੰਗ ਲਈ। 10,000 ਫੌਜ ਲੈ ਕੇ, ਇਸ ਜਰਨੈਲ ਦਾ ਨਾਮ ਹੈ ਸੈਦ ਖਾਂ, ਇਹ 10,000 ਫੌਜ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਵਾਸਤੇ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਚੜ੍ਹਾਈ ਕਰ ਦਿੱਤੀ। ਪਾਣੀਪਤ ਕਰਨਾਲ ਤੋਂ ਅੱਗੇ ਲੰਘਦਾ ਹੋਇਆ ਇਹਦੇ ਕੋਲ 10,000 ਦੀ ਫੌਜ ਹੈ। ਇਹਦੇ ਮਨ ਵਿੱਚ ਵਿਚਾਰ ਆਇਆ ਵੀ ਮੈਂ ਅੱਜ ਵੀ ਜੇ ਕਿਸੇ ਨੂੰ 2 ਬਾਡੀਗਾਰਡ ਮਿਲ ਜੇ ਨਾ, ਪਹਿਲਾਂ ਤਾਂ ਆਪਣੀ ਰਿਸ਼ਤੇਦਾਰੀਆਂ 'ਚ ਘੁੰਮਦਾ ਵੀ ਮੇਰੇ ਨਾਲ ਆ ਬਾਡੀਗਾਰਡ ਨੇ, ਮੇਰੇ ਨਾਲ ਗੌਰਮੈਂਟ ਨੇ ਆ ਬਾਡੀਗਾਰਡ ਦੇ ਦਿੱਤੇ, ਪਹਿਲਾਂ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਉਹ ਪ੍ਰਭਾਵ ਪਾਉਂਦਾ। ਇੱਧਰ ਹੁਣ ਸੈਦ ਖਾਂ ਜਰਨੈਲ ਨੂੰ ਤੇ 10,000 ਮਿਲ ਗਿਆ ਸਿਪਾਹੀ, ਇਹਦੇ ਮਨ ਦੇ ਵਿੱਚ ਵੀ ਮਾਣ ਆ ਗਿਆ। ਜਦੋਂ ਪਾਣੀਪਤ ਕਰਨਾਲ ਤੋਂ ਅੱਗੇ ਲੰਘਿਆ ਨਾ, ਅੱਗੇ ਇੱਕ ਨਗਰ ਆਉਂਦਾ ਛੋਟਾ ਜਿਹਾ, ਜਿੱਥੇ ਇਹਦੀ ਭੈਣ ਰਹਿ ਰਹੀ ਸੀ, ਉਹਦਾ ਨਾਮ ਸੀ ਨਸੀਰਾ। ਇਹ ਨਸੀਰਾ ਕੌਣ ਸੀ? ਇਹ ਬੇਗਮ ਸੀ ਪੀਰ ਬੁੱਧੂ ਸ਼ਾਹ ਦੇ ਘਰ ਵਾਲੀ। ਇਹ ਪੀਰ ਬੁੱਧੂ ਸ਼ਾਹ ਦੇ ਘਰ ਵਾਲੀ ਨਸੀਰਾ ਬੇਗਮ ਦਾ ਭਰਾ ਸੈਦ ਖਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਚੱਲਿਆ 10,000 ਫੌਜ ਲੈ ਕੇ। ਜਾਂਦਾ ਜਾਂਦਾ ਮਨ ਵਿੱਚ ਵਿਚਾਰ ਕਰਦਾ ਮੈਂ ਆਪਣੀ ਭੈਣ ਨੂੰ ਮਿਲ ਚੱਲਾਂ, ਨਾਲੇ ਪਤਾ ਲੱਗ ਜੂ ਵੀ ਨਸੀਰਾ ਬੇਗਮ ਦਾ ਭਰਾ ਇੰਨੀ ਫੌਜ ਲਈ ਫਿਰਦਾ, ਕਿੱਡਾ ਵੱਡਾ ਤਾਕਤ ਵਾਲਾ ਹੋਵੇਗਾ ਜਿਹਦੇ ਕੋਲੇ 10,000 ਫੌਜ ਹੈ, ਕਿੱਡੀ ਤਾਕਤ ਹੈ, ਕਿੱਡਾ ਨਾਮ ਚੱਲਦਾ ਹੋਵੇਗਾ। ਕਈ ਪਿੰਡਾਂ ਦੇ ਵਿੱਚ ਆਲੇ ਦੁਆਲੇ ਫੌਜ ਦਾ ਉੱਥੇ ਬੈਠਣਾ ਹੋਇਆ, ਆਲੇ ਦੁਆਲੇ ਫੌਜ ਹੀ ਫੌਜ ਮਿਲਦੀ ਹੈ ਕਈ ਪਿੰਡਾਂ ਤੱਕ। ਇਹ 1-2 ਨਾਲ ਸਾਥੀਆਂ ਨੂੰ ਲੈ ਕੇ ਭੈਣ ਦੇ ਘਰ ਵਿੱਚ ਗਿਆ। ਉਹ ਬੇਗਮ ਨਸੀਰਾ ਨੂੰ ਵੀ ਪਤਾ ਲੱਗਿਆ ਬਈ ਇਹਦਾ ਭਰਾ ਬੇਅੰਤ ਫੌਜਾਂ ਲੈ ਕੇ ਆ ਗਿਆ ਹੈ, ਇਲਾਕੇ ਦੇ ਵਿੱਚ ਫੌਜਾਂ ਦਾ ਬੜਾ ਇਕੱਠ ਹੈ। ਹੁਣ ਭੈਣ ਦੇ ਘਰ ਆਇਆ, ਸੁਖ ਸ਼ਾਂਤੀ ਪੁੱਛੀ ਹੈ। ਭੈਣ ਦੇ ਘਰ ਆਏ ਨੇ, ਫਿਰ ਭੈਣ ਨੇ ਬੜੇ ਲਾਡਾਂ ਨਾਲ, ਭੈਣ ਭਰਾ ਦਾ ਪਿਆਰ ਹੁੰਦਾ, ਭੈਣ ਨੇ ਜਲ ਪਾਣੀ ਸੇਵਾ ਕੀਤੀ, ਲੰਗਰ ਦੀ ਤਿਆਰੀ ਕੀਤੀ।
ਭੈਣ ਨੇ ਆਪਣੇ ਕੋਲ ਹੀ ਸੈਦ ਖਾਨ ਨੂੰ ਬਿਠਾ ਲਿਆ। ਵੀਰਾ ਇੱਥੇ ਬੈਠ ਜਾ, ਮੈਂ ਲੰਗਰ ਤਾਜ਼ਾ ਤਾਜ਼ਾ ਪ੍ਰਸਾਦਾ ਤਿਆਰ ਕਰਾਂਗੀ, ਤੂੰ ਖਾ ਲਵੇਂ। ਹੁਣ ਪ੍ਰਸਾਦਾ ਤਿਆਰ ਹੋ ਰਿਹਾ, ਤਾਜ਼ਾ ਤਾਜ਼ਾ ਗਰਮ ਗਰਮ ਭੈਣ ਲਾ ਰਹੀ ਹੈ, ਵੀਰ ਖਾ ਰਹੇ ਹੈ। ਪਰ ਭੈਣ ਪ੍ਰਸਾਦਾ ਤਿਆਰ ਕਰਦੀ ਕਰਦੀ ਨੇ ਪੁੱਛਿਆ, ਵੀਰਾ ਆਪ ਨੇ ਸੁਣਿਆ ਹੈ ਇਤਨੀ ਫੌਜ ਇਕੱਠੀ ਕੀਤੀ ਹੈ, ਕਿੱਧਰ ਨੂੰ ਚੜ੍ਹਾਈ ਕੀਤੀ ਹੈ? ਬੜੀ ਫੌਜ ਦਾ ਮਾਲਕ, ਬੜਾ ਮਾਣ ਮਿਲਿਆ, ਮੇਰੇ ਭਰਾ ਨੂੰ ਬੜੀ ਖੁਸ਼ ਹੋਈ ਹੈ। ਇੰਨੀ ਫੌਜ ਲੈ ਕੇ ਭਰਾ ਆਪਣੀ ਭੈਣ ਦੇ ਘਰ ਗਿਆ। ਭੈਣ ਦਾ ਵੀ ਸੀਨਾ ਚੌੜਾ ਹੋ ਗਿਆਗਾ, ਭੈਣ ਦਾ ਵੀ ਮਾਣ ਕਿੱਡਾ ਹੋਇਆ ਵੀ ਇਤਨੀ ਫੌਜ ਦਾ ਮਾਲਕ ਬਣਿਆ। ਵੀਰਾ ਕਿੱਧਰ ਨੂੰ ਚੜ੍ਹਾਈ ਕੀਤੀ ਹੈ? ਸੈਦ ਖਾਂ ਬੜੇ ਫਖਰ ਨਾਲ ਕਹਿ ਰਿਹਾ, ਬੜੇ ਮਾਣ ਨਾਲ ਕਹਿ ਰਿਹਾ, ਮੈਂ ਇਹ ਪੰਜਾਬ ਦੀ ਧਰਤੀ ਤੇ ਪਹਾੜੀ ਇਲਾਕੇ ਦੇ ਵਿੱਚ ਪਹਾੜਾਂ ਦੀਆਂ ਉਹ ਜਿਹੜੀਆਂ ਪਹਾੜਾਂ ਦੇ ਵਿੱਚ ਇੱਕ ਗੁਰੂ ਗੋਬਿੰਦ ਸਿੰਘ ਨਾਮ ਕਰਕੇ ਉਹਨੂੰ ਮੈਂ ਫੜਨ ਚੱਲਿਆ। ਜਦੋਂ ਇੰਨੀ ਗੱਲ ਕਹੀ, ਫਿਰ ਉਹ ਭੈਣ ਨਸੀਰਾਂ ਦੇ ਹੱਥੋਂ ਵੀ ਪ੍ਰਸਾਦਾ ਡਿੱਗ ਪੈਂਦਾ। ਇਹ ਕੀ ਕਹਿ ਰਿਹਾ ਤੂੰ? ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲਿਆ। ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਹ ਪੀਰ ਬੁੱਧੂ ਸਾਹਿਬ ਤੇ ਉਹਨਾਂ ਦੀ ਬੇਗਮ, ਉਹ ਬੜੇ ਉਹਨਾਂ ਦੇ ਚਰਨਾਂ ਦੇ ਭੌਰੇ ਸਨ। ਪੀਰ ਬੁੱਧੂ ਸਾਹਿਬ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਆਪਣੇ ਭੰਗਾਣੀ ਦੇ ਜੰਗ ਯੁੱਧ ਦੇ ਵਿੱਚ ਆਪਣੇ ਸੁਪੁੱਤਰ ਵੀ, ਆਪਣੇ ਮਰੀਦ ਵੀ ਸ਼ਹੀਦ ਕਰਵਾਏ ਸਨ। ਉਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣਾ ਪੀਰ ਮੰਨਦੇ ਸਨ, ਉਸ ਅੱਲਾ ਖੁਦਾ ਦਾ ਰੂਪ ਮੰਨਦੇ ਸਨ। ਹੁਣ ਭੈਣ ਨਸੀਰਾਂ ਕਹਿ ਰਹੀ ਹੈ, ਜਦੋਂ ਬੋਲ ਸੁਣਿਆ ਵੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਚੱਲਿਆ, ਭੈਣ ਦੇ ਹੱਥ ਵਿੱਚੋਂ ਪ੍ਰਸਾਦਾ ਡਿੱਗ ਪਿਆ। ਇਹ ਤੂੰ ਕੀ ਬੋਲ ਰਹੇ ਆ? ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਮ ਇਨਸਾਨ ਨਹੀਂ, ਉਹ ਤੇ ਅੱਲਾ ਖੁਦਾ ਦੇ, ਉਸ ਭਗਵਾਨ ਦਾ, ਉਸ ਅੱਲਾ ਦਾ ਰੂਪ ਹਨ, ਉਸ ਮੌਲਾ ਦਾ, ਉਸ ਖੁਦਾ ਦਾ ਰੂਪ ਹਨ। ਇਹ ਤੂੰ ਬਹੁਤ ਵੱਡੀ ਭੁੱਲ ਕਰ ਰਹੇ ਹੈ, ਵਾਪਸ ਚਲਿਆ ਜਾ, ਅੱਗੇ ਕਦਮ ਨਾ ਵਧਾਈ। ਭੈਣ ਨੇ ਬੜਾ ਤਰਲਾ ਕੀਤਾ ਭਰਾ ਅੱਗੇ। ਸੈਦ ਖਾਂ ਉਹ ਵੀ ਉੱਥੇ ਹੀ ਪ੍ਰਸਾਦਾ ਸਕਦਾ ਰੁਕ ਗਿਆ, ਛੱਡ ਦਿੱਤਾ। ਭੈਣ ਨੇ ਬੜੇ ਤਰਲੇ ਪਾਏ ਨੇ, ਕਹਿਣ ਲੱਗੀ ਉਹ ਗੁਰੂ ਗੋਬਿੰਦ ਸਿੰਘ ਜੀ ਆਮ ਇਨਸਾਨ ਨਹੀਂ, ਆਮ ਕੋਈ ਵਿਅਕਤੀ ਨਹੀਂ, ਉਹ ਤੇ ਉਸ ਅੱਲਾ ਖੁਦਾ ਦਾ, ਉਸ ਪਰਮੇਸ਼ਰ ਦਾ, ਉਹ ਉਸ ਖੁਦਾ ਦਾ ਹੀ ਰੂਪ ਹਨ। ਇਹ ਬਹੁਤ ਵੱਡੀ ਗਲਤੀ ਕਰ ਰਹੇ ਹੈ, ਵਾਪਸ ਮੁੜ ਜਾ, ਵਾਪਸ ਮੁੜ ਜਾ। ਵਾਪਸ ਨਹੀਂ ਮੁੜਦਾ, ਸਗੋਂ ਉੱਥੇ ਭੈਣ ਦੇ ਕੋਲ ਇੱਕ ਗੱਲ ਕਹਿ ਕੇ ਤੁਰਿਆ, ਕਹਿਣ ਲੱਗਿਆ ਮੈਂ ਵਾਪਸ ਨਹੀਂ ਜਾਵਾਂਗਾ, ਮੈਂ ਵਜ਼ੀਰਾਂ ਦੀ ਸਭਾ ਵਿੱਚ, ਜਰਨੈਲਾਂ ਦੀ ਸਭਾ ਦੇ ਵਿੱਚ ਮੈਂ ਪਾਨ ਦਾ ਬੀੜਾ ਚੁੱਕਿਆ, ਮੈਂ ਕਸਮ ਖਾਧੀ ਹੈ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜ ਕੇ ਲੈ ਕੇ ਆਵਾਂਗਾ, ਮੈਂ ਦਿੱਲੀ ਦੇ ਦਰਬਾਰ ਦੇ ਵਿੱਚ ਪੇਸ਼ ਕਰਾਂਗਾ, ਮੈਂ ਕਸਮ ਖਾਧੀ ਹੈ, ਮੈਂ ਪਿੱਛੇ ਨਹੀਂ ਹਟਾਂਗਾ, ਮੇਰੇ ਕੋਲੇ 10,000 ਫੌਜ ਹੈ। ਗੁੱਸੇ ਹੋ ਕੇ ਤੁਰ ਪਿਆ। ਜਦੋਂ ਤੁਰਿਆ ਨਾ, ਨਾਲ 10,000 ਫੌਜ ਹੈ। ਤੁਰਦਾ ਤੁਰਦਾ ਅੱਗੇ ਵਧਦਾ ਆ ਰਿਹਾ ਪੰਜਾਬ ਦੀ ਧਰਤੀ ਵੱਲ। ਅੱਗੇ ਜਦੋਂ ਆ ਰਿਹਾ ਨਾ, ਫਿਰ ਅੱਗੋਂ ਪੜਾਓ ਪੜਾਈ ਕਰਦਾ ਹੋਇਆ 13 ਕੁ ਮੀਲ ਦਾ ਪੈਂਡਾ ਦੱਸਦੇ ਨੇ ਜਿੱਥੇ ਉਹਨੇ ਡੇਰਾ ਕੀਤਾ। ਉੱਥੋਂ ਸ੍ਰੀ ਅਨੰਦਪੁਰ ਸਾਹਿਬ ਦਾ ਜਿਹੜਾ ਡੇਰਾ ਸੀ, ਅਸਥਾਨ ਸੀ, 13 ਕੁ ਮੀਲ ਸੀ ਜਿੱਥੇ ਇਹ ਸੈਦ ਖਾਂ ਨੇ ਆਪਣੀ ਫੌਜ ਨੂੰ ਰੋਕ ਕੇ ਡੇਰਾ ਕੀਤਾ। ਕਹਿਣ ਲੱਗਿਆ 2 ਸੂਹੀਏ ਭੇਜੇ, ਜਾਓ ਪਤਾ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੇ ਕਿੰਨੀ ਕੁ ਫੌਜ ਹੈ, ਕਿੰਨੀ ਕੁ ਤਾਕਤ ਹੈ, ਉਹਦੇ ਕੋਲੇ ਕਿੰਨੇ ਕੁ ਉਹਦੇ ਕੋਲੇ ਸ਼ਾਸਤਰ ਨੇ, ਕਿੰਨਾ ਕੁ ਉਹਦੇ ਕੋਲੇ ਤਾਕਤ ਦਾ ਅੰਦਾਜ਼ਾ ਲਾਉਣ ਵਾਸਤੇ ਜਦੋਂ ਸੂਹੀਏ ਜਾਂਦੇ ਨੇ, ਸਾਰੀ ਉਹਨਾਂ ਨੇ ਖਬਰ ਪੜ੍ਹੀ ਹੈ। ਉਹਨਾਂ ਨੇ ਸਾਰੀ ਖਬਰ ਪੜ੍ਹ ਕੇ ਵਾਪਸ ਆ ਕੇ ਆਪਣੇ ਜਰਨੈਲ ਸੈਦ ਖਾਂ ਨੂੰ ਦੱਸਦੇ ਨੇ, ਬਾਦਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਤੇ 700 ਮਰੀਦ ਹੈ, 700 ਉਹਨਾਂ ਦੀ ਫੌਜ ਹੈ, ਬਹੁਤ ਕੋਈ ਮਾਰੂ ਹਥਿਆਰ ਵੀ ਨਹੀਂ ਉਹਨਾਂ ਕੋਲੇ, ਤੇ ਤਲਵਾਰਾਂ ਤੇ ਨੇਜੇ ਹੀ ਹਨ, ਉਹਨਾਂ ਕੋਲੇ ਕੋਈ ਹੋਰ ਵੱਡਾ ਸ਼ਾਸਤਰ ਨਹੀਂ, ਵੱਡਾ ਕੋਈ ਮਾਰੂ ਹਥਿਆਰ ਨਹੀਂ। ਇਸ ਤਰ੍ਹਾਂ ਜਦੋਂ ਬੋਲਦੇ ਨੇ, ਫੇਰ ਤੇ ਉਹਦੇ ਅੰਦਰ ਹੋਰ ਵੀ ਬੜਾ ਹੰਕਾਰ ਪੈਦਾ ਹੋ ਗਿਆ।
ਇੱਕ ਪਾਸੇ 700 ਸਿਪਾਹੀ ਤੇ ਇੱਕ ਪਾਸੇ ਮੇਰੇ ਕੋਲ ਕਹਿੰਦਾ 10,000 ਦੀ ਫੌਜ। ਮੈਂ ਤਾਂ ਕਹਿੰਦਾ 7 ਘੰਟਿਆਂ ਵਿੱਚ ਹੀ ਉਹਨਾਂ ਨੂੰ ਕਵਰ ਕਰ ਲਵਾਂਗਾ, ਪਕੜ ਲਵਾਂਗਾ। ਬੜਾ ਹੰਕਾਰ ਹੋਇਆ। ਜਦੋਂ ਇਸ ਤਰ੍ਹਾਂ ਮਾਣ ਕਰਦਾਗਾ, ਹੰਕਾਰ ਕਰਦਾਗਾ, 4 ਸਪੇਰੇ ਆਪਣੀਆਂ ਫੌਜਾਂ ਨੂੰ ਕਹਿ ਰਿਹਾ ਥੋੜੇ ਸਮੇਂ ਵਿੱਚ ਹੀ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜ ਲਿਆਉਣਾਗਾ, ਤਿਆਰੀਆਂ ਕਰ ਦਿਓ। ਉਸ ਜਗ੍ਹਾ ਤੇ ਬੈਠੇ ਬੈਠੇ ਪਲੰਘਾਂ ਤੇ ਬੈਠਾ ਹੈ ਇੱਕ ਕ੍ਰਿਸ਼ਮਾ ਵਾਪਰਿਆ। 13 ਮੀਲ ਜਿੱਥੇ ਸੈਦ ਖਾਂ ਬੈਠਾ ਆਪਣੀ ਫੌਜ ਨੂੰ ਲੈ ਕੇ, ਉੱਥੇ ਇੱਕ ਕ੍ਰਿਸ਼ਮਾ ਕਿਹੜਾ ਵਾਪਰਿਆ। ਉੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਸੰਤ। ਕਲਗੀਆਂ ਵਾਲੇ ਪਾਤਸ਼ਾਹ ਅੱਜ ਵੀ ਵੇਖ ਰਹੇ ਨੇ, ਸਦ ਸੁਣਦਾ ਸਦ ਵੇਖਦਾ। ਦੇਖੋ ਇੱਕ ਮਹਾਂਪੁਰਸ਼ਾਂ ਦੇ ਵਿੱਚ ਬਹੁਤ ਵੱਡਾ ਗੁਣ ਹੁੰਦਾ ਹੈ, ਜਿਨ੍ਹਾਂ ਕਰਕੇ ਉਹਨਾਂ ਦੀ ਵਡਿਆਈ ਹੁੰਦੀ ਹੈ। ਸਾਧੂ ਦੀ ਵਡਿਆਈ ਉਹਨਾਂ ਦੇ ਵਿੱਚ ਇੱਕ ਗੁਣ ਹੁੰਦਾ ਹੈ। ਕਿਹੜਾ ਗੁਣ ਹੁੰਦਾ ਹੈ? ਮਹਾਂਪੁਰਸ਼ਾਂ ਦੇ ਵਿੱਚ ਜਿਹੜਾ ਆਪਣੇ ਮਾਲਕ ਨੂੰ ਸਦਾ ਹੀ ਉਹਦੀ ਭੈ ਵਿੱਚ ਰਹਿੰਦੇ ਨੇ, ਉਸ ਮਾਲਕ ਨੂੰ ਸਦਾ ਹੀ ਆਪਣੇ ਅੰਗ ਸੰਗ ਸਮਝਦੇ ਨੇ, ਉਹ ਮਾਲਕ ਨੂੰ ਸਦਾ ਹੀ ਇਉਂ ਵੇਖਦੇ ਨੇ ਵੀ ਸਾਨੂੰ ਮਾਲਕ ਸਦਾ ਹੀ ਵੇਖ ਰਿਹਾ। ਉਹ ਪਰਮਾਤਮਾ ਉਹ ਸਾਨੂੰ ਸਾਰਿਆਂ ਨੂੰ ਵੇਖ ਰਿਹਾ, ਪਰ ਆਪਾਂ ਦੁਨੀਆਦਾਰ ਨਹੀਂ ਮੰਨਦੇ। ਆਪਾਂ ਪਾਪ ਕਰਤ ਸੁਖ ਜਿਉ ਨਹੀਂ, ਨਹਿ ਗਰਭ ਨਿਵਾਰਿਓ। ਅਸੀਂ ਤੇ ਪਾਪ ਕਰਦੇ, ਕਿਸੇ ਦੀ ਨਿੰਦਿਆ ਚੁਗਲੀ ਕਰਦੇ, ਅਸੀਂ ਤੇ ਪਰਮਾਤਮਾ ਨੂੰ ਭੁੱਲ ਕੇ ਹੀ ਹੁੰਦਾ। ਪਾਪ ਹੁੰਦਾ ਪਰਮਾਤਮਾ ਨੂੰ ਭੁੱਲ ਕੇ ਹੀ ਹੁੰਦਾ। ਸਾਧੂ ਮਹਾਂਪੁਰਸ਼ਾਂ ਕੋਲੇ ਇੱਕ ਬਹੁਤ ਵੱਡਾ ਗੁਣ ਹੁੰਦਾ, ਉਹ ਉਸ ਮਾਲਕ ਨੂੰ ਉਹਦੀ ਯਾਦ ਵਿੱਚ ਰਹਿੰਦੇ ਨੇ, ਉਹਦੇ ਭੈ ਵਿੱਚ ਰਹਿੰਦੇ ਨੇ, ਸਦਾ ਹੀ ਉਸ ਨੂੰ ਆਪਣੇ ਹਾਜ਼ਰ ਨਾਜ਼ਰ ਸਮਝਦੇ ਨੇ। ਉਹ ਪਰਮਾਤਮਾ ਸਦਾ ਹੀ ਵੇਖਦਾ, ਇਸ ਕਰਕੇ ਉਹ ਕੋਈ ਵੀ ਐਸਾ ਵਿਕਾਰ ਨਹੀਂ ਕਰਦੇ, ਐਸਾ ਕੋਈ ਕਰਮ ਨਹੀਂ ਕਰਦੇ ਜਿਸ ਕਰਕੇ ਪਰਮਾਤਮਾ ਨਾਰਾਜ਼ ਹੋ ਜਾਵੇ। ਸਦਾ ਹੀ ਉਹਦੀ ਰਜ਼ਾ ਵਿੱਚ ਰਾਜੀ ਰਹਿੰਦੇ ਨੇ, ਭਾਣੇ ਵਿੱਚ ਰਹਿੰਦੇ ਨੇ। ਉਹ ਪਰਮਾਤਮਾ ਨੂੰ ਸਦਾ ਹੀ ਪਰਮਾਤਮਾ ਉਹਨਾਂ ਨੂੰ ਵੇਖਦਾ ਹੈ। ਇਸ ਤਰ੍ਹਾਂ ਉਹਨਾਂ ਦੀ ਭਾਵਨਾ ਹੁੰਦੀ ਹੈ ਵੀ ਵਾਹਿਗੁਰੂ ਸਾਨੂੰ ਵੇਖਦਾ। ਇੱਕ ਦਿਨ ਸਮਾਂ ਆ ਜਾਂਦਾ ਹੈਗਾ ਫਿਰ ਜਿਹੜਾ ਪਰਮਾਤਮਾ ਸਦਾ ਹੀ ਉਹ ਮਹਾਂਪੁਰਸ਼ਾਂ ਨੂੰ, ਸਾਧੂਆਂ ਨੂੰ ਵੇਖਦਾ ਹੈ। ਫਿਰ ਇੱਕ ਦਿਨ ਸਮਾਂ ਆ ਜਾਂਦਾ ਹੈਗਾ, ਉਹ ਸਾਧੂਆਂ ਦੀ ਭਾਵਨਾ ਇੰਨੀ ਪਰਪੱਕ ਹੋ ਜਾਂਦੀ ਹੈ, ਉਹ ਫਿਰ ਪਰਮਾਤਮਾ ਨੂੰ ਸਾਰਿਆਂ ਵਿੱਚ ਵੇਖਦੇ ਨੇ। ਆਖੋ ਸਤਨਾਮ ਸ੍ਰੀ। ਜਿਹੜਾ ਪਰਮਾਤਮਾ ਸਾਰਿਆਂ ਨੂੰ ਵੇਖਦਾ ਹੈਗਾ, ਸਾਧੂ ਉਹਦੀ ਭੈ ਵਿੱਚ ਰਹਿੰਦਾ ਹੈ, ਉਹਦੇ ਭੈ ਕਰਕੇ ਉਹਦੇ ਗੁਣ ਬਣਦੇ ਨੇ, ਉਹਨਾਂ ਦੀਆਂ ਵਡਿਆਈਆਂ ਹੁੰਦੀਆਂ ਨੇ। ਇੱਕ ਦਿਨ ਸਮਾਂ ਆ ਜਾਂਦਾ ਫਿਰ ਸਾਧੂ ਉਸ ਪਰਮਾਤਮਾ ਨੂੰ ਸਾਰਿਆਂ ਵਿੱਚ ਹਰ ਸਮੇਂ ਹਰ ਵਕਤ ਹਾਜ਼ਰ ਨਾਜ਼ਰ ਸਦਾ ਅੰਗ ਸੰਗੇ, ਸਦਾ ਹੀ ਉਹਨੂੰ ਅੰਗ ਸੰਗ ਸਮਝਦੇ ਨੇ। ਇਹਨਾਂ ਕਰਕੇ ਗੁਣਾ ਕਰਕੇ ਸਾਧੂ ਦੀ ਵਡਿਆਈ ਹੁੰਦੀ ਹੈ। ਆਓ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਸੰਤ। ਕਿਸਮਾਂ ਕੀ ਵਾਪਰਿਆ। ਸੈਦ ਖਾਂ ਬੈਠਾ ਹੈ ਪਲੰਘਾਂ ਦੇ ਉੱਤੇ, 10,000 ਦੀ ਫੌਜ 4 ਸਵੇਰੇ ਪਹਿਰਾ ਦੇ ਰਹੀ ਹੈ, ਖੜੀ ਹੈ। ਕੀ ਕ੍ਰਿਸ਼ਮਾ ਵਾਪਰਿਆ। ਜਿਹੜੇ ਪਲੰਘਾਂ ਤੇ ਬੈਠਾ, ਇੱਕ ਅਚਨਚੇਤੀ ਉਸ ਪਲੰਘਾਂ ਦੇ ਪਾਵੇ ਦੇ ਵਿੱਚ ਤੀਰ ਵੱਜਿਆ ਆ ਕੇ। ਤੀਰ ਜਦੋਂ ਤੀਰ ਵੱਜਿਆ ਨਾ ਆ ਕੇ, ਇੱਕਦਮ ਤਰਵਕ ਗਿਆ। ਹੈਰਾਨ ਹੋਇਆ, ਇਹ ਤੀਰ ਕਿੱਥੋਂ ਆਇਆ, ਕਿਹਨੇ ਲਾਇਆ, ਕਿਵੇਂ ਆ ਸਕਿਆ। ਜਦੋਂ ਉਹ ਤੀਰ ਪੁੱਟ ਕੇ ਵੇਖਿਆ, ਉਹ ਤੀਰ ਦੇ ਅੱਗੇ ਸੋਨਾ ਲੱਗਿਆ ਹੋਇਆ ਸੀ। ਸੋਨਾ ਲੱਗਿਆ ਹੋਇਆ ਸੀ। ਨਾਲ ਦੇ ਸਿਪਾਹੀਆਂ ਨੇ ਕਹਿ ਦਿੱਤਾ, ਕਹਿਣ ਲੱਗੇ ਬਾਦਸ਼ਾਹ ਇਹ ਤੀਰ ਕੋਈ ਆਮ ਤੀਰ ਨਹੀਂ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੀਰ ਹੈ। ਆਖੋ ਸਤਨਾਮ ਸ਼੍ਰੀ। ਇਹ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੀਰ ਹੈ, ਜਿਹਦੇ ਅੱਗੇ ਨੋਕ ਦੇ ਅੱਗੇ ਸੋਨਾ ਲੱਗਿਆ ਹੋਇਆ। ਇਸ ਤੀਰ ਨਾਲ ਕੋਈ ਮਰ ਵੀ ਜਾਵੇ, ਉਹ ਆਪਣਾ ਆਖਰੀ ਉਹ ਕਿਰਿਆ ਕਰਮ ਵੀ ਸੰਭਾਲ ਸਕਦਾ ਉਹਦੇ ਨਾਲ, ਉਹ ਸੋਨੇ ਦੇ ਨਾਲ। ਇਹ ਮਹਾਰਾਜ ਦਾ ਤੀਰ ਦੇ ਉੱਤੇ ਸੋਨਾ ਲਾਉਣਾ। ਬੜਾ ਹੈਰਾਨ ਹੋਇਆ, ਕਹਿਣ ਲੱਗਿਆ ਸਿਪਾਹੀਆਂ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਤੀਰ ਹੈ ਨਾ, ਇੱਥੇ ਆਲੇ ਦੁਆਲੇ ਹੋਵੇਗਾ। ਗੁਰੂ ਗੋਬਿੰਦ ਸਿੰਘ ਝਾੜੀਆਂ ਦੇ ਓਢੇ ਜਾਂ ਕਿਤੇ ਹੋਰ ਉੱਚੇ ਨੀਵੇਂ ਥਾਂ ਦੇਖੋ, ਉਹਨੂੰ ਜਾਣ ਨਹੀਂ ਦੇਣਾ, ਪਕੜਨਾ ਹੈ। ਸੈਦ ਖਾਂ ਦੇ ਮਨ ਵਿੱਚ ਕਿੱਡਾ ਹੰਕਾਰ ਹੈ, ਕਿੱਡਾ ਉਹਦੇ ਮਨ ਦੇ ਵਿੱਚ ਮਾਣ ਹੈ। ਇੱਥੇ ਨੇੜੇ ਤੇੜੀ ਹੋਵੇਗਾ, ਫੜ ਲਓ ਉਸ ਨੂੰ। ਸਿਪਾਹੀ 4 ਸਵੇਰੇ ਗੇੜੇ ਘੱਤਦੇ ਨੇ ਪਕੜਨ ਵਾਸਤੇ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਹੋਣ ਤੇ ਪਕੜੇ ਜਾਣ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੌਣ ਫੜ ਸਕਦਾ।
ਉਹ ਤੇ ਇੱਕ ਆਪ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਸਨ। ਕੌਣ ਪਕੜ ਲੇਗਾ, ਕੌਣ ਫੜ ਲੇਵੇਗਾ। ਸਿੱਖਾਂ ਦੇ ਮਨ ਦੇ ਵਿੱਚ ਬੜਾ ਭਰਮ ਸੀ। ਉਹ ਭੈਣ ਨੇ ਬੜਾ ਸਮਝਾਇਆ ਸੀ, ਪਰ ਉਹ ਭੈਣ ਦੇ ਆਖੇ ਨਹੀਂ ਲੱਗਿਆ। ਅੱਜ 13 ਕੋਹ ਤੇ 13 ਮੀਲ ਦੀ ਦੂਰੀ ਤੋਂ ਬੈਠਾਗਾ ਤੀਰ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦੱਸਿਆ ਵੀ ਫੜਨ ਵਾਸਤੇ ਚਾਰ ਸਵੇਰੇ ਫੌਜਾਂ ਨੂੰ ਤੋਰਦਾ ਹੈ, ਕਿਤੋਂ ਨਹੀਂ ਮਿਲਦੇ ਗੁਰੂ ਗੋਬਿੰਦ ਸਿੰਘ ਮਹਾਰਾਜ। ਅਜੇ ਸਿਪਾਹੀ ਭਾਲਦੇ ਹੀ ਫਿਰਦੇ ਨੇ। ਪਲੰਘਾਂ ਤੇ ਬੈਠੇ ਹੋਏ ਦਾ ਇੱਕ ਹੋਰ ਕਿਸਮਾਂ, ਇੱਕ ਹੋਰ ਕੌਤਕ ਵਰਤ ਗਿਆ। ਕਿਹੜਾ ਵਰਤਿਆ? ਇੱਕ ਤੀਰ ਹੋਰ ਦੂਸਰੇ ਪਾਵੇ ਵਿੱਚ ਆ ਲੱਗਿਆ, ਜਿਹਦੇ ਨਾਲ ਇੱਕ ਇੱਕ ਕਾਗਜ਼ ਤੇ ਲਿਖਿਆ ਹੋਇਆ ਅੱਖਰ ਲਿਖੇ ਹੋਏ ਦੂਸਰਾ ਤੀਰ ਵੀ ਆ ਕੇ ਵੱਜ ਗਿਆ। ਬੜਾ ਹੈਰਾਨ ਹੋਇਆ, ਕਹਿਣ ਲੱਗਿਆ ਇਹ ਤੀਰ ਪਾਵੇ ਵਿੱਚ ਵੱਜੇ ਨੇ, ਇਹ ਤੀਰ ਮੇਰੇ ਸਰੀਰ ਵਿੱਚ ਵੀ ਵੱਜ ਸਕਦਾ ਸੀ। ਡਰ ਗਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੀਰ ਪਹਿਲਾਂ ਵੀ ਆਇਆ, ਇੱਕ ਹੋਰ ਆ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜੇ ਕਰਾਮਾਤੀ ਹੋਣਗੇ। ਹੁਣ ਮਨ ਦੇ ਵਿੱਚ ਇਸ ਤਰ੍ਹਾਂ ਉਲੱਥ ਪੁਲੱਥ ਹੋ ਰਹੀ ਹੈ। ਸੈਦ ਖਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਹੜਾ ਫੜਨ ਵਾਸਤੇ ਚੜ੍ਹਾਈ ਕੀਤੀ ਹੈ, ਜਦੋਂ 2 ਤੀਰ ਵੱਜੇ ਨੇ, ਉੱਥੇ ਮਨ ਦੇ ਵਿੱਚ ਡਰਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੀਰ ਮਾਰੇ ਨੇ, ਪਾਵਿਆਂ ਵਿੱਚ ਲੱਗੇ ਨੇ, ਕਿਤੇ ਮੇਰੇ ਸਰੀਰ ਵਿੱਚ ਲੱਗ ਜਾਂਦੇ, ਮੇਰਾ ਸਰੀਰ ਜਾਂਦਾ ਰਹਿੰਦਾ। ਹੁਣ ਉੱਥੇ ਜਦੋਂ ਪੱਤਰਕਾ ਖੋਲ ਕੇ ਵੇਖਦਾ ਕੀ ਲਿਖਿਆ ਹੋਇਆ, ਜਿਹੜਾ ਕਹਿੰਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਾਮਾਤੀ ਨੇ, ਉੱਥੇ ਹੁਣ ਪੱਤਰਕਾ ਦੇ ਉੱਤੇ ਲਿਖਿਆ ਹੋਇਆ ਸੈਦ ਖਾਂ ਇਹ ਕੋਈ ਕਰਾਮਾਤ ਨਹੀਂ, ਇਹ ਤੇ ਸ਼ਾਸਤਰ ਵਿਦਿਆ ਦਾ ਅਭਿਆਸ ਹੈ ਸਾਡਾ। ਸਾਡੇ ਸਿੱਖਾਂ ਦੇ ਵਿੱਚ ਵੀ ਇਹ ਸ਼ਾਸਤਰ ਵਿਦਿਆ ਦਾ ਵਿੱਚ ਬਹੁਤ ਨਿਪੁੰਨ ਨੇ। ਜਿਹੜਾ ਬੜਾ ਸ਼ਾਸਤਰ ਵਿਦਿਆ ਦੇ ਧਨੀ ਨੇ, ਉਹ 13 ਮੀਲ ਤੇ ਸਾਡੇ ਸਿੱਖ ਵੀ ਆਪਣੇ ਤੀਰ ਨੂੰ ਪਹੁੰਚਾ ਦਿੰਦੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਉਹ ਪੱਤਰਕਾਰ ਜਦੋਂ ਪੜ੍ਹੀ ਹੈ, ਬੜਾ ਹੈਰਾਨ ਹੋਇਆ, ਬੜਾ ਹੈਰਾਨ ਹੋਇਆ। ਇੱਕਦਮ ਹੰਕਾਰ ਦੇ ਵਿੱਚ ਸਾਰੀ ਆਪਣੀ ਫੌਜ ਨੂੰ ਬੋਲੀ ਮਾਰਦਾਗਾ, ਆਵਾਜ਼ ਦਿੰਦਾ ਹੈ, ਹੱਲਾ ਕਰ ਦਿਓ। ਇੱਕਦਮ ਹੱਲਾ ਕਰਨ ਵਾਸਤੇ ਅੱਗੇ ਅਨੰਦਪੁਰ ਸਾਹਿਬ ਵੱਲ ਚੜ੍ਹਾਈ ਕਰ ਦਿੱਤੀ ਹੈ, ਕਿਉਂਕਿ ਮੰਤਰੀਆਂ ਦੇ ਵਿੱਚ, ਜਰਨੈਲਾਂ ਦੇ ਵਿੱਚ ਕਸਮ ਖਾ ਕੇ ਤੁਰਿਆ ਸੀ ਦਿੱਲੀ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਵਾਸਤੇ। ਅੱਜ ਜਦੋਂ ਅੱਗੇ ਚੜ੍ਹਾਈ ਕਰਨ ਵਾਸਤੇ 10,000 ਦੀ ਫੌਜ ਲੈ ਕੇ ਅਨੰਦਪੁਰ ਸਾਹਿਬ ਦੇ ਲਾਗੇ ਪਹੁੰਚੇ ਹੈ, ਉੱਥੇ ਫਿਰ ਜੰਗ ਯੁੱਧ ਸ਼ੁਰੂ ਹੋ ਜਾਂਦਾ ਹੈ। ਜੰਗ ਯੁੱਧ ਸ਼ੁਰੂ ਹੋ ਜਾਂਦਾ, ਗੁਰੂ ਕੀਆਂ ਲਾਡਲੀਆਂ ਫੌਜਾਂ ਵੀ ਸ਼ਾਸਤਰ ਧਾਰੀ ਫਿਰ ਅੱਗੇ ਪਹੁੰਚਦੀਆਂ ਨੇ। ਉੱਥੇ ਫਿਰ ਬੜਾ ਕਟਾ ਵੱਢੀ ਹੁੰਦੀ ਹੈ। ਉੱਥੇ ਵੀ ਫਿਰ ਲੋਥਾਂ ਤੇ ਲੋਥਾਂ ਦੇ ਢੇਰ ਲੱਗਦੇ ਨੇ। ਸਿੰਘ ਵੀ ਆਪਣੇ ਗੁਰੂ ਪਿਤਾ ਦੇ ਉਹ ਸ਼ਾਸਤਰ ਵਿਦਿਆ ਦੇ ਕਮਾਲ ਵਿਖਾ ਰਹੇ ਨੇ। ਤੇ ਇੱਥੇ ਫਿਰ ਇੱਕ ਮਨ ਦੇ ਵਿੱਚ ਸੈਦ ਖਾਂ ਵਿਚਾਰ ਕਰਦਾ, ਗੁਰੂ ਗੋਬਿੰਦ ਸਿੰਘ ਜੀ ਜੇ ਇਤਨੇ ਵੱਡੇ ਕਰਾਮਾਤੀ ਨੇ, ਤਾਂ ਇੰਨੇ ਵੱਡੇ ਸ਼ਾਸਤਰ ਧਨੀ ਨੇ, ਤਾਂ ਮੇਰੇ ਸਾਹਮਣੇ ਆਉਣ, ਮੇਰੇ ਨਾਲ 2 ਹੱਥ ਕਰਨ। ਮਨ ਦੇ ਵਿੱਚ ਅਜੇ ਵੀ ਬੜਾ ਹੰਕਾਰ ਹੈ, ਮੇਰੇ ਸਾਹਮਣੇ ਆ ਕੇ ਮੇਰੇ ਨਾਲ ਜੰਗ ਯੁੱਧ ਕਰਨ। ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਆਪਣੇ ਸਿੱਖਾਂ ਨੂੰ ਕਹਿ ਦਿੱਤਾ, ਸਿੱਖੋ ਅਸੀਂ ਹੁਣ ਮੈਦਾਨੇ ਜੰਗ ਵਿੱਚ ਜਾਣਾ। ਸਿੱਖਾਂ ਨੇ ਭਾਵੇਂ ਰੋਕਿਆ ਸੀ, ਮਹਾਰਾਜ ਜਦ ਖਾਲਸਾ ਤਿਆਰ ਬਰ ਤਿਆਰ ਬੈਠਾ ਹੈ, ਤੁਸੀਂ ਆਪਣੇ ਆਸਨਾਂ ਤੇ ਹੀ ਬੈਠੇ, ਪਾਤਸ਼ਾਹ ਮਹਾਰਾਜ ਮਿਹਰ ਦੀ ਨਿਦਰ ਰੱਖੋ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਖਾਲਸਾ ਜੀ ਅਸੀਂ ਵੀ ਉਹ ਜਿਹੜਾ ਮੈਦਾਨੀ ਜੰਗ ਦੇ ਵਿੱਚ ਆ ਕੇ ਵੰਗਾਰ ਰਿਹਾ ਹੈ, ਉਹਦੇ ਸਾਹਮਣੇ ਜਾਣਾ। ਇੱਕ ਵਾਰੀ ਸਾਨੂੰ ਜਾਣਾ ਪੈਣਾ। ਹੁਣ ਕਿਉਂ ਜਾਣਾ ਪੈਣਾਗਾ? ਇੱਧਰ ਆਪਾਂ ਗੱਲ ਕਰ ਲਈਏ, ਭੈਣ ਜਿਹੜੀ ਨਸੀਰਾਂ ਹੈ ਉਹ ਵੀ ਬੇਨਤੀਆਂ ਕਰਦੀ ਹੈ, ਉਹ ਵੀ ਬੇਨਤੀਆਂ ਕਰਦੀਆਂ। ਜਦੋਂ ਇਹ ਅਨੰਦਪੁਰ ਸਾਹਿਬ ਵੱਲ ਨੂੰ ਚੜ੍ਹਾਈ ਕਰਕੇ ਤੁਰਿਆ ਸੀ ਨਾ, ਉਹ ਭੈਣ ਨਸੀਰਾਂ ਉਸੇ ਵਕਤ ਹੀ ਅਨੰਦਪੁਰ ਸਾਹਿਬ ਵੱਲ ਨੂੰ ਹੱਥ ਜੋੜ ਕੇ ਬੇਨਤੀਆਂ ਕਰਦੀਆਂ, ਕਲਗੀਆਂ ਵਾਲੇ ਪਾਤਸ਼ਾਹ ਮੇਰਾ ਵੀਰ ਆਪ ਜੀ ਦੇ ਸਥਾਨ ਵੱਲ ਚੜ੍ਹਾਈ ਕਰਕੇ ਆ ਰਿਹਾ, ਇਸ ਨੂੰ ਤੁਹਾਡੀ ਸ਼ਕਤੀ ਦਾ ਤੁਹਾਡੇ ਬਾਰੇ ਨਹੀਂ ਪਤਾ। ਪਾਤਸ਼ਾਹ ਕਿਰਪਾ ਕਰਨੀ ਬਖਸ਼ਣੀ, ਤੁਹਾਨੂੰ ਇਹ ਗੁਲਾਮ ਬਣਾਉਣ ਵਾਸਤੇ ਆਇਆ। ਪਾਤਸ਼ਾਹ ਤੁਸੀਂ ਕਿਰਪਾ ਕਰਿਓ, ਇਹਨੂੰ ਗੁਲਾਮ ਬਣਾ ਲਿਓ, ਇਹਨੂੰ ਮਾਰਿਓ ਨਾ, ਆਪਣੇ ਚਰਨਾਂ 'ਚ ਰੱਖ ਲਿਓ। ਇੱਕ ਬੇਗਮ ਦੀਆਂ, ਇੱਕ ਭੈਣ ਦੀਆਂ ਅਰਜ਼ੋਈਆਂ ਨੇ, ਅਰਦਾਸਾਂ ਨੇ, ਉਹਦੇ ਅੰਦਰ ਭਾਵਨਾ ਹੈ। ਪੀਰ ਬੁੱਧੂ ਸਾਹ ਦੀ ਬੇਗਮ ਹੈ, ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਰੀਦ ਨੇ।
ਦੇਖੋ ਅਰਦਾਸਾਂ ਕਰ ਰਹੀ ਹੈ, ਬਾਰ-ਬਾਰ ਅਰਦਾਸਾਂ, ਦਿਨ ਰਾਤ ਅਰਦਾਸਾਂ ਕਰ ਰਹੀ ਹੈ। ਐ ਸਤਿਗੁਰੂ ਜੀ ਕਲਗੀਆਂ ਵਾਲੇ ਪਾਤਸ਼ਾਹ ਕਿਰਪਾ ਕਰਿਓ, ਮੇਰੇ ਵੀਰ ਨੂੰ ਮਾਰਿਓ ਨਾ, ਇਹਨੂੰ ਗੁਲਾਮ ਬਣਾ ਲਿਓ, ਇਹਨੂੰ ਆਪਣੇ ਚਰਨਾਂ 'ਚ ਰੱਖਿਓ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਉਹ ਵੀ ਅਰਦਾਸਾਂ ਪਹੁੰਚਦੀਆਂ ਨੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੱਖਾਂ ਨੂੰ ਕਹਿਣ ਲੱਗੇ ਵੀ ਅਸੀਂ ਮੈਦਾਨੇ ਜੰਗ ਵਿੱਚ ਜਾਣਾ, ਅਸੀਂ ਜਿਹੜਾ ਉਹ ਵੰਗਾਰ ਰਿਹਾ ਹੈ, ਜਿਹੜਾ ਆਵਾਜ਼ ਦੇ ਰਿਹਾ ਮੇਰੇ ਸਾਹਮਣੇ ਆਵੇ। ਇੱਕ ਅੱਜ ਉਸ ਬੇਗਮ ਨਸੀਰਾਂ ਦੀਆਂ ਅਰਦਾਸਾਂ ਨੇ, ਇਹਦੀ ਭੈਣ ਦੀਆਂ ਅਰਦਾਸਾਂ ਨੇ, ਉਹ ਵੀ ਪੂਰੀਆਂ ਕਰਨੀਆਂ ਨੇ। ਇਸ ਨੂੰ ਕਿਸੇ ਹਥਿਆਰ ਨਾਲ ਨਹੀਂ ਮਾਰਨਾ। ਦੇਖੋ ਬਹੁਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਦੇ ਵਿੱਚ ਜ਼ਿਕਰ ਆਉਂਦਾ ਵੀ 14 ਜੰਗ ਕੀਤੇ ਨੇ। 14 ਜੰਗ, 2-3 ਜੰਗਾਂ ਦਾ ਐਸਾ ਵੀ ਹਵਾਲਾ ਆਉਂਦਾ ਜਿਹਨੇ ਗੁਰੂ ਪਾਤਸ਼ਾਹ ਮਹਾਰਾਜ ਨੇ ਬਿਨਾਂ ਸ਼ਾਸਤਰਾਂ ਤੋਂ ਹੀ ਜੰਗ ਜਿੱਤੇ ਨੇ, ਬਿਨਾਂ ਸ਼ਾਸਤਰਾਂ ਤੋਂ ਹੀ ਜੰਗ ਜਿੱਤ ਲਏ ਨੇ। ਅੱਜ ਵੀ ਇਹ ਜੰਗ ਜਿੱਤਣਾ ਹੈ ਸੈਦ ਖਾਂ ਨੂੰ, ਕਿਵੇਂ ਉਹਦੇ ਮਨ ਦਾ ਭਰਮ ਦੂਰ ਕਰਨਾ ਹੈ। ਜਿਹੜਾ ਬੜਾ ਵੱਡਾ ਮਾਣ ਲੈ ਕੇ ਆਇਆ, ਹੰਕਾਰ ਹੈ ਜਿਹਦੇ ਮਨ ਦੇ ਵਿੱਚ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੈਦਾਨੇ ਜੰਗ ਵਿੱਚ ਆ ਜਾਂਦੇ ਨੇ। ਜਦੋਂ ਮੈਦਾਨ ਦੇ ਜੰਗ ਦੇ ਵਿੱਚ ਆਵਾਜ਼ ਦਿੰਦੇ ਨੇ ਸੈਦ ਖਾਂ ਪਿੱਛੇ ਮੁੜ ਕੇ ਵੇਖ, ਕੌਣ ਆਇਆ ਜਿਹਨੂੰ ਤੂੰ ਵੰਗਾਰਾਂ ਦੇ ਰਿਹਾ ਹੈ, ਜਿਹਨੂੰ ਤੂੰ ਆਵਾਜ਼ਾਂ ਦੇ ਰਿਹਾ ਹੈ। ਸੈਦ ਖਾਂ ਜਿਹਦੇ ਸਰੀਰ ਦੇ ਉੱਤੇ ਲੋਹੇ ਦਾ ਸੰਜੋਗ ਪਹਿਨਿਆ ਹੋਇਆ, ਹੱਥ ਵਿੱਚ ਤਲਵਾਰ ਪਕੜੀ ਹੋਈ ਹੈ, ਘੋੜੇ ਤੇ ਸਵਾਰ ਆ। ਜਦੋਂ ਪਿੱਛੇ ਮੁੜ ਕੇ ਵੇਖਿਆ, ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰ ਰਹੇ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਹੋਰ ਅੱਗੇ ਹੋ ਗਏ ਨੇ, ਸੈਦ ਖਾਂ ਦੇ ਅੱਗੇ ਹੋਰ ਹੋ ਗਏ ਨੇ, ਨੇੜੇ ਹੋ ਗਏ ਨੇ। ਸੈਦ ਖਾਂ ਵੇਂਦਾ ਰਿਹਾ, ਵੇਖਦਾ ਰਿਹਾ, ਵੇਖਦਾ ਕੀ ਰਹਿ ਗਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਜ਼ਰਾਂ ਦੇ ਐਸੇ ਤੀਰ ਤਲਾਏ, ਐਸੀ ਪਾਤਸ਼ਾਹ ਦੀ ਨੇਤਰਾਂ ਦੀ ਦ੍ਰਿਸ਼ਟੀ ਪਈ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਸਤਿਗੁਰੂ ਮਹਾਰਾਜ ਨੇ ਆਪਣੇ ਨੈਣਾਂ ਦੇ ਐਸੇ ਤੀਰ ਮਾਰ ਦਿੱਤੇ, ਉਹਦਾ ਹੈ ਨਹੀਂ ਪਿਆ, ਉਹਦੀ ਹਿੰਮਤ ਨਹੀਂ ਪਈ ਵੀ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਤੇ ਕੋਈ ਵਾਰ ਕਰ ਦੇਵਾਂ। ਉਹਦਾ ਹੌਸਲਾ ਟੁੱਟ ਗਿਆ, ਉਹਦਾ ਅੰਦਰਲਾ ਜਿਹੜਾ ਤੇਜ ਪ੍ਰਤਾਪ ਸੀ, ਅਹੰਕਾਰ ਸੀ, ਉਹ ਬੜਾ ਮਾਣ ਸੀ, ਉਹ ਅੰਦਰੋਂ ਬਹੁਤ ਢਿੱਲਾ ਪੈ ਗਿਆ, ਨਰਮ ਹੋ ਗਿਆ। ਉਹਦਾ ਆਪਣੀ ਤਾਕਤ ਕਮਜ਼ੋਰ ਹੋ ਗਈ। ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਦੋਂ ਨਜ਼ਦੀਕ ਆ ਗਏ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਤੂੰ ਸਾਨੂੰ ਗੁਲਾਮ ਬਣਾਉਣ ਵਾਸਤੇ ਆਇਆ ਸੀ, ਤੂੰ ਕਰ ਲੈ ਬਾਰ ਆਪਣਾ ਜ਼ੋਰ ਵਿਖਾ। ਪਰ ਮਹਾਰਾਜ ਨੇ, ਉਹਨਾਂ ਨੇ ਨੈਣਾ ਦੇ ਤੀਰ ਐਸੇ ਮਾਰ ਦਿੱਤੇ, ਉਹਦਾ ਸਾਰਾ ਬਲ ਖਤਮ ਕਰ ਦਿੱਤਾ, ਉਹਦੀ ਤਾਕਤ ਖਤਮ ਕਰ ਦਿੱਤੀ। ਉਹ ਹਥਿਆਰ ਲੈ ਕੇ ਆਇਆ ਸੀ ਬੜੇ ਜੋਸ਼ ਦੇ ਨਾਲ, ਪਰ ਉਹਦੇ ਹਥਿਆਰ ਉੱਪਰ ਨਹੀਂ ਉੱਠ ਰਹੇ। ਪਰ ਉਹ ਭੈਣ ਦੀਆਂ ਯਾਦਾਂ ਆ ਰਹੀਆਂ ਨੇ। ਭੈਣ ਕਹਿ ਰਹੇ ਸੀ, ਵੀਰਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਆਮ ਵਿਅਕਤੀ ਨਹੀਂ, ਉਹ ਤੇ ਅੱਲਾ ਉਸ ਖੁਦਾ ਦਾ ਰੂਪ ਹਨ, ਉਹਨਾਂ ਨੂੰ ਪਕੜਨ ਦੀ ਭੁੱਲ ਮਤ ਕਰ, ਪਿੱਛੇ ਮੁੜ ਜਾ। ਭੈਣ ਦੀਆਂ ਯਾਦਾਂ, ਉਹ ਭੈਣ ਦੇ ਬੋਲ ਯਾਦ ਆ ਰਹੇ ਨੇ ਜਿਹੜੀ ਭੈਣ ਸਮਝਾ ਰਹੀ ਸੀ। ਪਰ ਅੱਜ ਸਾਹਮਣੇ ਖੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਲਾਮ ਬਣਾਉਣ ਆਇਆ ਸੀ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਲਾਮ ਬਣ ਗਿਆ। ਆਖੋ ਸਤਨਾਮ ਸ੍ਰੀ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਲਾਮ ਬਣ ਗਿਆ। ਹੱਥ ਜੋੜ ਲਏ, ਘੋੜੇ ਤੋਂ ਉਤਰਿਆ, ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਮਸਤਕ ਧਰ ਦਿੱਤਾ। ਸਤਿਗੁਰੂ ਜੀ, ਮੈਂ ਬੜਾ ਭੁਲੇਖੇ ਵਿੱਚ ਸੀ, ਬੜਾ ਭਰਮ ਵਿੱਚ ਸੀ, ਮੈਨੂੰ ਅੱਜ ਤੁਹਾਡੇ ਦਰਸ਼ਨ ਹੋ ਗਏ। ਮੇਰਾ ਸਾਰਾ ਭਰਮ ਠਾਕੁਰ ਤੁਮ ਸਰਨਾਈ ਆਇਆ, ਉਤਰ ਗਿਓ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਜਦੋਂ ਗੁਰੂ ਦਾ ਦਰਸ਼ਨ ਪਾ ਲਿਆ, ਸਾਰੇ ਭਰਮ ਭੁਲੇਖੇ ਭਰਮ ਦੂਰ ਹੋ ਗਏ ਨੇ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਸ਼ੀਸ਼ ਰੱਖ ਦਿੱਤਾ ਹੈ, ਭੁੱਲਾਂ ਬਖਸ਼ਾਉਂਦਾ ਹੈ, ਬਾਰ-ਬਾਰ ਬੇਨਤੀਆਂ ਕਰਦਾ, ਮਹਾਰਾਜ ਹੁਣ ਮੈਨੂੰ ਕਿਰਪਾ ਕਰਕੇ ਬਖਸ਼ ਲਿਓ, ਬਖਸ਼ ਲਿਓ, ਮੇਰੀਆਂ ਭੁੱਲਾਂ ਨਾ ਚਿਤਾਰਨੀਆਂ, ਹੁਣ ਮੈਨੂੰ ਆਪਣੇ ਬਣਾ ਲਓ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਬੇਗਮ ਨਸੀਰਾਂ ਦੀਆਂ ਬੇਨਤੀਆਂ ਨੂੰ ਵੀ ਮੇਰੇ ਵੀਰ ਨੂੰ ਜਾਨੋਂ ਨਾ ਮਾਰਿਓ, ਇਹਨੂੰ ਆਪਣਾ ਗੁਲਾਮ ਬਣਾ ਲਿਓ, ਇਹਨੂੰ ਆਪਣੇ ਚਰਨਾਂ 'ਚ ਰੱਖਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਬੇਗਮ ਦੀਆਂ ਅਰਜ਼ੋਈਆਂ
ਪ੍ਰਵਾਨ ਕੀਤੀਆਂ। ਅੱਜ ਸੈਦ ਖਾਂ ਨੂੰ ਆਪਣਾ ਮਰੀਦ ਬਣਾ ਲਿਆ। ਫਿਰ ਜਦੋਂ ਚਰਨਾਂ ਤੋਂ ਸੀਸ ਚੁੱਕਿਆ ਨਾ, ਉੱਪਰ ਉੱਠ ਕੇ ਫਿਰ ਇੱਕ ਆਵਾਜ਼ ਦਿੰਦਾ ਹੈ। ਸੈਦ ਖਾਂ ਨੇ ਇੱਕ ਆਵਾਜ਼ ਦਿੱਤੀ। ਕਿਹੜੀ ਆਵਾਜ਼ ਦਿੱਤੀ? ਉਹ ਕਹਿਣ ਲੱਗਿਆ, ਉੱਚੀ ਆਵਾਜ਼ ਦੇ ਕੇ ਉੱਪਰ ਨੂੰ ਹੱਥ ਖੜੇ ਕਰਕੇ ਕਹਿਣ ਲੱਗਿਆ, ਐ ਤੁਰਕਨ ਫੌਜ ਵਾਪਸ ਚਲੇ ਜਾਓ। ਰੰਗ ਜੇ ਬਾਦਸ਼ਾਹ ਨੂੰ ਕਹਿ ਦਿਓ ਜਾ ਕੇ ਵੀ ਸੈਦ ਖਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਗੁਲਾਮ ਬਣ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਕਿਵੇਂ ਅਰਦਾਸ ਪ੍ਰਵਾਨ ਹੁੰਦੀ ਹੈ। ਇੱਕ ਸੈਦ ਖਾਂ ਦੀ ਭੈਣ ਨੇ ਅਰਦਾਸਾਂ ਕੀਤੀਆਂ, ਅਰਜ਼ੋਈਆਂ ਕੀਤੀਆਂ, ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ, ਜਿੱਥੇ ਅੱਜ ਇੱਕ ਦੋ ਦੀ ਗਿਣਤੀ ਨਹੀਂ, ਸੈਂਕੜੇ ਹਜ਼ਾਰਾਂ ਦੀ ਗਿਣਤੀ ਨਹੀਂ, ਲੱਖਾਂ ਦੀ ਤਾਦਾਦ, ਦੇਸਾਂ ਵਿਦੇਸਾਂ ਦੀਆਂ ਸੰਗਤਾਂ ਜੁੜ ਕੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਰਹਿਬਰ ਨੂੰ ਯਾਦ ਕਰਦੀਆਂ ਨੇ। ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1700 ਈਸਵੀ ਨੂੰ ਇੱਥੇ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ ਮਹੱਲਾ, ਅੱਜ ਵੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਉਸ ਹੋਲੇ ਮਹੱਲੇ ਤੇ ਦੁਨੀਆ ਦੂਰੋਂ ਦੂਰੋਂ ਜਾ ਕੇ ਨਮਸਕਾਰਾਂ ਕਰਦੀ ਹੈ। ਪਿਆਰ ਵਾਲੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ, ਸੇਵਾ ਕਰਦੇ ਨੇ, ਗੁਰੂ ਦੇ ਚਰਨਾਂ ਵਿੱਚ ਨਮਸਕਾਰਾਂ ਕਰਦੇ ਨੇ। ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 30 ਸਾਲ ਉਸ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਉਸ ਗਲੀ ਮਹੱਲੇ ਦੀਆਂ ਰੌਣਕਾਂ ਨੂੰ ਅੱਜ ਵੀ ਉਸੇ ਤਰ੍ਹਾਂ ਹੀ ਝਲਕਾਂ ਪੈਂਦੀਆਂ ਨੇ। ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੱਜ ਆਪਾਂ ਇਹ ਹੋਲੇ ਮਹੱਲੇ ਦਾ ਦਿਹਾੜਾ ਮਨਾ ਰਹੇ ਹਾਂ। ਇੱਕ ਇਤਿਹਾਸ ਹਿੰਦੂ ਮਤ ਦੇ ਵਿੱਚ ਵੀ ਆਪਾਂ ਹੋਲੀ ਤੋਂ ਹੋਲਾ ਮਹੱਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਵੇਂ ਮਨਾਉਣਾ, ਉਹ ਹੋਲਕਾਂ ਦੇ ਨਾਮ ਤੇ ਜੋ ਹਰਨਾਕਸ਼ ਦੀ ਭੈਣ ਕਰਕੇ ਇੱਕ ਇਤਿਹਾਸ ਵੀ ਉਹ ਪੜ੍ਹਿਆ ਜਾਂਦਾ ਹੈ। ਜੋ ਹਰਨਾਕਸ਼ ਦੇ ਘਰ ਦੇ ਵਿੱਚ ਇੱਕ ਪੁੱਤਰ ਪ੍ਰਹਿਲਾਦ ਪੈਦਾ ਹੋ ਗਿਆ ਸੀ, ਜਿਸ ਹਰਨਾਕਸ਼ ਨੂੰ ਵੀ ਬੜਾ ਮਾਣ ਹੋ ਗਿਆ ਸੀ, ਉਹ ਵੀ ਬੜਾ ਹੰਕਾਰੀ ਹੋ ਗਿਆ ਸੀ। ਹਰਨਾਕਸ਼ ਦੁਸ਼ਟ ਹਰ ਮਾਰਿਆ, ਫਿਰ ਉਹਦੇ ਅੰਤ ਸਮਾਂ ਕਿਵੇਂ ਹੁੰਦਾ ਹੈ। ਆਓ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਐਸਾ ਕੋਈ ਗੁਰੂ ਪੈਗੰਬਰ, ਐਸਾ ਕੋਈ ਵੀ ਰਹਿਬਰ ਦੁਨੀਆ ਦੇ ਉੱਤੇ ਤੇਰੇ ਜੈਸਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ। ਅਕਾਲ ਪੁਰਖ ਕੀ ਜਹਰਾ ਮੂਰਤ ਗੁਰ ਗੋਬਿੰਦ ਅਖਵਾਇਆ ਨਾ ਰਹਿਣ ਨਰਪਤ ਨਮਸਕਾਰੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ ਇੱਕ ਧਾਰਨਾ ਪੜ ਲਓ। ਆਓ ਸਾਰੇ ਰਲ ਕੇ ਆਪਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਗੋਦ ਵਿੱਚ ਬੈਠੇ ਆ। ਸਤਿਗੁਰੂ ਪਿਤਾ ਦੇ ਚਰਨਾਂ ਵਿੱਚ ਆਪਾਂ ਵੀ ਬੇਨਤੀਆਂ ਕਰ ਦਈਏ, ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰੋ, ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਿਓ, ਕੋਈ ਮਾਟੀ ਕਾ ਕਿਆ ਧੋਪੇ ਸੁਆਮੀ ਮਾਨਸ ਕੀ ਗਤ ਹੀ आप मुक्त मोए तारे जी ऐसे गुरां तुम बल बल जाइए। आप मुक्त मोए तारे जी ऐसे गुरां तुम बल बल जाइए। आप मुक्त मोए तारे जी ऐसे गुरां तुम बल बल जाइए। आप मुक्त मोए तारे जी ऐसे गुरां तुम बल बल जाइए। ऐसे गुनाह तो बल बल जाइए, ऐसे गुनाह तो बल बल जाइए, ऐसे गुनाह तो बल बल जाइए, ऐसे गुनाह तो बल बल जाइए।
ਐਸੇ ਰਹਿਬਰ ਦੀਆਂ ਆਪਾਂ ਵਿਚਾਰਾਂ ਸਾਂਝੀਆਂ ਕੀਤੀਆਂ ਨੇ। ਹੋਈਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ ਜੀ। ਰਹਿੰਦਾ ਸਮਾਂ ਮਹਾਂਪੁਰਸ਼ ਪਹੁੰਚ ਚੁੱਕੇ ਹਨ, ਆਓ ਉਹਨਾਂ ਦੇ ਕਮਾਏ ਹੋਏ ਬਚਨ ਸਰਵਣ ਕਰੀਏ। ਹਕ ਹਕ ਆਦੇਸ਼ ਹੋਲਾ ਖੇਡਦਾ ਹੈ ਬਾਜਾਂ ਵਾਲਾ, ਨਾਲ ਪਿਆਰੇ ਖਾਲਸੇ ਦੇ। ਹੋਲਾ ਖੇਡਦਾ ਹੈ ਬਾਜਾਂ ਵਾਲਾ, ਨਾਲ ਪਿਆਰੇ ਖਾਲਸੇ ਦੇ। ਹੋਲਾ ਖੇਡਦਾ ਹੈ ਬਾਜਾਂ ਵਾਲਾ, ਕਲੰਗੀਆਂ ਵਾਲਾ, ਨਾਲ ਪਿਆਰੇ ਖਾਲ। ਮੇਰੇ ਪਿਆਰੇ ਨਾਲ ਪਿਆਰੇ ਖਾਲਸੇ ਦੇ। ਮੇਰੇ ਪਿਆਰੇ ਨਾਲ ਪਿਆਰੇ ਖਾਲਸੇ ਦੇ। ਹੋਲਾ ਖੇਡਦਾ ਹੈ ਬਾਜਾਂ ਵਾਲਾ, ਨਾਲ ਪਿਆਰੇ ਖਾਲਸੇ ਦੇ। ਹੋਲਾ ਖੇਡਦਾ ਹੈ ਬਾਜਾਂ ਵਾਲਾ, ਨਾਲ ਪਿਆਰੇ ਖਾਲਸੇ ਦੇ। खालसा मेरो रूप है खालसे में हों करूं। खालसा मेरो मुख है अंगा, खालसे के हों साध साध संगा। जुगो जुग अटल धन धन साहिब श्री गुरु ग्रंथ साहिब जी महाराज। जागत जोत वस निस्वासुर दा प्रतीक। आप जी सतगुरां दी पवित्र हजूरी च गुरबाणी दा आनंद माण रहे हो। धन धन श्री हजूर बाबा मीहां सिंह जी महाराज सियाड़ साहब वाले प्रवचन करया करदे कि गुरसिख सखियां दी विचार सतगुर दी बख्शीश कह सकते हैं। अज आपां नूं सतगुर दी बख्श ਕਹਿੰਦੇ ਜੇ ਤੂੰ ਹੋਲੀ ਖੇਡਣਾ ਚਾਹੁੰਦਾ ਹੈ
ਤਾਂ ਤੂੰ ਸੰਤਾਂ ਦੀ ਸੇਵਾ ਦੇ ਵਿੱਚ ਲੱਗ ਜਾ, ਸੰਗਤ ਦੀ ਸੇਵਾ ਕਰ, ਮਹਾਂਪੁਰਖ ਦੀ ਸੇਵਾ ਕਰ। ਜਦੋਂ ਸੰਗਤਾਂ ਦੀ ਸੇਵਾ ਕਰੇਗਾ ਤੈਨੂੰ ਫਿਰ ਇੱਕ ਰੰਗ ਲੱਗੇਗਾ, ਜਿਹੜਾ ਰੰਗ ਕਦੇ ਉਤਰੇਗਾ ਨਹੀਂ। ਰੰਗ ਲਾਗਾ ਅਤ ਲਾਲ ਦੇਵ, ਉਹ ਰੰਗ ਲਾਲ ਨਾਮ ਰੂਪੀ ਰੰਗ ਚੜ ਜਾਵੇਗਾ ਔਰ ਉਹ ਉਤਰੇਗਾ ਨਹੀਂ। ਪਤਾ ਲੱਗੇਗਾ ਕਿ ਵਾਕਈ ਤਾਂ ਕਿਸੇ ਮਹਾਂਪੁਰਖ ਦੀ ਸੰਗਤ ਕਰੀ ਹੈ, ਸੰਗਤਾਂ ਦੀ ਸੇਵਾ ਕਰੀ ਹੈ। ਧੰਨ ਧੰਨ ਸ੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਦੇ ਜਿਹੜੇ ਪਹਿਲੇ ਸਰੂਪ ਆ, ਆਪ ਜੀ ਨੇ ਦਰਸ਼ਨ ਕੀਤੇ ਹੋਣਗੇ, ਉਹ ਸਰੂਪਾਂ ਦੇ ਦਰਸ਼ਨ ਕਰ ਲਓ। ਪਤਾ ਲੱਗੇਗਾ ਕਿ ਰੰਗ ਲਾਗਾ ਅਤ ਲਾਲ ਦੇਵ। ਹਜ਼ੂਰ ਦਾ ਜਿਹੜਾ ਚਿਹਰਾ ਸੀ ਲਾਲ ਸੁਰਖ ਪਿਆ ਸੀ ਔਰ ਉਸ ਚਿਹਰੇ ਦੇ ਵਿੱਚ ਦਰਸ਼ਨ ਕਰਦਾ ਉਹਨੂੰ ਸ਼ਾਂਤੀ ਪ੍ਰਤੀਤ ਹੁੰਦੀ, ਆਨੰਦ ਪ੍ਰਤੀਤ ਹੁੰਦਾ ਉਸ ਚਿਹਰੇ ਦੇ ਵਿੱਚੋਂ। ਉਸ ਚਿਹਰੇ ਨੂੰ ਆਖਿਆ ਹੈ ਸਤਿਗੁਰਾਂ ਨੇ ਬਾਣੀ ਦੇ ਵਿੱਚ, ਕਵਨ ਬਨੀਰੀ ਤੇਰੀ ਲਾਲੀ, ਕਵਨ ਸੰਗ ਤੂੰ ਭਈ ਗੁਲਾਲੀ। ਇੱਕ ਸਿੱਖ ਦੂਸਰੇ ਸਿੱਖ ਨੂੰ ਪੁੱਛਦਾ ਕਿ ਇਹ ਸਿੱਖਾ ਤੇਰੇ ਤੇ ਇਹ ਜਿਹੜਾ ਰੂਪ ਚੜਿਆ, ਤੇਰੇ ਤੇ ਗੁਲਾਲ ਰੰਗ ਚੜਿਆ, ਇਹ ਕਿੱਥੋਂ ਪ੍ਰਾਪਤ ਹੋਇਆ? ਇਹ ਪ੍ਰਾਪਤੀ ਕਿੱਥੋਂ ਹੋਈ ਹੈ? ਕਵਨ ਬਨੀਰੀ ਤੇਰੀ ਲਾਲੀ, ਕਵਨ ਸੰਗ ਤੋਂ ਭਈ ਗੁਲਾਲੀ। ਕਿਹਦੀ ਸੰਗਤ ਕਰੀ ਕਿ ਜਿਹੜਾ ਤੇਰਾ ਚਿਹਰਾ ਵਾ ਉਹ ਲਾਲ ਹੋ ਗਿਆ, ਉਹਦੇ ਵਿੱਚੋਂ ਆਨੰਦ ਪ੍ਰਤੀਤ ਹੋ ਰਿਹਾ, ਉਹਦੇ 'ਚ ਕੋਈ ਵਾਸਨਾ ਨਹੀਂ ਝਲਕਦੀ। ਜਿਹੜੇ ਆ ਵੀਰ ਮਾਸ ਮਿੱਟੀ ਖਾਂਦੇ ਆ, ਸ਼ਰਾਬ ਪੀਂਦੇ ਆ, ਇਹ ਵੀ ਜਦੋਂ ਧੁੱਪੇ ਬਹਿੰਦੇ ਚਿਹਰੇ ਇਹਨਾਂ ਦੇ ਵੀ ਲਾਲ ਦਿਸਦੇ ਆ, ਪਰ ਜਿਉਂ-ਜਿਉਂ ਬੁੱਢੇ ਹੁੰਦੇ ਆ ਨਾ, ਫਿਰ ਬੁੱਢੇ ਹੁੰਦੇ ਆ, ਉਦੋਂ ਫਿਰ ਚਿਹਰੇ ਤੇ ਕਾਲਖ ਜੰਮ ਜਾਂਦੀ ਹੈ। ਕਾਲਖ ਜਿਹਨੂੰ ਮਹਾਰਾਜ ਨੇ ਬਾਣੀ 'ਚ ਲਿਖਿਆ, ਮੁਖ ਨਿੰਦਕ ਕੈ ਛਾਈ। ਨਿੰਦਿਆ ਕਰਨ ਵਾਲੇ ਦੇ, ਮਨਮੁਖ ਬੰਦੇ ਦੇ ਮੂੰਹ ਕਾਲਾ ਹੋ ਜਾਂਦਾ। ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਚਨ। ਔਰ ਜਿਉਂ-ਜਿਉਂ ਮਹਾਂਪੁਰਖ ਬੁੱਢਾ ਹੁੰਦਾ ਤਿਉਂ-ਤਿਉਂ ਉਹਦੇ ਚਿਹਰੇ ਦਾ ਰੰਗ ਲਾਲ ਹੁੰਦਾ ਜਾਂਦਾ। ਮਨਮੁਖ ਜਿਉਂ-ਜਿਉਂ ਬੁੱਢਾ ਹੁੰਦਾ ਤਿਉਂ-ਤਿਉਂ ਉਹਦੇ ਚਿਹਰੇ ਤੇ ਫਿਕਰ, ਚਿੰਤਾ ਦਾ ਪ੍ਰਤੀਕ, ਉਹਦੇ ਚਿਹਰੇ ਤੇ ਕਾਲਖ ਜੰਮ ਜਾਂਦੀ ਹੈ। ਕਾਲਖ ਜਿੰਨਾ ਮਰਜੀ ਰੰਗ ਗੋਰਾ ਹੋਵੇ, ਅਖੀਰ ਤੇ ਆ ਕੇ ਜਦੋਂ ਮਰਦਾ ਨਾ, ਉਦੋਂ ਦੇ ਚਿਹਰੇ ਤੇ ਕਾਲਖ ਜੰਮ ਜਾਂਦੀ ਹੈ। ਤਾਂ ਹੀ ਮਹਾਰਾਜ ਨੇ ਆਖਿਆ ਜੇ ਊਜਲਾ ਮੁਖ ਲੈ ਕੇ ਜਾਣਾ ਤਾਂ ਗੁਰੂ ਦੀ ਸੰਗਤ ਕਰ। ਕਵਨ ਬਰੀਰੀ ਤੇਰੀ ਲਾਲੀ, ਕਵਨ ਸੰਗ ਤੂੰ ਭਈ ਗੁਲਾਲੀ। ਤੁਮ ਹੀ ਸੁੰਦਰ ਤੁਮ ਹੈ ਸੁਹਾਗ, ਤੁਮ ਕਰ ਲਾਲਣ ਤੂੰ ਕਰ ਭਾਗ, ਤੂੰ ਸਤਵੰਤੀ ਤੂੰ ਪ੍ਰਧਾਨ। ਤੁਮ ਸੁਰਜਨ ਭਾਨੀ ਤੁਮ ਸੁਰ ਗਿਆਨ, ਤੁਮ ਸੁਰਜਨ ਭਾਨੀ ਕਰ ਰੰਗ ਗਲਾਲ। ਅੱਗੇ ਜਿਹੜੀ ਉੱਤਮ ਸਖੀ ਹੈ ਨਾ, ਜਿਹਦੇ ਚਿਹਰੇ ਤੇ ਉਹ ਪ੍ਰਕਾਸ਼ ਹੈ, ਜਿਹੜੇ ਚਿਹਰੇ ਤੇ ਉਹ ਲਾਲੀ ਹੈ, ਜਿਹੜੇ ਚਿਹਰੇ ਤੇ ਪ੍ਰਕਾਸ਼ ਹੋਇਆ ਹੋਇਆ ਠੰਡ ਪ੍ਰਤੀਤ ਹੁੰਦੀ ਹੈ ਕੋਲ ਬੈਠਣ ਵਾਲਿਆਂ ਨੂੰ, ਉਹ ਕਹਿੰਦੇ ਇਹ ਐਵੇਂ ਨਹੀਂ ਮਿਲੀ, ਇਹ ਮੈਂ ਕਿਸੇ ਮੁਰਸ਼ਦ ਨੂੰ ਖੁਸ਼ ਕਰਿਆ। ਉਸ ਮੁਰਸ਼ਦ ਦੀ ਖੁਸ਼ੀ ਵਿੱਚੋਂ ਜਦੋਂ ਉਹਨੇ ਮੈਨੂੰ ਪਿਆਰ ਨਾਲ ਦੇਖਿਆ, ਅੰਦਰੋਂ ਖੁਸ਼ ਹੋ ਕੇ ਦੇਖਿਆ, ਤਾਂ ਮੈਨੂੰ ਨਿਹਾਲ ਕਰ ਦਿੱਤਾ। ਕਹੋ ਨਾਨਕ ਸੁਭ ਦ੍ਰਿਸ਼ਟ ਨਿਹਾਲ। ਸਤਿਗੁਰਾਂ ਦਾ ਇਤਿਹਾਸ ਪੜ੍ਹੋ, ਭਾਵੇਂ ਤੁਸੀਂ ਸੂਰਜ ਪ੍ਰਕਾਸ਼ ਪੜ੍ਹ ਲਓ, ਭਾਵੇਂ ਤੁਸੀਂ ਤਵਾਰੇ ਗੁਰੂ ਖਾਲਸਾ ਪੜ੍ਹ ਲਓ। ਹਰ ਇੱਕ ਇਤਿਹਾਸ ਵਿੱਚ ਜਿਹਨੂੰ ਗੁਰੂ ਸਾਹਿਬ ਸਿੱਖ ਨੂੰ ਬਖਸ਼ਦੇ ਸੀ ਕੁਝ ਦਾਤਾਂ, ਉਹਨੂੰ ਕਹਿੰਦੇ ਸੀ ਸਿੱਖਾ ਨਿਹਾਲ ਨਿਹਾਲ ਨਿਹਾਲ। ਔਰ ਸਤਿਗੁਰੂ ਬਾਣੀ 'ਚ ਵੀ ਕਹਿੰਦੇ ਆ, ਨਾਨਕ ਨਦਰੀ ਨਦਰ ਨਿਹਾਲ। ਨਦਰਾਂ ਨਾਲ ਨਿਹਾਲ ਕਰ ਦਿੰਦੇ। ਸਤਿਪੁਰਖ ਨਾਮ ਜਪਣ ਵਾਲਿਆਂ ਦੀਆਂ ਬਰਕਤਾਂ ਨੇ। ਨਾਮ ਤੁਸੀਂ ਜਪਦੇ ਆ ਆਪਾਂ ਸਾਰੇ ਹੀ, ਮੈਂ ਵੀ ਤੁਸੀਂ ਵੀ, ਪਰ ਜਪਿਆ ਹੋਇਆ ਨਾਮ ਵਿਅਰਥ ਨਹੀਂ ਜਾਂਦਾ। ਜਿਹੜਾ ਇਹ ਜਨਮ ਜਮਾਂਗੇ ਗਾਹਾਂ ਵਾਲੇ ਜਨਮ 'ਚ ਮਿਲੇਗਾ। ਸਾਨੂੰ ਪੱਕਾ ਵਿਸ਼ਵਾਸ ਹੈ, ਕਿਸੇ ਨੂੰ ਵਿਸ਼ਵਾਸ ਹੋਵੇ ਨਾ ਹੋਵੇ, ਨਾ ਹੀ ਮੇਰਾ ਠੇਕਾ ਲਿਆ ਹੋਇਆ ਕਿ ਮੈਂ ਲੋਕਾਂ ਨੂੰ ਵਿਸ਼ਵਾਸ ਦਿਵਾਉਂਦਾ ਫਿਰਾਂ, ਪਰ ਇਹ ਵਿਸ਼ਵਾਸ ਹੈ ਕਿ ਜਿਹੜਾ ਇੱਥੇ ਨਾਮ ਜਪਦੇ, ਕਿਉਂਕਿ ਮੈਨੂੰ ਗੁਰਬਾਣੀ ਤੇ ਵਿਸ਼ਵਾਸ ਹੈ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ ਬਈ ਇਹ ਜੀਵ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਤੇਰੇ ਕਰਮ ਹੀ ਤੈਨੂੰ ਦੂਰ ਕਰਦੇ ਆ, ਤੇਰੇ ਕਰਮ ਹੀ ਤੈਨੂੰ ਨੇੜੇ ਕਰ ਦਿੰਦੇ ਆ। ਕਿਸੇ ਨੂੰ ਦੋਸ਼ ਨਾ ਦੇ ਵੀ ਫਲਾਣੇ ਕਰਕੇ ਮੈਂ ਦੂਰ ਹੋ ਗਿਆ, ਬਿਲਕੁਲ ਝੂਠ ਹੈ। ਤੇਰੇ ਕਰਮ ਨੇ, ਤੂੰ ਆਪਦੇ ਕਰਮ ਦੇਖ ਕੀ ਆ ਤੇਰੇ।
ਤੇਰੇ ਕਰਮ ਹੀ ਤੈਨੂੰ ਦੂਰ ਕਰਦੇ ਆ ਔਰ ਤੇਰੇ ਕਰਮ ਹੀ ਤੈਨੂੰ ਗੁਰੂ ਦੇ ਨੇੜੇ ਕਰ ਦਿੰਦੇ ਆ। ਔਰ ਉਹ ਸਤਿਗੁਰੂ ਜੀ ਕਹਿੰਦੇ ਜੇ ਤੂੰ ਲਾਲ ਰੰਗ ਚਾਹੁੰਦਾ ਹੈ, ਰੰਗ ਲਾਗਾ ਅਤ ਲਾਲ ਦੇਵ ਸੁਭ ਗੁਣ ਤੇਰੇ ਚ ਪੈਦਾ ਹੋ ਜਾਣ, ਤੇਰੇ ਚਿਹਰੇ ਦੇ ਵਿੱਚ ਲਾਲੀ ਆ ਜਾਵੇ ਔਰ ਚਿਹਰੇ ਤੇ ਪ੍ਰਕਾਸ਼ ਆ ਜਾਵੇ ਔਰ ਉਸ ਚਿਹਰੇ ਨੂੰ ਦੇਖ ਕੇ ਵਿਕਾਰ ਨਹੀਂ ਫੁਰਦੇ, ਮਨ ਸ਼ਾਂਤ ਹੋ ਜਾਂਦਾ ਹੈ। ਅਗਰ ਤੂੰ ਇਹ ਦ੍ਰਿਸ਼ਟੀ ਚਾਹੁੰਦਾ, ਅਗਰ ਤੂੰ ਇਹੋ ਜਿਹਾ ਆਪਣਾ ਸਰੀਰ ਚਾਹੁੰਦਾ ਹੈ ਤਾਂ ਯਾਦ ਕਰ ਤੂੰ ਇੱਕ ਕੰਮ ਕਰਨਾ, ਕਿਹੜੀ ਸੰਗਤਾਂ ਦੀ ਸੇਵਾ ਕਰਨੀ ਆ, ਮਹਾਂਪੁਰਖਾਂ ਦੀ ਸੰਗਤ ਕਰਨੀ ਆ। ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਸਮੇਂ ਦੇ ਹਿਸਾਬ ਨਾਲ ਗੁਰੂ ਸਾਹਿਬ ਨੇ ਆਪੋ ਤਾਰਿਆ, ਉਹ ਜੋਤ ਉਹੀ ਹੈ, ਜੋਤ ਉਹੀ ਹੈ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸਰੀਰ ਦੀ ਮਰਿਆਦਾ ਖਤਮ ਹੋ ਚੁੱਕੀ ਸੀ, ਸ਼ਬਦ ਦੀ ਮਰਿਆਦਾ ਗੁਰੂ ਗ੍ਰੰਥ ਸਾਹਿਬ 'ਚ ਸ਼ੁਰੂ ਹੋਈ। ਔਰ ਇਹ ਜੋਤ ਇੱਕ ਹੈ ਔਰ ਉਸ ਜੋਤ ਨੇ ਜਦੋਂ ਵੀ ਸਰੀਰ 'ਚ ਆਏ 239 ਸਾਲ ਰਹੇ ਆ ਸਰੀਰ 'ਚ ਮਹਾਰਾਜ। 1469 'ਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਵਤਾਰ ਧਾਰਿਆ, ਧੰਨ ਗੁਰੂ ਨਾਨਕ ਗਰੀਬ ਨਵਾਜ ਨੇ। 1708 ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰੀਰ ਕਰਕੇ ਇਹ ਸੰਸਾਰ ਨੂੰ ਸਰੀਰ ਕਰਕੇ ਓਲੇ ਹੋ ਗਏ। ਬੰਦਗੀ ਵਾਲਿਆਂ ਦੇ, ਭਾਵਨਾ ਵਾਲਿਆਂ ਦੇ ਹਜੇ ਵੀ ਨੇੜੇ ਹੈ। ਇਹ 239 ਸਾਲ ਸਰੀਰ ਕਰਕੇ ਗੁਰੂ ਰਿਹਾ। ਸਮੇਂ ਸਮੇਂ ਨਾਲ ਸਰੀਰ ਦੀ ਮਰਿਆਦਾ, ਸਮਾਜ ਦੀ ਮਰਿਆਦਾ ਬਦਲਣੀ ਪਈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਰਾ ਸਮਾਂ ਪੈਦਲ ਯਾਤਰਾ ਕਰਕੇ ਸਮੁੱਚੀ ਮਾਨਵਤਾ ਨੂੰ ਨਿਰੰਕਾਰ ਨਾਲ ਜੋੜਿਆ। ਸਮੇਂ ਦੀ ਚਾਲ ਨਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਘੋੜੇ ਦੀ ਸਵਾਰੀ ਕਰੀ। ਸਮੇਂ ਦੇ ਹਿਸਾਬ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਲਵਾਰਾਂ ਪਹਿਨੀਆਂ, 6ਵੇਂ ਪਾਤਸ਼ਾਹ ਨੇ 2 ਤਲਵਾਰਾਂ ਪਹਿਨੀਆਂ। ਔਰ ਇੱਥੇ ਹੋਲੀ ਨੂੰ ਵੀ ਮਹਾਰਾਜ ਨੇ ਇੱਕ ਰੰਗ ਦਿੱਤਾ। ਮਹਾਰਾਜ ਜੀ ਕਹਿੰਦੇ ਜਿਹੜੀ ਆਮ ਲੋਕਾਈ ਦੇ ਵਾਸਤੇ ਹੋਲੀ ਹੈ, ਪਰ ਸਿੱਖਾਂ ਵਾਸਤੇ ਹੋਲਾ ਹੈ। ਇਹ ਹੋਲਾ ਹੈ। ਨਾਲ ਇੱਕ ਸ਼ਬਦ ਜੋੜਿਆ ਮਹਾਰਾਜ ਨੇ, ਮਹੱਲਾ। ਹੋਲਾ ਮਹੱਲਾ। ਮਹਿਲਾ ਨੋ ਇਸਤਰੀ ਦਾ ਹੈ, ਮਹੱਲਾ ਨੋ ਮਰਦ ਦਾ ਹੈ। ਨੋਟ ਕਰਨੀ ਗੱਲ। ਇੱਥੇ ਔਰਤ ਨੂੰ ਵੀ ਇੱਕ ਅੱਬਲਾ ਤੋਂ ਮਹਾਰਾਜ ਨੇ ਇਹ ਬਣਾਤਾ ਕਿ ਤੂੰ ਕੌਰ ਹੈ। ਕੌਰ ਤੋਂ ਭਾਵ ਤੂੰ ਰਾਜਕੁਮਾਰ ਹੈ। ਔਰ ਕੌਰ ਵਿਦਵਾਨ ਕਹਿੰਦੇ ਇੱਕ ਐਸਾ ਪੰਛੀ ਵੀ ਹੈ ਜਿਹੜੇ ਸ਼ੇਰ ਦੀ ਯਾੜ ਦੇ ਵਿੱਚੋਂ ਮਾਸ ਚੱਕ ਲੈਂਦਾ, ਆਕਾਸ਼ 'ਚ ਉੱਡਦਾ ਹੋ। ਕੌਰ ਜਿਵੇਂ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਸਿੱਖ ਨੂੰ ਸਿੰਘ ਬਣਾਇਆ, ਭਾਵ ਸ਼ੇਰ ਬਣਾਇਆ, ਤਾਂ ਬੀਬੀ ਨੂੰ ਕੌਰ ਬਣਾਇਆ। ਔਰ ਵਿਦਵਾਨਾਂ ਦੇ ਕਥਨ ਅਨੁਸਾਰ ਜਿਹੜਾ ਕੌਰ ਇੱਕ ਪੰਛੀ ਹੈ ਜਿਹੜਾ ਆਕਾਸ਼ 'ਚ ਉੱਡਦਾ ਹੈ, ਜਦੋਂ ਉਹਨੂੰ ਭੁੱਖ ਲੱਗਦੀ ਹੈ, ਜਦੋਂ ਸ਼ੇਰ ਆਪਣਾ ਮਾਸ ਖਾ ਕੇ ਅਵਾਸੀ ਲੈਂਦਾ, ਉਹ ਇੰਨਾ ਫਰਤੀਲਾ ਕਿ ਉਹਦੀ ਜੜ 'ਚੋਂ ਮਾਸ ਕੱਢ ਲੈਂਦਾ। ਇੱਥੇ ਇਹ ਨਹੀਂ ਕਿ ਮਹਾਰਾਜ ਨੇ ਆਪਾਂ ਨੂੰ ਜਾਨਵਰ ਬਣਾਤਾ, ਨਹੀਂ। ਕਈ ਹੁਣ ਜਿਹੜੇ ਗੈਰ ਸਿੱਖ ਆ ਨਾ, ਉਹ ਹੱਸਦੇ ਕਹਿੰਦਾ ਜੀ ਜਾਨਵਰ ਵਾਲਾ ਨਹੀਂ ਹੈ। ਨਹੀਂ ਗੁਰਮੁਖੋ, ਉਹਦੇ ਗੁਣ ਪੈਦਾ ਕਰੇ ਆ। ਇਹ ਗੁਣਾਂ ਦੀ ਇੱਕ ਗੁਣ ਦਿੱਤੇ ਆਪਾਂ ਨੂੰ। ਇਹ ਸਿੰਬਲ ਤੋਂ ਭਾਵ ਇਹ ਨਹੀਂ ਹੈ ਵੀ ਜੋ ਆਪਾਂ ਨੂੰ ਸਟੇਟਸ ਦੇਤਾ, ਮਤਲਬ ਇਹ ਨਹੀਂ ਕਿ ਉਹ ਚੀਜ਼ ਆ, ਨਹੀਂ। ਉਹਦੇ 'ਚ ਗੁਣ ਬਖਸ਼ੇ ਆਪਾਂ ਨੂੰ ਮਹਾਰਾਜ ਨੇ। ਕਿਹੜੇ ਕਿਹੜੇ ਗੁਣ ਬਖਸ਼ੇ ਆ? ਐ ਬੀਬਾ, ਜੇ ਤੂੰ ਗੁਰੂ ਕਲਗੀਧਰ ਪਾਤਸ਼ਾਹ ਦਰਬਾਰ 'ਚ ਆਉਣੀ ਆ, ਤੂੰ ਇੰਨੀ ਫੁਰਤੀਲੀ ਚਾਹੀਦੀ ਆ ਕਿ ਤੂੰ ਸੇਵਾ ਦੇ ਵਿੱਚ ਵੀ ਤਤਪਰ ਰਹੇ ਤੇ ਸਿਮਰਨ ਵਿੱਚ ਵੀ ਤਤਪਰ ਰਹੇ। ਔਰ ਸਿੱਖਾ, ਜੇ ਤੂੰ ਗੁਰੂ ਦਰਬਾਰ 'ਚ ਆਉਣਾ, ਤੂੰ ਸਿੰਘ ਹੈ, ਤੂੰ ਸ਼ੇਰ ਹੈ, ਉਹ ਕਿਸੇ ਦੀ ਅਧੀਨਗੀ ਨਹੀਂ ਚੱਲਦਾ ਔਰ ਤੂੰ ਵੀ ਕਿਸੇ ਦੀ ਅਧੀਨਗੀ ਨਹੀਂ ਚੱਲਣੀ, ਭਾਣੇ ਵਿੱਚ ਰਹਿਣਾ। ਚੜ੍ਹਦੀ ਕਲਾ ਦਾ ਪ੍ਰਤੀਕ। ਹੁਣ ਮਹਾਰਾਜ ਜੀ ਨੇ ਜਦੋਂ ਪਹਿਲੀ ਗਰਾਂ ਹੋਲਾ ਮਹੱਲਾ ਬਣਾਇਆ, ਇਤਿਹਾਸ ਗਵਾਹ ਕਿ ਮਹਾਰਾਜ ਜੀ ਨੇ, ਕਿਉਂਕਿ ਉਦੋਂ ਜਿਹੜੀ ਹਿੰਦੁਸਤਾਨ ਦੀ ਲੋਕਾਈ ਸੀ, ਹਿੰਦੁਸਤਾਨ ਦੇ ਲੋਕ ਸੀ, ਉਹਨਾਂ ਦੇ ਵਿੱਚ ਮੌਤ ਦਾ ਡਰ ਹੁਣ ਵੀ ਹੈ, ਉਦੋਂ ਬਹੁਤ ਜ਼ਿਆਦਾ ਸੀ, ਹੁਣ ਵੀ ਹੈ। ਵੈਸੇ ਜ਼ੁਲਮ ਦੇ ਅੱਗੇ ਕਿ ਆਪਾਂ ਮੌਤ ਤੋਂ ਡਰਦਾ ਨਹੀਂ ਕੋਈ ਬੋਲਦਾ। ਉਸ ਮੌਤ ਦਾ ਡਰ ਕੱਢਣ ਵਾਸਤੇ ਮਹਾਰਾਜ ਨੇ ਖਾਲਸੇ ਨੂੰ ਜੰਗੀ ਜੌਹਰ ਵੀ ਸਿਖਾਏ, ਦਿਖਾਏ ਵੀ,
ਔਰ ਇਤਿਹਾਸ ਵਿੱਚ ਜ਼ਿਕਰ ਆਉਂਦਾ, ਕਈ ਵਾਰ ਮਹਾਰਾਜ ਜੀ ਨੇ ਕਹਿਣਾ ਬਈ ਉਹ ਕੜਾਹਾ ਕੜਾਹ ਦਾ ਪਿਆਵਾ ਵੀ ਆਪੋ ਆਪਦੀ ਲੋੜ ਅਨੁਸਾਰ ਲਾਓ ਸਾਰੇ। ਉਹਦਾ ਮਤਲਬ ਇਹ ਨਹੀਂ ਸੀ ਕਿ ਮਹਾਰਾਜ ਲੜਾਉਣਾ ਚਾਹੁੰਦੇ ਸੀ। ਫਿਰ ਦੋ ਟੋਲੀਆਂ ਮਹਾਰਾਜ ਨੇ ਬਣਾ ਲੈਣੀਆਂ ਖਾਲਸੇ ਦੀਆਂ, ਝੂਠੀ ਮੁੱਠੀ ਲੜਾਈ ਕਰਨੀ, ਜਿਹਨੂੰ ਗੱਤਕਾ ਟ੍ਰੇਨਿੰਗ ਅੱਜ ਵੀ ਆਪਾਂ ਕਰਦੇ ਆ। ਫਿਰ ਰੰਗ ਜਿਹੜੀ ਹੋਲੀ ਦਾ ਇੱਕ ਨਵਾਂ ਰੂਪ ਮਹਾਰਾਜ ਨੇ ਦਿੱਤਾ ਕਿ ਦੋਨਾਂ ਪਾਸਿਆਂ ਤੋਂ ਗੁਰੂ ਸਾਹਿਬ ਦੇ ਬਖਸ਼ੇ ਹੋਏ ਸਿੱਖ ਖਾਲਸਾ ਫੌਜ ਦੋ ਭਾਗਾਂ 'ਚ ਵੰਡੀ ਜਾਂਦੀ ਹੈ, ਇੱਕ ਦੂਜੇ ਰੰਗ ਮਾਰਦੇ, ਪਿਚਕਾਰੀਆਂ ਮਾਰਦੇ। ਉਹ ਇੱਕ ਹੁਲਾਰਾ ਦੇਣਾ ਸੀ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਆਪਣੇ ਆਪ ਨੂੰ ਹਮੇਸ਼ਾ ਖੁਸ਼ ਰੱਖਣਾ ਹੈ। ਖੁਸ਼ੀ ਦਾ ਪ੍ਰਤੀਕ ਹੈ। ਰੋਗੀ ਕਿਵੇਂ ਖੁਸ਼ ਹੋਵੇਗਾ, ਸੋਗੀ ਖੁਸ਼ ਕਿਵੇਂ ਹੋਵੇਗਾ, ਭੋਗੀ ਖੁਸ਼ ਕਿਵੇਂ ਹੋਵੇਗਾ? ਤਿੰਨ ਨੇ ਕਾਰਨ ਬੰਦੇ ਦੇ ਦੁਖੀ ਹੋਣ ਦੇ, ਰੋਗ, ਸੋਗ ਤੇ ਭੋਗ। ਉਸ ਅਨੁਸਾਰ ਇਨਸਾਨ ਆਪਣੇ ਮਨ ਪਾਉਂਦੇ ਭੋਗ ਭੋਜਨ ਕਰਦਾ, ਵਿਸੇ ਵਿਕਾਰ ਭੋਗਦਾ, ਜਿਸ ਕਰਕੇ ਰੋਗ ਲੱਗਦੇ ਆ। ਰੋਗਾਂ ਕਾਰਨ ਸੋਗ ਆਉਂਦਾ ਹੈ। ਔਰ ਇਹ ਤਿੰਨੇ ਕਾਰਨ ਕਰਕੇ ਇਨਸਾਨ ਖੁਸ਼ ਨਹੀਂ ਰਹਿੰਦਾ, ਖੇੜੇ 'ਚ ਨਹੀਂ ਰਹਿੰਦਾ। ਔਰ ਇਹਨਾਂ ਤਿੰਨਾਂ ਦਾ ਵਿਕਾਸ ਇਨਸਾਨ ਦਾ ਮਨ ਕਰਦਾ ਹੈ, ਭਾਵ ਮਨ ਤੇ ਕਾਬੂ ਨਹੀਂ ਹੈ। ਔਰ ਬ੍ਰਹਮ ਗਿਆਨੀ ਸਤਿਪੁਰਖ ਨਾਮ ਜਪ ਜਪ ਕੇ ਆਪਣੀ ਆਤਮਾ ਨੂੰ ਇੰਨੀ ਤਕੜੀ ਕਰ ਲੈਂਦਾ ਕਿ ਉਸ ਮਨ ਤੇ ਸਵਾਰ ਹੋ ਜਾਂਦੀ ਹੈ। ਆਪਣਾ ਜਿਹੜਾ ਮਨ ਹੈ ਉਹ ਆਤਮਾ ਤੇ ਸਵਾਰ ਹੈ। ਮਨ ਕਹਿੰਦਾ ਹੈ ਕਿ ਉੱਥੇ ਨਹੀਂ ਜਾਣਾ, ਆਪਾਂ ਮਗਰ ਮੰਨ ਲੈਂਦੇ ਆ, ਪਰ ਆਤਮਾ ਕਹਿੰਦੀ ਹੈ ਨਹੀਂ, ਜਿਸ ਥਾਂ ਤੇ ਜਿਸ ਸ਼ਖਸ ਕੋਲੇ ਬਹਿ ਕੇ ਆਪਣਾ ਫਾਇਦਾ ਹੁੰਦਾ ਉੱਥੇ ਆਪਾਂ ਨੂੰ ਜਾਣਾ ਚਾਹੀਦਾ ਹੈ। ਆਤਮਾ ਕਹਿੰਦੀ ਹੈ, ਪਰ ਮਨ ਆਤਮਾ ਦੀ ਆਵਾਜ਼ ਦੱਬ ਦਿੰਦਾ, ਕਿਉਂਕਿ ਮਨ ਆਪ ਹੀ ਵਕੀਲ, ਆਪ ਹੀ ਜੱਜ ਹੈ। ਮਨ ਆਤਮਾ ਕਹਿੰਦੀ ਹੈ ਕਿ ਸੰਗਤ ਵਿੱਚ ਜਾ, ਸਿਮਰਨ ਕਰ, ਸੇਵਾ ਕਰ, ਤੇਰਾ ਭਾਅ ਖੁੱਲਣਗੇ। ਮਨ ਕਹਿੰਦਾ ਛੱਡ ਪਰੇ ਯਾਰ, ਲੋਕ ਮੈਨੂੰ ਕੀ ਕਹਿਣਗੇ, ਇਹ ਗੁਰਦੁਆਰੇ ਜਾਂਦਾ, ਲੋਕ ਮੈਨੂੰ ਕੀ ਕਹਿਣਗੇ, ਇਹ ਉੱਥੇ ਜਾਂਦਾ। ਮਨ ਆਪ ਹੀ ਜੱਜ ਹੈ, ਆਪ ਹੀ ਵਕੀਲ ਹੈ। ਗੁਰਮੁਖ ਮਨ ਦੀ ਨਹੀਂ ਸੁਣਦਾ, ਇਹੀ ਤਾਂ ਮਨ ਮਤ ਹੈ। ਗੁਰਮੁਖ ਗੁਰੂ ਦੀ ਸੁਣਦਾ ਹੈ। ਗੁਰੂ ਕਹਿੰਦਾ ਹੈ ਕਿ ਸੰਗਤ ਕਰ, ਗੁਰੂ ਕਹਿੰਦਾ ਕਿ ਸਿਮਰਨ ਕਰ, ਗੁਰੂ ਕਹਿੰਦਾ ਕਿ ਅੰਮ੍ਰਿਤ ਵੇਲੇ ਉੱਠ, ਗੁਰੂ ਕਹਿੰਦਾ ਕਿ ਨਿੰਦਿਆ ਨਾ ਕਰ, ਗੁਰੂ ਕਹਿੰਦਾ ਤੂੰ ਨਿਰੰਕਾਰ ਵਿੱਚ ਭੇਦ ਹੋਣਾ, ਤੇਰੀ ਡਿਊਟੀ ਹੈ ਕਿ ਗੁਰੂ ਵਿੱਚ ਵਿਚੋਲਾ, ਆਪਣੇ ਗੁਰੂ ਹੀ ਪਰਮੇਸ਼ਰ ਹੈ। ਗੁਰ ਪਰਮੇਸ਼ਰ ਪੂਜੀਏ, ਮਨ ਤਨ ਲਾਏ ਪਿਆਰ। ਗੁਰੂ ਦੀ ਡਿਊਟੀ ਹੈ। ਗੁਰੂ ਸਮਝਾ ਰਿਹਾ ਪਰ ਮਨ ਨਹੀਂ ਸਮਝ ਰਿਹਾ। ਤਾਂ ਹੀ ਪੰਜਵੇਂ ਪਾਤਸ਼ਾਹ ਨੂੰ ਲਿਖਣਾ ਪਿਆ, ਰੇ ਮਨ ਤਿਨ ਕੀ ਓਟ ਲੈ, ਮਨ ਤਨ ਆਪਣਾ ਤਿਨ ਜਨ ਦੇਹ। ਕਹਿੰਦੇ ਤੂੰ ਉਹਨਾਂ ਦੀ ਓਟ ਲੈ ਲਾ, ਉਹਨਾਂ ਦਾ ਆਸਰਾ ਲੈ ਲਾ, ਉਹਨਾਂ ਦੀ ਸਿੱਖਿਆ ਲੈ ਲਾ। ਕਿੰਨਾਂ ਦੀ? ਸ਼ਰਾਬੀਆਂ ਦੀ ਲੈਣੀ ਹੈ, ਜੂਏ ਖੇਡਣ ਵਾਲਿਆਂ ਦੀ ਲੈਣੀ ਹੈ ਸਿੱਖਿਆ। ਸਿੱਖਿਆ ਕਿਹਦੀ ਲੈਣੀ ਹੈ? ਸਿੱਖਿਆ ਉਹਨਾਂ ਦੀ ਲੈਣੀ ਹੈ ਜੋ ਕਹਿੰਦੇ ਆ ਕਿ ਨਾਮ ਨਹੀਂ ਜਪਣੇ ਦਾ ਤੋਤਾ ਰਟਣਾ ਹੈ। ਸਿੱਖਿਆ ਉਹਨਾਂ ਦੀ ਲੈਣੀ ਹੈ ਜਿਹੜੇ ਕਹਿੰਦੇ ਆ ਵੀ ਸਾਧੂ ਕੋਈ ਹੈ ਹੀ ਨਹੀਂ। ਗੁਰਬਾਣੀ ਕਮਾਲ ਦੀ ਗੱਲ ਹੈ। ਗੁਰਬਾਣੀ ਨੂੰ ਮੰਨਣ ਵਾਲੇ ਕਹਿ ਰਿਹਾ ਕਿ ਸਾਧੂ ਕੋਈ ਹੈ ਨਹੀਂ, ਗੁਰਬਾਣੀ ਕਹਿ ਰਹੀ ਹੈ ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਉਹ ਕਹਿੰਦੇ ਨਾਮ ਵੀ ਰਹੂ, ਰਹਿੰਦੀ ਦੁਨੀਆ ਤੱਕ ਸਾਧੂ ਵੀ ਰਹੂ। ਬੜਾ ਅਫਸੋਸ ਹੁੰਦਾ ਜਦੋਂ ਬਾਣੀ ਪੜ੍ਹਨ ਵਾਲਾ, ਮਹਾਂਪੁਰਖਾਂ ਦੀ ਸੰਗਤ ਕਰਨ ਵਾਲਾ ਕਹਿੰਦਾ ਜੀ ਹੁਣ ਬਾਬਾ ਜੀ ਤੋਂ ਬਾਅਦ ਕੋਈ ਸੰਤ ਨਹੀਂ ਹੋਣੀ। ਬੜਾ ਦੁੱਖ ਲੱਗਦਾ ਹੈ ਬਈ ਇਹਨਾਂ ਦੀ ਸੰਗਤ ਹੀ ਨਹੀਂ ਕਰੀ ਯਾਰ। ਸਤਿਗੁਰ ਸੱਚੇ ਪਾਤਸ਼ਾਹ ਦਾ ਫਰਮਾਨ ਹੈ ਕਿ ਨਾਮ ਰਹਿਓ, ਸਾਧੂ ਰਹਿਓ। ਤੇ ਨਹੀਂ ਆਖਿਆ ਸਾਧੂ ਰਹਿ ਗਏ। ਉਹ ਕਹਿੰਦੇ ਰਹਿੰਦੀ ਦੁਨੀਆ ਤੱਕ ਰਹਿਣਗੇ। ਮੈਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਮੰਨਾਂ ਕਿ ਤੁਹਾਡੀ ਮੰਨਾਂ? ਮੈਂ ਕਿਉਂ ਮੰਨਾਂ? ਮੈਂ ਤਾਂ ਗੁਰੂ ਦੀ ਮੰਨਾਂਗਾ। ਸਤਿਗੁਰੂ ਜੀ ਕਹਿੰਦੇ ਕਿਹਦਾ ਓਟ ਆਸਰਾ ਲੈ? ਜਿਨ ਜਨ ਆਪਣਾ ਪ੍ਰਭੂ ਪਛਾਤਾ। ਜਿਹਨੇ ਜਨ ਕਹਿੰਦੇ ਆ ਆਦਮੀ ਨੂੰ, ਜਿਹਨੇ ਉਸ ਵਾਹਿਗੁਰੂ ਨੂੰ ਪਹਿਚਾਣ ਲਿਆ। ਵਾਹਿਗੁਰੂ ਨੂੰ ਪਛਾਣਨਾ ਕੀ ਹੈ? ਉਹਦੇ ਹੁਕਮ ਤੇ ਚੱਲਣਾ। ਬਹੁਤ ਹੀ ਸਨਮਾਨਯੋਗ ਮੇਰੇ ਬਾਬਾ ਜੀ, ਬਾਬਾ ਗੁਰਚਰਨ ਸਿੰਘ ਜੀ ਰੌਲੀਏ ਤਾਂ ਆਪਣੇ ਪਰਿਵਾਰ ਦੇ ਮੈਂਬਰ ਹੈ। ਇਹਨਾਂ ਤਾਂ ਬੜੇ ਪਿਆਰ, ਇਸ ਸਥਾਨ ਨਾਲ ਵੀ ਪਿਆਰ ਹੈ, ਦਾਸ ਨਾਲ ਵੀ ਪਿਆਰ ਹੈ। ਆਏ ਨੇ, ਧੰਨਵਾਦ ਜੀ ਆਇਆਂ ਨੂੰ, ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ। ਸੋ ਸਤਿਗੁਰੂ ਜੀ ਕਹਿੰਦੇ ਵੀ ਉਹਨਾਂ ਦੀ ਓਟ ਲੈ ਜਿਹੜੇ ਉਸ ਵਾਹਿਗੁਰੂ ਦੇ ਹੁਕਮ ਨੂੰ ਪਛਾਣਦੇ ਆ। ਫਿਰ ਉਹਨਾਂ ਕੋਲੇ ਹੈ ਕੀ? ਕਹਿੰਦੇ ਉਹਨਾਂ ਕੋਲੇ ਬਹੁਤ ਕੁਛ ਆ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕ ਕਾ ਦਾਤਾ। ਕਹਿੰਦੇ ਉਹ ਜਿਹੜਾ ਮਨੁੱਖ ਹੈ ਨਾ, ਉਹ ਸਾਰੀਆਂ ਵਸਤੂਆਂ ਦਾ ਮਾਲਕ ਹੈ, ਦਾਤਾ ਵਾ, ਦੇ ਸਕਦਾ।
ਉਹਨਾਂ ਕੋਲੇ ਰੋਗੀ ਆਉਂਦਾ ਤੰਦਰੁਸਤ ਹੋ ਕੇ ਜਾਂਦਾ, ਉਹਨਾਂ ਕੋਲੇ ਜਿਹਦਾ ਕੋਈ ਕਾਰਜ ਖੜਾ ਉਹ ਆਉਂਦਾ, ਉਹ ਜੁਗਤੀ ਦੱਸਦੇ ਆ। ਮਹਾਂਪੁਰਖ ਆਪ ਨਿਰੰਕਾਰ ਵਿੱਚ ਅਭੇਦ ਹੋਏ ਸਤਿਪੁਰਖ ਧੰਨ ਧੰਨ ਸ੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲੇ ਮਹਾਂਪੁਰਖ ਆਪ ਜੁਗਤੀਆਂ ਦੱਸ ਕੇ ਨਿਰੰਕਾਰ ਨਾਲ ਜੋੜ ਦਿੰਦੇ ਆ। ਪਰ ਇੱਕ ਦਿਨ ਸਮਾਂ ਐਸਾ ਆਉਂਦਾ, ਐਸੀ ਅਵਸਥਾ ਉੱਚੀ ਬਣ ਜਾਂਦੀ ਹੈ ਕਿ ਉਹਨਾਂ ਦੇ ਦਰਸ਼ਨ ਕਰਕੇ ਹੀ ਕਾਰਜ ਸਿੱਧ ਹੋਣੇ ਸ਼ੁਰੂ ਹੋ ਜਾਂਦੇ ਆ। ਜਿਹਨੂੰ ਆਖਿਆ ਹੈ ਸਾਧ ਕੇ ਸੰਗ ਨਾਹੀ ਕੁਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਉਹ ਸਮਾਂ ਦਾਸ ਨੇ ਦੇਖਿਆ ਜਦੋਂ ਹਜੂਰ ਪੰਡਾਲ ਚ ਆਉਂਦੇ ਸੀ। ਇੱਕ ਵਾਰ ਮੈਂ ਤੇ ਸਾਡਾ ਲੱਖਾ ਰਜਿੰਦਰ ਸਿੰਘ ਅਸੀਂ ਗਏ ਉੱਥੇ ਟੈਪੀ। ਇਹਦੇ ਮਨ ਚ ਫੁਰਨਾ ਬਣਾ, ਬਾਬਾ ਜੀ ਨੇ ਮੇਰੇ ਵੱਲ ਦੇਖਿਆ ਹੀ ਨਹੀਂ। ਬਾਬਾ ਜੀ ਟੈਪੀ ਆਉਣ ਸਾਰੀ ਦ੍ਰਿਸ਼ਟੀ ਇਹਦੇ ਵੱਲ ਪਾਈ, ਆ ਕੇ ਮੈਨੂੰ ਕਹਿੰਦਾ ਜੀ ਅੱਜ ਬਾਬਾ ਜੀ ਨੇ ਮੇਰੇ ਤੇ ਦ੍ਰਿਸ਼ਟੀ ਪਾਈ। ਭਾਵ ਉਹ ਹਜੇ ਮਨ ਚ ਜੋ ਬੰਦਾ ਫੁਰਨਾ ਬਣਾਉਂਦਾ ਕਿ ਮੇਰੇ ਵੱਲ ਬਾਬਾ ਜੀ ਦੇਖਣ, ਜਾਂ ਮੇਰੇ ਵੱਲ ਬਾਬਾ ਜੀ ਦ੍ਰਿਸ਼ਟੀ ਪਾਉਣ, ਜਾਂ ਮੈਨੂੰ ਕੋਈ ਬਚਨ ਕਰਨ, ਕੋਈ ਫੁਰਨਾ ਬਣਾਵੇ ਇਹਨੇ ਵੀ ਹਰ ਰੋਜ਼ ਫੁਰਨੇ ਹੀ ਬਣਾਈ ਜਾਣੇ ਆ। ਪਰਖਣਾ ਇੱਕ ਵਾਰ ਆ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਬਚਨ ਕਰਿਆ ਕਰਦੇ ਕਿ ਪਾਣੀ ਪੀਓ ਸਾਣ ਕੇ, ਜਿਵੇਂ ਅੱਜ ਆਪਾਂ ਫਿਲਟਰ ਦਾ ਪੀਂਦੇ ਆ, ਪਾਣੀ ਪੀਓ ਸਾਣ ਕੇ, ਗੁਰੂ ਕਰੋ ਜਾਣ ਕੇ, ਦੁੱਧ ਪੀਓ ਕਾੜ ਕੇ ਤੇ ਚੇਲਾ ਰੱਖੋ ਤਾੜ ਕੇ। ਕਹਿੰਦੇ ਦੁੱਧ ਜੇ ਕਾੜ ਕੇ ਪੀਵਾਂਗੇ ਉਹਦੇ ਚ ਬਹੁਤ એનર્ਜੀ ਹੋਵੇਗੀ। ਕਹਿੰਦੇ ਚੇਲਾ ਰੱਖੋ ਤਾੜ ਕੇ, ਚੇਲੇ ਨੂੰ ਘੂਰ ਕੇ ਰੱਖੋ, ਉਹਨੂੰ ਵਰਜੋ। ਜਿਹੜਾ ਅੰਦਰੋਂ ਪਿਆਰ ਕਰੇਗਾ ਟੁੱਟੇਗਾ ਨਹੀਂ, ਜਿਹੜਾ ਵਿਖਾਵੇ ਦਾ ਹੋਵੇਗਾ ਟੁੱਟ ਜਾਵੇਗਾ। ਉਹਨਾਂ ਦੀ ਲੋੜ ਵੀ ਨਹੀਂ ਹੈ। ਜਿਹਨੇ ਜੀਵਨ ਨਹੀਂ ਸੁਧਾਰਨਾ ਉਹਦੀ ਕਾਹਦੀ ਲੋੜ ਆ ਯਾਰ। ਜਿਨ੍ਹਾਂ ਨੇ ਜੀਵਨ ਨਹੀਂ ਸੁਧਾਰਨਾ ਆਪਦਾ, ਮਹਾਂਪੁਰਖਾਂ ਨੂੰ ਪਿੱਛੇ ਨੂੰ ਖਿੱਚਦੇ ਆ, ਉਹਨਾਂ ਦੀ ਲੋੜ ਨਹੀਂ ਹੈ। ਔਰ ਜਿਹੜਾ ਅੰਦਰੋਂ ਜੁੜਿਆ ਹੋਵੇਗਾ ਉਹਨੂੰ ਜੇ ਸਤਿਪੁਰ ਕੋਈ ਘੂਰੇਗਾ ਵੀ ਉਹ ਚ ਕਹੇਗਾ ਮੇਰਾ ਭਲਾ ਵਾ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਕਹਿੰਦੇ ਚੇਲਾ ਰੱਖੋ ਤਾੜ ਕੇ। ਪਰ ਜਾਣਨਾ ਹੈ ਆਪਾਂ ਸਤਿਪੁਰਖ ਨੂੰ ਪਰਖਦੇ ਆ। ਜਦੋਂ ਸਤਿਪੁਰਖ ਪਰਖਦਾ ਨਾ ਫਿਰ ਆਪਾਂ ਤੋਂ ਪਰਖ ਚ ਪੂਰਾ ਨਹੀਂ ਉਤਰਿਆ ਜਾਂਦਾ। ਮਨ ਦਾ ਫੁਰਨਾ ਕਹਿੰਦੇ ਫਿਰ ਉਹ ਸ੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲੇ ਉਸ ਅਵਸਥਾ ਦੇ ਮਾਲਕ ਸੀ ਵੀ ਜਦੋਂ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਫੁਰਨਾ ਲੈ ਕੇ ਆਉਂਦਾ ਸੀ, ਫੁਰਨੇ ਵੀ ਪੂਰੇ ਕਰਦੇ ਸੀ, ਕਿਉਂਕਿ ਅਵਸਥਾ ਇੰਨੀ ਉੱਚੀ ਹੋ ਗਈ ਸੀ, ਬ੍ਰਹਮ ਚ ਲਿਵਲੀਨ ਹੋ ਗਏ। ਇਹਨੂੰ ਆਖਿਆ ਸਾਧ ਕੇ ਸੰਗ ਨਾਹੀ ਕੁਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਮੈਂ ਸਮਾਂ ਬਹੁਤ ਲਾ ਗਿਆ, ਸਮਾਪਤੀ ਕਰੀਏ। ਸਤਿਗੁਰੂ ਜੀ ਕਿਰਪਾ ਕਰਨ। ਸਮਾਪਤੀ ਤੋਂ ਬਾਅਦ ਮੈਂ ਬਾਬਾ ਜੀ ਨੂੰ ਕਰਾਂਗਾ ਕੋਈ ਧੰਨਵਾਦ ਕਰਨਗੇ ਸੰਗਤ ਦਾ। ਸਤਿਗੁਰ ਸੱਚੇ ਪਾਤਸ਼ਾਹ ਨੇ ਬਾਰ-ਬਾਰ ਆਪਾਂ ਨੂੰ ਇਹ ਗੱਲ ਸਮਝਾਉਣੀ ਕੀਤੀ ਆ, ਸੋ ਜਨ ਸਰਬ ਥੋਕ ਕਾ ਦਾਤਾ, ਤਿਸ ਕੀ ਸਰਨ ਸਰਬ ਸੁਖ ਪਾਵੈ, ਤਿਸ ਕੈ ਦਰਸ ਸਭ ਪਾਪ ਮਿਟਾਵੈ। ਕਹਿੰਦੀ ਉਹਦੇ ਜੇ ਸਰਨ ਵਿੱਚ ਰਹੇਗਾ ਨਾ, ਸਰਨ ਚ ਕੋਲੇ ਰਹਿਣਾ ਨਹੀਂ ਹੈ, ਸਰਨ ਚਾ ਉਹਦੇ ਬਚਨਾਂ ਤੇ ਚੱਲਣਾ। ਸੰਗਤ ਚ ਐਸੇ ਗੁਰਮੁਖ ਵੀ ਬੈਠੇ ਆ ਜੋ ਕਿ ਜੇ ਕਿਸ ਸਵਾ ਲੱਖ ਮੂਲ ਮੰਤਰ ਦਾ ਜਾਪ ਕਈ ਵਾਰ ਕਰ ਚੁੱਕੇ ਆ, ਕਈ ਵਾਰ। ਉਹਨਾਂ ਨੂੰ ਆਨੰਦ ਹੀ ਇੰਨਾ ਆਉਂਦਾ, ਉਹ ਕਹਿੰਦੇ ਦੁਬਾਰਾ ਸ਼ੁਰੂ ਕਰ ਦੇ। ਮੈਂ ਕਰ ਦੋ, ਕਿਉਂਕਿ ਬਚਨਾਂ ਦੇ ਵਿੱਚ ਹੀ ਤਾਕਤ ਹੈ ਔਰ ਸਿਮਰਨ ਵਿੱਚ ਹੀ ਬਰਕਤ ਹੈ। ਨਿਤਨੇਮ ਟੁੱਟਦਾ ਕਦੋਂ ਆ? ਉਦੋਂ ਟੁੱਟਦਾ ਜਦੋਂ ਆਪਾਂ ਜਿਹਨੇ ਨਿਤਨੇਮ ਕਰਨ ਲਾਇਆ ਹੋਵੇ ਉਹਦੇ 'ਚ ਦੋਸ਼ ਦੇਖਣ ਲੱਗ ਜਾਈਏ, ਉਹ 'ਚ ਔਗਣ ਦੇਖਣ ਲੱਗ ਜਾਈਏ। ਜਿਹਨੇ ਨਿਤਨੇਮ ਤੇ ਲਾਇਆ ਹੋਵੇ ਨਾ ਵੀ ਕਾਕਾ ਤੂੰ ਬਾਣੀ ਪੜ੍ਹ, ਉਹਦੇ ਹੀ ਔਗਣ ਦੇਖਣ ਲੱਗ ਜੇ, ਨਿਤਨੇਮ ਨਹੀਂ ਹੋਵੇਗਾ, ਕਿਉਂਕਿ ਗੁਰੂ ਨੂੰ ਪਾਉਂਦਾ ਨਹੀਂ ਉਹ। ਜਿਹੜਾ ਜੋੜਦਾ ਉਹਦੇ ਔਗਣ ਦੇਖੇਗਾ ਤੂੰ ਕਿਵੇਂ ਨਿਤਨੇਮ ਕਰ ਲੇਗਾ, ਗੁਰੂ ਦੀ ਖੁਸ਼ੀ ਕਿਵੇਂ ਪ੍ਰਾਪਤ ਕਰ ਲੇਗਾ, ਤੂੰ ਨਹੀਂ ਕਰ ਸਕਦਾ। ਇਸੇ ਲਈ ਜਿਸ ਵੀ ਗੁਰਮੁਖ ਪਿਆਰੇ ਨੇ, ਕਿਉਂਕਿ ਸਤਿਗੁਰਾਂ ਨੇ ਖਾਲਸੇ ਨੂੰ ਆਪਣਾ ਰੂਪ ਦਿੱਤਾ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਗਏ ਗੁਰਸਿੱਖਾਂ ਦੇ ਵਿੱਚ ਸਤਿਗੁਰ ਵਰਤੈ। ਕਹਿੰਦੇ ਜਦੋਂ ਮੈਂ ਵਰਤਣਾ ਗੁਰਸਿੱਖਾਂ 'ਚ ਵਰਤਣਾ। ਜਿਹੜੇ ਵੀ ਗੁਰਸਿੱਖ ਨੇ ਤੁਹਾਨੂੰ ਬਾਣੀ ਨਾਲ ਜੋੜਤਾ, ਨਿਤਨੇਮ ਦਸਤਾ ਹੋ ਹੀ ਜਾਵੇਗਾ। ਜਿਸਨੇ ਤੁਸੀਂ ਉਹਦੇ 'ਚ ਦੋਸ਼ ਦੇਖ ਲਿਆ, ਕੋਈ ਔਗਣ ਦੇਖ ਲਿਆ, ਨਿਤਨੇਮ ਉਸ ਦਿਨ ਨਹੀਂ ਹੋਣਾ, ਘਟਣਾ ਸ਼ੁਰੂ ਹੋ ਜਾਵੇਗਾ। ਇਹ ਦੋਸ਼ ਨਹੀਂ ਦੇਖਣੇ, ਦੋਸ਼ ਆਪਣੇ 'ਚ ਦੇਖਣੇ ਆ। ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣਿਆ। ਸਭ ਤੋਂ ਕਬੀਰ ਸਾਹਿਬ ਕਹਿੰਦੇ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਕਹਿੰਦੇ ਸਾਰਿਆਂ ਤੇ ਬੁਰੇ ਅਸੀਂ ਆ, ਮੇਰੇ ਤੋਂ ਸਾਰੇ ਚੰਗੇ ਆ, ਪਰ ਜਿਹਨੇ ਇਸ ਗੱਲ ਨੂੰ ਬੁੱਝ ਲਿਆ ਕਹਿੰਦੇ ਮੇਰਾ ਮਿੱਤਰ ਹੈ, ਮੇਰਾ ਪਿਆਰਾ ਹੈ। ਸੋ ਉਹਦੇ ਦਰਸ ਕਰਕੇ ਵੀ ਸਾਰੇ ਪਾਪ ਮਿਟ ਜਾਂਦੇ ਐ। ਆਵਨ ਜਾਨ ਨਾ ਹੋਵੀ ਤੇਰਾ,
ਆਉਣਾ ਜਾਣਾ ਮੁੱਕ ਜਾਂਦਾ। ਸਭ ਤੋਂ ਵੱਡਾ ਦੁੱਖ ਆ ਜਨਮ ਤੇ ਮਰਨ ਦਾ, ਪਰ ਇਨਸਾਨ ਨੂੰ ਨਾ ਜਨਮ ਦੇ ਦੁੱਖ ਦਾ ਪਤਾ ਤੇ ਮਰਨ ਦੇ ਦੁੱਖ ਦਾ ਨਹੀਂ ਪਤਾ, ਡਰ ਨਹੀਂ ਲੱਗਦਾ, ਜਿਸ ਕਰਕੇ ਇਨਸਾਨ ਪਾਪ ਕਰਦਾ। ਜਿਹੜਾ ਬ੍ਰਹਮ ਗਿਆਨੀ ਹੈ, ਜਿਹੜਾ ਸਤਿਪੁਰਖ ਹੈ, ਜਿਹਨੇ ਬ੍ਰਹਮ ਗਿਆਨੀ ਬਣਨਾ ਆਉਣ ਵਾਲੇ ਸਮੇਂ 'ਚ, ਜਾਂ ਜਿਹਨੂੰ ਗੁਰੂ ਨੇ ਕੁਝ ਦੇਣਾ, ਉਹਨੂੰ ਇਸ ਗੱਲ ਦਾ ਡਰ ਲੱਗਦਾ। ਉਹਨੂੰ ਗੁਰੂ ਦਿਖਾ ਦਿੰਦਾ ਕਿ ਤੂੰ ਜਨਮ ਵੇਲੇ ਇੰਨਾ ਔਖਾ ਹੋਇਆ ਸੀ, ਜਦੋਂ ਤੇਰਾ ਜਨਮ ਹੋਇਆ ਸੀ। ਆਪਾਂ ਸਾਰੇ ਭੁੱਲੇ ਹੋਏ ਆ ਕਿ ਜਨਮ ਜਦੋਂ ਆਪਣਾ ਸੀ, ਆਪਣਾ ਕਿੰਨੇ ਔਖੇ ਹੋਏ ਸੀ ਆਪਾਂ। ਸਭ ਤੋਂ ਵੱਡਾ ਜਨਮ ਦਾ ਦੁੱਖ ਹੈ, ਉਹ ਤੋਂ ਵੱਡਾ ਮਰਨ ਦਾ ਦੁੱਖ ਹੈ। ਜਨਮ ਮਰਨ ਕੇ ਦੁੱਖ ਘਨੇਰੇ ਬਹੁਤ ਵੱਡੇ ਦੁੱਖ ਨੇ ਇਹ, ਪਰ ਜਦੋਂ ਗੁਰੂ ਦੀ ਸ਼ਰਨ ਵਿੱਚ ਇਨਸਾਨ ਆਉਂਦਾ ਹੈ, ਮਹਾਰਾਜ ਜੀ ਕਹਿੰਦੇ ਆਵਣ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ। ਕਹਿੰਦੇ ਉਹਦੇ ਪੈਰ ਪੂਜਣ ਚਾਹੀਦੇ, ਆਪਾਂ ਡਾਂਗ ਚੱਕ ਲੈਂਦੇ ਆਂ, ਨਹੀਂ ਮੱਥਾ ਨਹੀਂ ਟੇਕਣਾ ਜੀ ਆਪਾਂ। ਸਤਿਗੁਰ ਕੀ ਕਹਿੰਦੇ ਆ? ਅਫਸੋਸ ਹੀ ਇੱਥੇ ਆਉਂਦਾ ਨਾ, ਕੋਈ ਵੀ ਸਤਿਪੁਰਖ ਨਹੀਂ ਚਾਹੁੰਦਾ ਕਿ ਮੇਰੇ ਕੋਈ ਪੈਰੀਂ ਹੱਥ ਲਾਵੇ। ਉਹਨਾਂ ਦੇ ਮਨ 'ਚ ਨਹੀਂ ਹੁੰਦੀ ਗੱਲ ਇਹ, ਉਹ ਨਾ ਜੇ ਚਾਹੁੰਦਾ ਉਹ ਸਤਿਪੁਰਖ ਨਹੀਂ ਹੈ। ਜੇ ਉਹਦੇ ਮਨ 'ਚ ਇਹ ਹੈ ਕਿ ਲੋਕ ਮੇਰੇ ਪੈਰੀਂ ਹੱਥ ਲਾਉਣ, ਉਹ ਮਹਾਂਪੁਰਖ ਨਹੀਂ ਹੈ। ਔਰ ਜਿਹੜਾ ਮਹਾਂਪੁਰਖ ਆ ਉਹ ਨਹੀਂ ਚਾਹੁੰਦਾ ਕਿ ਮੇਰੇ ਕੋਈ ਪੈਰੀਂ ਹੱਥ ਲਾਵੇ। ਜੇ ਕੋਈ ਲਾਉਂਦਾ ਤਾਂ ਉਹ ਘੂਰਦੇ ਐ। ਸੋ ਆਓ ਸਤਿਗੁਰੂ ਜੀ ਕਿਰਪਾ ਕਰਨ, ਦਾਸ ਖਿਮਾ ਦਾ ਜਾਚਕ ਹੈ, ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਹੋਲਾ ਮਹੱਲਾ ਖੇਡਦੇ ਸੀ ਨਾ, ਭਾਈ ਸਾਹਿਬ ਭਾਈ ਨੰਦ ਲਾਲ ਜੀ ਦੂਰ ਖੜੇ ਐ। ਭਾਈ ਸਾਹਿਬ ਭਾਈ ਨੰਦ ਲਾਲ ਜੀ ਖੇਡ ਰਹੇ ਆ, ਮਨ ਦੇ ਵਿੱਚ ਫੁਰਨਾ ਬਣਦਾ ਕਿ ਵਾਜਾਂ ਵਾਲੇ ਸਤਿਗੁਰੂ ਮੇਰੇ ਤੇ ਵੀ ਰੰਗ ਦੀ ਪਿਚਕਾਰੀ ਮਾਰਨ। ਔਰ ਨਾਲ ਇਹ ਵੀ ਫੁਰਨਾ ਬਣਦਾ, ਗਰੀਨ ਆਵਾਜ਼ ਕੱਲਾ ਝੂਠਾ ਰੰਗ ਨਾ ਚਾੜਿਓ। ਕੀ ਕਹਿੰਦੇ ਆ ਭਾਈ ਨੰਦ ਲਾਲ ਮਨ ਦੇ ਵਿੱਚ? ਦਾਤਾ ਆਪਣੇ ਰੰਗਾਂ ਦੇ ਵਿੱਚ ਰੰਗ ਲੈ, ਇਹੀ ਸਾਡੀ ਬੇਨਤੀ ਗੁਰਾ। ਆਪਣੇ ਰੰਗਾਂ ਦੇ ਵਿੱਚ ਰੰਗ ਲੈ, ਇਹੀ ਸਾਡੀ ਬੇਨਤੀ ਗੁਰਾ। ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ। ਮਨ ਦੇ ਵਿੱਚ ਫੁਰਨਾ ਬਣਦਾ, ਨਾਲ ਹੀ ਇਹ ਫੁਰਨਾ ਬਣਦਾ ਕਿ ਨਾਮ ਦੇ ਰੰਗ 'ਚ ਵੀ ਰੰਗ ਲਾ ਕਲਗੀਆਂ ਵਾਲਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਈ ਨੰਦ ਲਾਲ ਦੇ ਕੋਲੇ ਆਉਂਦੇ ਆ, ਪਿਚਕਾਰੀ ਮਾਰਦੇ ਆ ਰੰਗ ਦੀ। ਜਦੋਂ ਰੰਗ ਪਾਉਂਦੇ ਉੱਤੇ ਐਸੀ ਦ੍ਰਿਸ਼ਟੀ ਪਾਉਂਦੇ ਆ ਕਿ ਭਾਈ ਨੰਦ ਲਾਲ ਨੂੰ ਨਾਮ 'ਚ ਰੰਗ ਦਿੰਦੇ ਆ। ਔਰ ਐਸਾ ਨਾਮ 'ਚ ਰੰਗ ਰੰਗਦੇ ਐ ਕਿ ਹਰ ਥਾਂ ਕਲਗੀਆਂ ਵਾਲਾ ਹੀ ਦਿਸਦਾ। ਉਹਨਾਂ ਨੇ ਲਿਖਤ ਵਿੱਚ ਉਹ ਲਿਖਿਆ ਨਾ, ਚਸ਼ਮ ਦਰ ਹਰ ਨੂਰ ਗੁਰੂ ਗੋਬਿੰਦ ਸਿੰਘ। ਵੀ ਹਰ ਇੱਕ ਅੱਖ ਦਾ ਨੂਰ ਹੈ ਗੁਰੂ ਗੋਬਿੰਦ ਸਿੰਘ ਜੀ। ਹਰ ਇੱਕ ਦੀਆਂ ਅੱਖਾਂ ਦੇ ਵਿੱਚੋਂ ਮੈਨੂੰ ਗੁਰੂ ਗੋਬਿੰਦ ਸਿੰਘ ਦਿਸਦਾ। ਕੇਵਲ ਉਹਨਾਂ ਨੇ ਲਿਖਿਆ ਨਹੀਂ, ਪ੍ਰੈਕਟੀਕਲ ਜੀਵਨ ਸੀ। ਧੰਨ ਧੰਨ ਸ੍ਰੀ ਗੁਰੂ ਬਾਬਾ ਜੀ ਸਿਆੜ ਵਾਲੇ ਵਚਨ ਕਰਿਆ ਕਰਦੇ ਸੀ ਕਿ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਅੱਜ ਮੈਨੂੰ ਸਾਰਿਆਂ 'ਚ ਗੁਰੂ ਨਾਨਕ ਦਿਸਦਾ ਹੈ। ਉਹਨਾਂ ਦੀ ਕਥਨੀ ਨਹੀਂ ਸੀ, ਕਰਨੀ ਸੀ, ਆਪਣੀ ਕਥਨੀ ਹੈ। ਭਾਈ ਨੰਦ ਲਾਲ ਇਹ ਗੱਲ ਕਹਿੰਦਾ ਕਿ ਚਸ਼ਮ ਦਰ ਹਰ ਨੂਰ ਗੁਰੂ ਗੋਬਿੰਦ ਸਿੰਘ। ਕਹਿੰਦੇ ਹਰ ਇੱਕ ਦੀ ਅੱਖ ਦੇ ਵਿੱਚ ਜਿਹੜਾ ਨੂਰ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਹਾਜ਼ਰ ਨੇ ਉੱਥੇ। ਭਾਵ ਹਰ ਇੱਕ ਦੇ ਸਰੀਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਨੂਰ ਹੈ। ਹਰ ਇੱਕ ਵਿੱਚ ਉਹਦਾ ਨੂਰ ਦੇਖਿਆ। ਉਹਦੀਆਂ ਮਿਸਾਲਾਂ ਦੋ ਦੇ ਕੇ ਮੈਂ ਸਮਾਪਤੀ ਕਰਨੀ ਹੈ। ਇੱਕ ਵਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਚੋਲਾ ਭਾਈ ਸਾਹਿਬ ਭਾਈ ਨੰਦ ਲਾਲ ਨੂੰ ਬਖਸ਼ਤਾ। ਬੜਾ ਕੀਮਤੀ ਚੋਲਾ। ਅੱਗੇ ਇੱਕ ਬਹੁਤ ਹੀ ਗਰੀਬ ਸਿੱਖ ਜਦੋਂ ਭਾਈ ਨੰਦ ਲਾਲ ਬਾਹਰ ਆਇਆ, ਉਹ ਖੜਾ, ਉਹ ਕਹਿੰਦਾ ਸਿੱਖਾ ਮੈਨੂੰ ਆ ਚੋਲਾ ਦੇ ਦੇ, ਮੈਨੂੰ ਠੰਡ ਲੱਗਦੀ ਹੈ, ਠੰਡ ਦਾ ਮੌਸਮ ਹੈ। ਬੜਾ ਕੀਮਤੀ ਚੋਲਾ ਉਹਨੇ ਜਦੀ ਉਹ ਸਿੱਖ ਨੂੰ ਦਿੱਤਾ।
ਜਿਹੜੇ ਹੁਣ ਨਿੰਦਕ ਆ ਨਾ, ਨਿੰਦਕ ਨੇ ਔਗਣ ਦੇਖਣਾ, ਗੁਣ ਨਹੀਂ ਦੇਖਣਾ। ਉਹਨਾਂ ਨੇ ਜਾ ਕੇ ਸ਼ਿਕਾਇਤ ਕਰਤੀ ਬਾਜਾਂ ਵਾਲੇ ਨੂੰ ਕਿ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਤੁਹਾਡੇ ਚੋਲੇ ਦੀ ਕਦਰ ਨਹੀਂ ਕੀਤੀ ਨੰਦ ਲਾਲ ਨੇ। ਤੁਸੀਂ ਚੋਲਾ ਦਿੱਤਾ ਉਹਨੂੰ, ਉਹਨੇ ਜਾ ਕੇ ਭਿਖਾਰੀ ਨੂੰ ਦੇਤਾ, ਸਿੱਖ ਨੂੰ। ਭਾਈ ਸਾਹਿਬ ਨੇ ਜਦੋਂ ਇਹ ਭਾਈ ਸਾਹਿਬ ਦੀ ਵਾਰਤਾ ਗੱਲ ਕਲਗੀਆਂ ਵਾਲੇ ਸਤਿਗੁਰੂ ਨੂੰ ਦੱਸੀ, ਮਹਾਰਾਜ ਜੀ ਨੇ ਭਾਈ ਸਾਹਿਬ ਨੂੰ ਬੁਲਾ ਲਿਆ, ਸੰਗਤ ਬੈਠੀ ਹੈ। ਭਾਈ ਸਾਹਿਬ ਕਹਿੰਦੇ ਹਾਂਜੀ ਮਹਾਰਾਜ ਕੀ ਹੁਕਮ ਹੈ? ਕਹਿੰਦੇ ਨੰਦ ਲਾਲ ਆਹ ਸਿੱਖਾਂ ਦਾ ਇਤਰਾਜ਼ ਹੈ, ਮੇਰਾ ਨਹੀਂ। ਇਹ ਕਹਿੰਦੇ ਆ ਕਿ ਤੂੰ ਚੋਲਾ ਜਿਹੜਾ ਸੀ ਤੈਨੂੰ ਦਿੱਤਾ ਸੀ, ਤੂੰ ਕਿਸੇ ਹੋਰ ਨੂੰ ਦੇਤਾ। ਭਾਈ ਨੰਦ ਲਾਲ ਜੀ ਕਹਿਣ ਲੱਗੇ ਮਹਾਰਾਜ ਇੱਥੇ ਚੋਲਾ ਦੇਣ ਵਾਲਾ ਵੀ ਤੂੰ ਹੈ, ਉੱਥੇ ਚੋਲਾ ਮੰਗਣ ਵਾਲਾ ਵੀ ਤੂੰ ਹੈ। ਇੱਥੇ ਤੁਸੀਂ ਮੈਨੂੰ ਬਖਸ਼ਿਸ਼ ਕੀਤਾ, ਉੱਥੇ ਜਾ ਕੇ ਇੱਕ ਸਿੱਖ ਦੇ ਰੂਪ ਚ ਮੰਗ ਲਿਆ। ਆਪ ਜੀ ਦਾ ਹੁਕਮ ਹੈ ਕਿ ਖਾਲਸਾ ਮੇਰੋ ਰੂਪ ਹੈ ਖਾਸ, ਮੈਂ ਉਹਨੂੰ ਦੇ ਦਿੱਤਾ। ਮਹਾਰਾਜ ਕਹਿੰਦੇ ਆ ਦੇਖ ਲਓ ਇਹਦੀ ਵਿਰਤੀ ਕਿੱਥੇ ਹੈ, ਇਹ ਮੈਨੂੰ ਸਾਰਿਆਂ 'ਚ ਆਪਣਾ ਰੂਪ ਦੇਖ ਰਿਹਾ। ਦੂਜੀ ਮਿਸਾਲ ਆ ਜਿਹੜੀ ਲੰਗਰ ਦੀ ਪ੍ਰਥਾ ਨਾ, ਆਪਣੇ ਪਿੰਡ ਵੀ ਗੁਰਮੁਖਾਂ ਨੇ ਲਾਇਆ। ਇਹ ਕਿਤੇ ਐਮ ਨਹੀਂ ਲਾਇਆ ਹੋਇਆ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਨਾਲ ਲੱਗੇ ਹੋਏ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਥਾਂ ਪਰ ਥਾਂ ਲੰਗਰ ਲਾਓ ਜਦੋਂ ਹੋਲਾ ਮਹੱਲਾ ਹੋਵੇਗਾ, ਉਹਨਾਂ ਦੇ ਵਚਨਾਂ ਨਾਲ ਚੱਲ ਰਹੇ ਆ। ਜਦੋਂ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਮਹਾਰਾਜ ਨੇ ਕਿਹਾ ਸੰਗਤ ਬਹੁਤ ਆਉਂਦੀ ਆ, ਇੱਕ ਲੰਗਰ ਦੇ ਵਿੱਚ ਨਹੀਂ ਲੋਟ ਆਉਂਦਾ, ਆਪੋ ਆਪਣੇ ਪਿੰਡਾਂ ਦੇ ਆਨੰਦਪੁਰ ਸਾਹਿਬ ਦੇ ਆਲੇ ਦੁਆਲੇ ਲੰਗਰ ਲਾਇਆ ਕਰੋ। ਰਾਤ ਨੂੰ ਮਹਾਰਾਜ ਜੀ ਲੰਗਰ ਚੈੱਕ ਕਰਨ ਵਾਸਤੇ ਚਲੇ ਗਏ। ਹਜੂਰ ਨੇ ਭੇਸ ਆਪਦਾ ਗਰੀਬਾਂ ਵਾਲਾ ਬਣਾ ਲਿਆ ਕਹਿ ਲੋ, ਤੇ ਰੂਪ ਬਦਲ ਲਿਆ। ਜਦੋਂ ਜਾਂਦੇ ਆ ਰਾਤ ਨੂੰ ਮਹਾਰਾਜ ਜੀ 1:30 ਵਜੇ ਕਹਿ ਲੋ ਆਪਣੇ ਸਿਮਰਨ ਵਿੱਚ ਜਦੋਂ ਬਹਿੰਦੇ ਆ, ਉਸ ਤੋਂ ਬਾਅਦ ਵਿਚਾਲਿਆਂ ਉੱਠੇ ਤੁਰ ਪਏ। ਸਿੱਖਾ ਭੁੱਖ ਲੱਗੀ ਆ, ਕੋਈ ਕਹਿੰਦਾ ਉਹ ਟਾਈਮ ਆ ਰਾਤ ਦੇ 1:30 ਵਜੇ ਆ, ਭੁੱਖ ਲੱਗੀ ਆ ਤੈਨੂੰ, ਤਾਂ ਅੱਗੇ ਚਲੇ ਜਾਂਦੇ ਆ। ਸਿੱਖਾ ਬੜੀ ਭੁੱਖ ਲੱਗੀ ਆ ਬਈ ਪ੍ਰਸਾਦਾ ਸਿੱਖਾ, ਉਹ ਹਜੇ ਕੋਈ ਟਾਈਮ ਆ। ਐਂ ਕਰਦੇ ਕਰਦੇ ਮਹਾਰਾਜ ਭਾਈ ਨੰਦ ਲਾਲ ਦੇ ਕੋਲੇ ਚਲੇ ਜਾਂਦੇ ਆ, ਜਿਹੜੇ ਲੰਗਰ ਦਾ ਇੰਚਾਰਜ ਭਾਈ ਨੰਦ ਲਾਲ ਸੀ। ਸਤਿਗੁਰੂ ਸੱਚੇ ਪਾਤਸ਼ਾਹ ਭਾਈ ਸਾਹਿਬ ਭਾਈ ਨੰਦ ਲਾਲ ਵੱਲ ਝਾਕ ਕੇ ਕਹਿੰਦੇ ਸਿੱਖਾ ਬੜੀ ਭੁੱਖ ਲੱਗੀ ਆ, ਕੁਝ ਸਕਾ। ਭਾਈ ਸਾਹਿਬ ਭੱਜੇ ਭੱਜੇ ਗਏ, ਆਟਾ ਗੁੰਨਦੇ ਸੀ। ਉਹ ਇੱਕ ਭਾਂਡੇ 'ਚ ਆਟਾ ਪਾਇਆ, ਇੱਕ ਅੱਧ ਕੱਚੀ ਦਾਲ ਸੀ ਇੱਕ ਭਾਂਡੇ 'ਚ, ਉਹ ਲੈ ਕੇ ਰੱਖ ਲਈ। ਸੱਚੇ ਪਾਤਸ਼ਾਹ ਹੁਣ ਤਾਂ ਆ ਹਾਜ਼ਰ ਹੈ, ਅਗਰ ਆਪ ਜੀ ਕੁਝ ਸਮਾਂ ਬੈਠ ਸਕਦੇ ਹੋ, ਇਹ ਭੋਜਨ ਪੱਕ ਕੇ ਤੁਹਾਡੇ ਹਜ਼ੂਰੀ 'ਚ ਹਾਜ਼ਰ ਹੋ ਜਾਵੇਗਾ। ਮਹਾਰਾਜ ਜੀ ਕਹਿੰਦੇ ਸਿੱਖਾ ਇਹੀ ਦੇ ਦੇ ਸਾਨੂੰ। ਲੈ ਆਏ। ਤੜਕੇ ਨੂੰ ਮਹਾਰਾਜ ਨੇ ਸਾਰੇ ਲੰਗਰਾਂ ਵਾਲੇ ਬੁਲਾ ਲਏ, ਸਾਰੇ ਬੁਲਾ ਲਏ। ਕਹਿੰਦੇ ਭਾਈ ਤੂੰ ਮੈਨੂੰ ਆਹ ਗੱਲ ਕਹੀ ਸੀ ਕੱਲ, ਤੂੰ ਆਹ ਕਹੀ। ਸਾਰੇ ਨੀਵੀਂ ਪਾ ਕੇ ਖੜ ਗਏ। ਭਾਈ ਨੰਦ ਲਾਲ ਨੂੰ ਕਹਿੰਦੇ ਇਹਨੇ ਮੈਨੂੰ ਪਹਿਚਾਣ ਲਿਆ, ਇਹ ਭਾਈ ਨੰਦ ਲਾਲ ਦੀ ਸਟੇਜ ਸੀ। ਇਹ ਉਸ ਮਾਰੀ ਹੋਈ ਰੰਗ ਦੀ ਪਿਚਕਾਰੀ ਦਾ, ਮਾਰੀ ਹੋਈ ਪਿਆਰ ਭਰੀ ਦ੍ਰਿਸ਼ਟੀ ਦਾ ਅਸਰ ਸੀ ਕਿ ਭਾਈ ਨੰਦ ਲਾਲ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਰੇ ਜਰੇ ਵਿੱਚ ਦਿਸਣ ਲੱਗ ਗਏ। ਸਮਾਂ ਆਵੇਗਾ ਭਾਈ, ਹਜੇ ਆਪਣੀ ਜਿਹੜੀ ਡਿਊਟੀ ਹੈ ਬੱਚਿਆਂ ਨੂੰ ਪਾਲਣ ਦੀ ਹੈ, ਸੰਭਾਲਣ ਦੀ ਹੈ। ਉਸ ਤੋਂ ਬਾਅਦ ਇਹ ਸਮਾਂ ਤੁਹਾਡੇ ਤੇ ਵੀ ਆ ਜਾਵੇਗਾ, ਜਿਹੜੇ ਫੁਰਨੇ ਬਣਾਉਂਦੇ ਆ ਸਭ ਤੇ ਆਵੇਗਾ, ਕਿਉਂਕਿ ਇਹ ਗੁਰੂ ਗੋਬਿੰਦ ਸਿੰਘ ਦਾ ਦਰ ਹੈ। ਇੱਥੇ ਇਹ ਨਹੀਂ ਹੈ ਵੀ ਕਿਸੇ ਨੂੰ ਖਾਲੀ ਮੋੜਿਆ ਜਾਊਗਾ। ਉਹਨੇ ਪਹਿਲਾਂ ਕਿਉਂ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੂੰ ਇੱਕ ਵਾਰ ਚੂਨੀਆਂ ਇਲਾਕੇ ਚਲੇ ਗਏ। ਸੰਗਤ ਜੀ ਕਿਤੇ ਤੁਸੀਂ ਇਹ ਤਾਂ ਨਹੀਂ ਵੀ ਬੋਰ ਹੁੰਦੇ ਹੋ, ਮੈਂ ਫਿਰ ਚੁੱਪ ਕਰ ਜਾਂਦਾ ਹਨ। ਹਿਸਾਬ ਕਿਤਾਬ ਇਉਂ ਆਪਣਾ ਵੀ ਆਪਾਂ ਤਾਂ ਸਾਰਾ ਪਰਿਵਾਰ ਆ, ਆਪਾਂ ਸਾਰਾ ਪਰਿਵਾਰ ਆ। ਜੇ ਤੁਹਾਡੇ ਮਨ 'ਚ ਕੋਈ ਐਸਾ ਹੁੰਦਾ ਨਾ ਵੀ ਇਹ ਬਾਬਾ ਹਟਦਾ ਹੀ ਨਹੀਂ, ਤੇ ਫਿਰ ਆਪਾਂ ਹਟ ਜਾਂਦੇ ਆ। ਜੇ ਤੁਸੀਂ ਕਹੋਗੇ 5-7 ਮਿੰਟ ਆਪਾਂ ਲਾ ਲੈਂਦੇ ਆ, ਚਲੋ ਠੀਕ ਹੈ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਚੂਨੀਆਂ ਇਲਾਕੇ ਚਲੇ ਗਏ ਪਾਕਿਸਤਾਨ ਦੇ ਵਿੱਚ। ਉੱਥੇ ਸੁਲੱਖਣ ਦਾਸ ਨਾਮ ਦਾ ਇੱਕ ਗੁਰਮੁਖ ਪਿਆਰਾ ਕਹਿ ਲੋ ਬਾਬਾ ਜੀ ਦੀ ਹਜ਼ੂਰੀ 'ਚ ਆਉਂਦਾ ਹੁੰਦਾ ਸੀ ਉਹ ਹਿੰਦੂ ਵੀਰ। ਤੇ ਬਾਬਾ ਜੀ ਨੂੰ ਉਹਨੇ ਦੇਖਿਆ 12 ਵਜੇ ਉੱਠ ਕੇ ਬਾਬਾ ਜੀ ਇਸ਼ਨਾਨ ਕਰਕੇ ਨਿਤਨੇਮ ਜੁੜ ਗਏ। ਜਦੋਂ ਉਹਨੇ 1:30 ਵਜੇ ਦੇਖਿਆ ਬਾਬਾ ਜੀ ਦੇ ਜਿਹੜੇ ਕੇਸ ਸੀ ਉਹ ਕੀਲੀਆਂ ਨਾਲ ਬੰਨੇ ਹੋਏ ਸੀ। ਉਹ ਬੰਨਦੇ ਤਾਂ ਸੀ ਵੀ ਜੇ ਨੀਂਦ ਆਊਗੀ ਤਾਂ ਜਾਗ ਆਜੂ, ਕਿਉਂਕਿ ਸੌਂਦੇ ਤਾਂ ਹੈ ਹੀ ਨਹੀਂ ਸੀ। ਕਿਸੇ ਨੇ ਬਾਬਾ ਜੀ ਨੂੰ ਆਰਾਮ ਕਰਦੇ ਦੇਖਿਆ ਹੀ ਨਹੀਂ। ਉਹ ਜਦੋਂ ਉਹਨੇ ਕਿਹਾ ਇਹ ਤਾਂ ਸੌਖਾ ਹੀ ਕੰਮ ਆ ਯਾਰ, ਆਪਾਂ ਹੀ ਬੰਨ ਲੈਂਦੇ। ਉਹਦੇ ਸੀ ਬੋਦੀ ਵਿਚਾਰੇ ਦੀ। ਉਹਨੇ ਕੀਤਾ ਨਾ ਦੂਜੇ ਦਿਨ ਜਾ ਕੇ ਬੋਦੀ ਬੰਨ ਲਈ। ਜਦੋਂ ਆਈ ਨੀਂਦ ਬੋਦੀ ਰਹਿ ਗਈ ਤਾਂ ਆਪ ਡਿੱਗ ਪਿਆ ਥੱਲੇ।
ਉਹ ਪਾਈਓ ਖੂਨ ਲਿਬੜੇ ਮੱਥੇ ਤੇ ਲੱਗਿਆ ਹੋਇਆ ਆਨੰਦ ਚਮਤਕਾਰ ਪੜੋ। ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਹੱਸ ਪਏ, ਪੱਟੀ ਬੰਨੀ ਹੋਈ ਸੀ। ਕਹਿੰਦੇ ਸੁਲੱਖਣ ਦਾਸ, ਕਹਿੰਦੇ ਹਾਂਜੀ ਬਈ ਦੱਸ ਰਾਤ ਕੀ ਬੀਤੀ? ਕਹਿੰਦਾ ਜੀ ਬੀਤਣੀ ਕੀ ਹੈ, ਬੋਧਿਆ ਕਹਿੰਦੇ ਸੁਸਤੀ ਪਈ ਆਵੇਂਦੀ ਹੈ, ਰੀਸ ਪਈ ਕਰਿੰਦੀ ਹੈ। ਕਹਿੰਦਾ ਮਹਾਰਾਜ ਬਾਬਾ ਆਨੰਦ ਸਿੰਘ ਜੀ ਮਹਾਰਾਜ ਮੈਂ ਤੁਹਾਡੀ ਰੀਸ ਕਰੀ, ਬੋਦੀ ਬੰਨ ਲਈ, ਰੀਸ ਪਈ ਕਰਿੰਦੀ ਹੈ, ਬੋਦੀ ਪਈ ਬਣੇਂਦੀ ਹੈ, ਵੀ ਬੋਦੀ ਬੰਨ ਲਈ ਮੈਂ। ਬਾਬਾ ਜੀ ਕਹਿੰਦੇ ਫਿਰ ਬੋਦੀ ਪਈ ਪਟੀਂਦੀ ਹੈ? ਕਹਿੰਦੇ ਹਾਂਜੀ। ਕਹਿੰਦੇ ਫਿਰ ਬਾਬਾ ਨੇ ਤੇ ਬਚਨ ਕੀਤੇ, ਕਹਿੰਦੇ ਤੁਹਾਡਾ ਕੰਮ ਆ ਡਿਊਟੀ ਕਰਨੀ, ਜੋ ਤੁਹਾਨੂੰ ਡਿਊਟੀ ਲਾਈ ਹੈ। ਤੁਹਾਡੀ ਜਿਹੜੀ ਮਾਲਾ ਸਿਮਰਨ ਹੈ ਉਹ ਅਸੀਂ ਇਸੇ ਵਾਸਤੇ ਹੀ ਕਰ ਰਹੇ ਹਾਂ, ਸੰਗਤ ਵਾਸਤੇ ਹੀ ਕਰ ਰਹੇ ਹਾਂ। ਤੁਹਾਨੂੰ ਜਿੰਨਾ ਨਿਤਨੇਮ ਦੱਸਾ ਓਨਾ ਕਰੋ, ਔਰ ਜਿਹੜੀ ਸੇਵਾ ਦੱਸੀ ਆ ਉਹ ਸੇਵਾ ਕਰੋ। ਉਹਦੇ ਵਿੱਚ ਹੀ ਤੁਹਾਨੂੰ ਕਹਿੰਦੇ ਅਸੀਂ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਾਂਗੇ, ਤੁਹਾਨੂੰ ਅੰਤ ਵੇਲੇ ਸਾਂਭਾਂਗੇ। ਬਾਬਾ ਜੀ ਦੇ ਵਚਨ ਹੈ, ਹੁਣ ਕਿਤੇ ਹਾਜ਼ਰ ਨਹੀਂ ਹੋ। ਭਾਵ ਕਹਿਣ ਦਾ ਜਿੱਥੇ ਡਿਊਟੀ ਲੱਗੀ ਹੈ ਉਹ ਡਿਊਟੀਆਂ ਕਰਨੀਆਂ, ਬੱਚਿਆਂ ਨੂੰ ਪਾਲਣਾ ਹੈ, ਮਾਂ-ਬਾਪ ਦੀ ਸੇਵਾ ਕਰਨੀ ਡਿਊਟੀ ਹੈ। ਐਡਾ ਆਪਾਂ ਸਿਮਰਨ ਨਹੀਂ ਕਰ ਸਕਦੇ। ਬਸ ਜੋ ਮਹਾਂਪੁਰਖਾਂ ਨੇ ਡਿਊਟੀ ਲਾਈ ਹੈ ਉਹ ਡਿਊਟੀ ਤੇ ਫੁੱਲ ਚੜ੍ਹ ਗਏ ਆਪਾਂ। ਨਾਨਕਸਰ ਦੇ ਵਿੱਚ ਕੀ ਆ, ਡਿਊਟੀ ਹੋਈ ਆ, 1 ਮਿੰਟ ਵੀ ਕੋਈ ਲੇਟ ਨਹੀਂ ਹੁੰਦਾ। ਆ ਬੂਟਾ ਸਿੰਘ ਜੀ ਰਹੇ ਨੇ ਉੱਥੇ, ਅਸੀਂ ਵੀ ਜਾਂਦੇ ਰਹੇ ਹਾਂ, ਅਸੀਂ ਤਾਂ ਦਰਸ਼ਨ ਕਰਨ ਜਾਂਦੇ ਰਹੇ ਨੇ ਉੱਥੇ। ਭਾਈ ਸਾਹਿਬ ਭਾਈ ਕੇਰ ਸਿੰਘ ਜੀ ਇਹਨਾਂ ਨੇ ਸੇਵਾ ਕਰੀ ਆ। ਭਾਈ ਸਾਹਿਬ ਭਾਈ ਕੇਰ ਸਿੰਘ ਜੀ ਨਾ ਵੀ 5 ਮਿੰਟ ਪਹਿਲਾਂ ਮੈਂ ਮਤਲਬ ਕੀਰਤਨ ਕਰਾਂ, ਡਿਊਟੀ ਵੀ 5 ਮਿੰਟ ਪਹਿਲਾਂ ਜਾ ਕੇ ਕਰਾਂ। ਗੀਜੇ 'ਚ ਬਦਾਮ ਹੁੰਦੇ ਸੀ, ਸੁਖਮਨੀ ਸਾਹਿਬ ਵਾਲਿਆਂ ਨੂੰ ਫੜਾਉਂਦੇ ਸੀ। ਉਹਦੇ ਐਂ ਕੋਲੇ ਜਾ ਕੇ ਕੋਲੇ ਹੁੰਦੇ ਸੀ ਬੂਟਾ ਸਿੰਘ, ਐਂ ਫੜਾ ਦੇਣਾ, ਉਹਨੂੰ ਲਾਲਚ 'ਚ ਸਿੱਧੀ ਸੁਖਮਨੀ ਸਾਹਿਬ ਪੜ੍ਹ ਦੇਣਾ। 5 ਮਿੰਟ ਪਹਿਲਾਂ ਉਹਨਾਂ ਨੇ ਕੀਰਤਨ ਸ਼ੁਰੂ ਕਰ ਦੇਣਾ। ਭਾਵ ਚਾਅ ਨਾਲ ਡਿਊਟੀ ਕਰਦੇ ਸੀ ਕਿ ਅਸੀਂ ਪਹਿਲਾਂ ਕਰੀਏ, 5 ਮਿੰਟ 10 ਮਿੰਟ ਪਹਿਲਾਂ ਕਰੀਏ। ਅੱਜ ਤੱਕ ਉੱਥੇ ਜਿਹੜੇ ਡਿਊਟੀ ਕਰਨ ਵਾਲੇ ਆ, ਜਿਹਦੀ ਡਿਊਟੀ ਆ 1 ਮਿੰਟ ਵੀ ਲੇਟ ਨਹੀਂ ਹੁੰਦਾ। ਇਹ ਆਪਣੀ ਇੱਥੇ ਜਿਹੜੀ ਡਿਊਟੀ ਹੈ, ਰਹਿਰਾਸ ਦੀ ਡਿਊਟੀ ਹੈ, ਕੀਰਤਨ ਦੀ ਡਿਊਟੀ ਹੈ, ਇਹਦਾ ਇਹ ਬੰਦਗੀ ਹੈ। ਇਹਨੂੰ ਹੀ ਬੰਦਗੀ ਆਖਿਆ। ਬਾਬਾ ਜੀ ਨੇ ਇੱਕ ਮਰਿਆਦਾ ਬੰਨੀ, ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਨੇ, ਵੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਨਾ, ਭੋਗ ਲਵਾਉਣਾ, ਡਿਊਟੀਆਂ ਸਾਰੀਆਂ ਵੰਡ ਦਿੱਤੀਆਂ। ਕਹਿਣ ਦਾ ਭਾਵ ਕਿ ਸਿੱਖਾ ਤੇਰਾ ਹਰ ਵਕਤ ਧਿਆਨ ਗੁਰੂ ਗ੍ਰੰਥ ਸਾਹਿਬ ਵੱਲ ਰਹੇ। ਪਰ ਜਦੋਂ ਤੇਰਾ ਹਰ ਵਕਤ ਧਿਆਨ ਗੁਰੂ ਗ੍ਰੰਥ ਸਾਹਿਬ ਵੱਲ ਰਹੇਗਾ, ਫਿਰ ਇੱਕ ਸਮਾਂ ਐਸਾ ਆਵੇਗਾ ਜਿਨ ਹਰ ਜਪਿਆ ਸੇ ਹਰ ਹੋਏ। ਸੋ ਆਓ ਮੈਂ ਸਮਾਂ ਸਮਾਪਤ ਕਰਾਂ। ਬੇਅੰਤ ਗਲਤੀਆਂ ਆਪ ਜੀ ਨੇ ਬਖਸ਼ ਦੇਣੀਆਂ, ਸੰਗਤ ਬਖਸ਼ਣਯੋਗ ਹੈ। ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ। ਆਪ ਜੀ ਦੀ ਕਿਰਪਾ ਦੇ ਨਾਲ ਇਹ ਸਰੀਰ ਤੰਦਰੁਸਤ ਹੋਇਆ, ਇਹ ਸੰਗਤ ਦੀਆਂ ਦੁਆਵਾਂ ਨੇ। ਸੰਗਤ ਦੇ ਵਿੱਚ ਐਸੇ ਸੱਜਣ ਬੈਠਿਆ, ਮੈਨੂੰ ਨਵਦੀਪ ਸਿੰਘ ਜੀ ਕਹਿੰਦੇ ਬਾਬਾ ਜੀ ਕੋਈ ਦੱਸੋ। ਹਰਕੇਸ਼ ਹੁਣੀ ਸਾਰੇ ਜਿਹੜੇ ਮੁੰਡੇ ਪੁਰਾਣੇ ਆਪਣੇ ਆਉਂਦੇ ਆ, ਕਹਿੰਦੇ ਜੀ ਆਪਾਂ ਕੋਈ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਾ ਦਈਏ, ਕੋਈ ਜਿਹਨਾਂ ਤੁਹਾਡਾ ਸਰੀਰ ਤੰਦਰੁਸਤ ਹੋਇਆ। ਜਿਨ੍ਹਾਂ ਨੂੰ ਜਿੰਨੇ ਬੈਠੇ ਨੇ ਸਾਰੇ ਪਿਆਰ ਕਰਨ ਵਾਲੇ ਆ, ਗੁਰਪ੍ਰੀਤ ਸਿੰਘ ਵਰਗੇ, ਬੂਟਾ ਸਿੰਘ ਵਰਗੇ, ਚਾਚੇ ਹੁਣੀ ਸਾਰੇ ਹੀ। ਉਹ ਕਹਿੰਦੇ ਵੀ ਦੱਸੋ ਕੋਈ ਸਾਨੂੰ। ਭਾਵ ਉਹਨਾਂ ਦਾ ਪਿਆਰ ਹੀ ਸੀ। ਕਹਿੰਦੇ ਸਾਨੂੰ ਆ ਪਰਮਿੰਦਰ ਬੈਠਾ, ਕਹਿੰਦਾ ਮੈਨੂੰ ਤਰੀਕ ਦਿਓ, ਦੱਸੋ ਮੈਨੂੰ ਤੁਸੀਂ ਕਦੋਂ ਠੀਕ ਹੋਣਾ। ਇੱਕ ਦਿਨ ਆਇਆ ਕਹਿੰਦਾ ਦੱਸੋ 4 ਦਿਨ ਨੂੰ ਠੀਕ ਹੋਣਾ, 5 ਦਿਨ ਨੂੰ। ਮੈਂ ਕਿਹਾ ਵੀ ਕੋਈ ਗੱਲ ਨਹੀਂ। ਤੂੰ ਇੰਨਾ ਕਿ ਰੋਣ ਲੱਗ ਗਿਆ ਬਰਾਕ ਦੇ ਵਿੱਚ। ਮੈਂ ਬਾਬਾ ਜੀ ਕੋਲੇ ਬੇਨਤੀ ਕਰਾਂਗੇ। ਚੌਥੇ ਦਿਨ ਮੈਨੂੰ ਫੋਨ ਕੀਤਾ, ਤੀਜੇ ਦਿਨ ਕਹਿੰਦਾ ਕਿਵੇਂ ਹੋ? ਮੈਂ ਕਿਹਾ ਠੀਕ ਆ। ਕਹਿੰਦੇ ਹਜੇ ਪੂਰੇ ਨਹੀਂ। ਮੈਂ ਕਿਹਾ ਹਾਂਜੀ 10% ਰਹਿੰਦੇ ਆ। ਭਾਵ ਇਹਨੂੰ ਪਿਆਰ ਕਹਿੰਦੇ ਆ। ਪੂਰਾ ਆ ਕੇ ਕਿਹਾ ਮੈਨੂੰ, ਕਹਿੰਦਾ ਦੱਸੋ ਕਿੰਨੇ ਦਿਨ 'ਚ ਠੀਕ ਹੁੰਦੇ ਹੋ? 4 ਦਿਨ 'ਚ ਜਾਂ 5 ਦਿਨ 'ਚ ਹੁੰਦੇ? ਇਹ ਅੰਦਰੋਂ ਪਿਆਰ ਦੀ ਖੇਡ ਆ ਸਾਰੀ। ਐਵੇਂ ਨਹੀਂ ਪ੍ਰੇਮ ਕਰਦੇ ਆਪਾਂ। ਦੇਖ ਲੈਂਦੇ ਬੰਦੇ ਨੂੰ ਵੀ ਦਾੜੀ ਕੱਟੀ ਹੋਈ ਤਾਂ ਲੈ ਜੀਏ, ਉਹ ਨਹੀਂ। ਕੋਈ ਸਮਾਂ ਆਵੇਗਾ ਅੰਮ੍ਰਿਤ ਵੀ ਸਕੇਗਾ। ਆਪਾਂ ਦੇਖੋ ਪ੍ਰੇਮ ਸੱਚ ਸਾਚ ਕਹੂੰ ਸੁਣ ਲਿਓ ਸਭ ਹੈ, ਜਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਐਸੇ ਸੱਜਣ, ਐਸੇ ਗੁਰਮੁਖ ਪਿਆਰੇ ਬਾਬਾ ਜੀ ਨੇ ਬਖਸ਼ਿਸ਼ ਕੀਤੇ ਆ, ਪਿਆਰ ਕਰਨ ਵਾਲੇ, ਜਿਹੜੇ ਕਿ ਮੇਰੇ ਕੰਡਾ ਲੱਗਿਆ ਬਰਦਾਸ਼ਤ ਨਹੀਂ ਕਰਦੇ। ਇਹਨਾਂ ਦੀ ਬਖਸ਼ੀਸ਼ ਹੈ, ਇਹ ਬਾਬਾ ਜੀ ਦੀ ਬਖਸ਼ੀਸ਼ ਹੈ, ਉਹਨਾਂ ਦੀ ਬਖਸ਼ਿਸ਼ ਹੈ ਸਾਰੀ। ਸੋ ਆਓ ਆਪਾਂ ਸਾਰੇ ਬਖਸ਼ਿਸ਼ ਦਾ ਪਾਤਰ ਬਣੀਏ। ਆਨੰਦ ਸਾਹਿਬ ਦਾ ਜਾਪ ਕਰਕੇ ਸਮਾਪਤੀ ਕਰੀਏ। ਹੋਈਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਆਪ ਜੀ ਨੇ ਕਿਰਪਾ ਕਰਕੇ ਬਖਸ਼ ਦੇਣੀਆਂ। ਸੰਗਤ ਬਖਸ਼ਣ ਜੋਗੇ ਹੁਣ ਆਨੰਦ ਸਾਹਿਬ ਦਾ ਜਾਪ ਕਰੀਏ। ਭਾਈ ਰਾਮ ਕਰੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ, ਸਭ ਬਗਾਵਣ ਆਈਆਂ। ਕਹੇ ਨਾਨਕ ਆਨੰਦ ਹੁਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ।
ਸਭਨਾ ਗੁਲਾਸਨ ਰਾਤ ਸੁਆਮੀ ਸੋ ਕਿਉ ਮਨੋ ਵਿਸਾਰੀ। ਸਾਚੇ ਸਾਨੇ ਵਾਕਿਆ ਨਹੀਂ ਕਰਦੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹੀ ਨਾਨਕ ਸਤਿ ਸਾਹਿਬ ਕਿਆ ਨਹੀਂ ਕਰ ਤੇਰਾ ਸੱਚਾ ਨਾਮ ਮੇਰਾ ਆਧਾਰ। ਕਰ ਸ਼ਾਂਤ ਸੁਖ ਮਨ ਆਇ ਵਸਿਆ ਜਿਨੇ ਇੱਛਾ ਸਭ ਪੁਜਾਇਆ। ਕਹੀ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸੱਚਾ ਨਾਮ ਮੇਰਾ ਆਧਾਰ ਵਾਜੇ। ਪੰਜ ਦੂਤ ਦਿਵਸ ਕੀਤੇ ਕਾਲ ਕੰਟਕ ਮਾਰਿਆ। ਕਹੇ ਨਾਨਕ ਤੈ ਸੁਖ ਹੁਆ ਤਿਸ ਪਰ ਅਨਹਦ ਵਾਜੇ। ਪਾਰ ਬ੍ਰਹਮ ਪ੍ਰਪਾਇਆ ਕਰੇ ਸਗਲ ਵਸੂਰੇ। ਸੰਤੋ ਸਾਜਨ ਪਉ ਸਰਸੇ ਪੂਆ ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜਿ ਅਨਹਦ ਪੂਰੇ ਸਲੋਕ ਪਵਨ ਗੁਰੂ। ਲੋਕ ਸੋ ਰਾਤ ਦੋ ਬਾਈ ਬਾਇਆ ਖੇਲੋ ਸਗਲ ਜਾਗਤ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਨਾਨਕ ਤੇ ਮੁਖ ਉਜਲੇ ਕੀਤੇ ਛੋਟੇ ਨਾਲ ਬੋਲੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋਦੇ ਆਗੇ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ। ਅਰਜੁਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਹ ਡਿਠੈ ਸਬਦ ਖੁਜਾਏ। ਤੇਗ ਬਹਾਦਰ ਸਿਮਰਿਐ ਘਰ ਨੌਨ ਦਾਵੇ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹਾਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਤਿਸ ਕੇ ਪਾਵਨ ਪਾਠ ਦਰਸ਼ਨ ਦੀਦਾਰ ਕਾ ਧਿਆਨ ਧਰ ਕੇ ਬੋਲਣਾ ਜੀ। 10 ਪਾਤਸ਼ਾਹੀਆਂ 4 ਸਾਹਿਬਜ਼ਾਦੇ 5 ਪਿਆਰੇ 40 ਮੁਕਤੇ ਸਮੂਹ ਸੰਤਾਂ ਭਗਤਾਂ ਹੱਠੀਆਂ ਜੱਪੀਆਂ ਤਪੀਆਂ ਸਮੂਹ ਸਿਦਕਵਾਨਾਂ ਸਿੰਘਾਂ ਸ਼ਹੀਦਾਂ ਪਿਆਰਿਆਂ ਸਚਿਆਰਿਆਂ ਮੁਰੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ। ਸਮੂਹ ਗੁਰ ਤਖਤਾਂ ਗੁਰਦੁਆਰਿਆਂ ਗੁਰਧਾਮਾਂ ਝੰਡਿਆਂ ਬੁੰਗਿਆਂ ਨਿਸ਼ਾਨਾਂ ਧਾਮਾਂ ਜੀ ਕਾ ਧਿਆਨ ਧਰ ਕੇ ਬੋਲਣਾ ਜੀ। ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂ ਸੱਚੇ ਪਾਤਸ਼ਾਹ ਬਾਬਾ ਜੀ ਦਾਸਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ। ਭੁੱਲਾਂ ਮਾਫ ਕਰੋ। ਕਾਮ ਕਰੋ ਲੋਭ ਮੋਹ ਹੰਕਾਰ ਤੋਂ ਬਚਾਓ। ਨਾਮਦਾਨ ਗਰੀਬੀ ਦਾਨ ਸਿੱਖੀ ਸਦਕ ਦਾਨ ਭਰੋਸਾ ਦਾਨ ਸ਼ਾਂਤੀ ਬਖਸ਼ੋ। ਪਵਿੱਤਰ ਚਰਨ ਕਮਲਾਂ ਨਾਲ ਬਣਾਵੇ ਸਵਾਸਾਂ ਕੇਸ ਨਾਲ ਸਿੱਖੀ ਬਖਸ਼ੋ। ਪ੍ਰੇਮਾ ਭਗਤੀ ਬਖਸ਼ੋ। ਸਿਰ ਤੇ ਹੱਥ ਰੱਖੋ। ਆਪਦੀ ਮਾਇਆ ਨੂੰ ਸੰਕੋਚੋ ਮਾਇਆ ਨੂੰ ਮੋੜ ਲਓ। ਚਰਨਾਂ ਨਾਲ ਜੋੜ ਲਓ। ਕਲਯੁਗ ਨੂੰ ਦੂਰ ਕਰੋ। ਦਾਸਾਂ ਦੇ ਕਠੋਰ ਹਿਰਦਿਆਂ ਤੇ ਵਸੋ। ਚਰਨਾਂ ਵਿੱਚ ਮੇਲ ਲਾਓ। ਟੁੱਟੀ ਗੰਢੋ ਮਿਹਰਬਾਨ ਜੋ ਭਾਵੈ ਸੋ ਕੰਮ ਕਰਵਾਓ। ਜੋ ਨਾ ਭਾਵੈ ਸੋ ਨਾ ਕਰਵਾਓ। ਜੋ ਭਾਵੈ ਸੋ ਮਤ ਬੁੱਧ ਸੰਗਤ ਦਿਓ। ਜੋ ਨਾ ਭਾਵੈ ਸੋ ਨਾ ਦਿਓ। ਜਿੱਥੇ ਭਾਵੈ ਤਿੱਥੇ ਰੱਖ ਲਓ। ਜਿੱਥੇ ਨਾ ਭਾਵੈ ਤਿੱਥੇ ਨਾ ਰੱਖੋ। ਜਿੱਥੇ ਵੀ ਰੱਖੋ ਪਵਿੱਤਰ ਚਰਨਾਂ ਵਿੱਚ ਰੱਖੋ। ਅਖੰਡ ਭਜਨ ਬਖਸ਼ੋ। ਦਰਗਾਹਾਂ ਦੇ ਸਾਜਾਂ ਨਵਾਜਾਂ ਗੁਰਮੁਖਾਂ ਦੇ ਮੇਲੇ ਬਖਸ਼ੋ। ਡਿੱਗੇ ਤੱਕੇ ਨਿੰਦਕ ਸਾਖਤ ਪੁਰਖ ਦੀ ਸੰਗਤ ਨਾ ਦਿਓ। ਜਿਹਦੇ ਮਿਲਣ ਕਰਕੇ ਆਪ ਜੀ ਵਿਸਰ ਜਾਓ।
ਦਰਗਾਹ ਦੇ ਧੱਕੇ ਦਾ ਮੇਲਾ ਨਾ ਦਿਓ ਜੀ ਮਿਹਰਬਾਨ। ਜਗਤ ਜਲੰਦਾ ਰੱਖ ਲਿਆ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੈ ਤੇਤੇ ਲਿਹੋ ਉਬਾਰ। ਸੜਦੇ ਬਲਦੇ ਸੰਸਾਰ ਤੋਂ ਸਿਰ ਤੇ ਹੱਥ ਦੇ ਕੇ ਰੱਖ ਲੋ ਸਤਿਗੁਰੂ ਰਹਿਮ ਕਰੋ। ਚਰਨਾਂ ਦੀ ਓਟ ਬਖਸ਼ੋ, ਦਰੋਂ ਕਰੋ ਨਾਮ ਦਾਨ ਬਖਸ਼ੋ। ਆਪ ਜੀ ਦੇ ਦਰ ਦੀ ਸਿਫਤ ਬਖਸ਼ੋ ਮਹਾਰਾਜ। ਇਸ ਵਕਤ ਆਪ ਜੀ ਦੇ ਹਜ਼ੂਰ ਬੇਨਤੀ ਹੈ, ਆਪ ਦੀ ਅਪਾਰ ਕਿਰਪਾ ਦੇ ਨਾਲ ਸਾਰੀ ਸੰਗਤ ਨੇ ਰਲ ਮਿਲ ਕੇ ਉਦਮ ਉਪਰਾਲਾ ਕੀਤਾ ਹੈ। ਪੂਰਨਮਾਸੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਹਰੇਕ ਮਹੀਨੇ ਦੀ ਤਰ੍ਹਾਂ ਸਾਜੀ ਨਵਾਜੀ ਸੰਗਤ ਵੱਲੋਂ ਇੱਕ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ ਸਨ, ਜਿਨ੍ਹਾਂ ਦੇ ਭੋਗ ਪਾ ਗਏ ਨੇ। ਉਪਰੰਤ ਹਰ ਜਸ ਕੀਰਤਨ ਹੋਇਆ ਹੈ। ਕੀਰਤਨ ਕਰਦਿਆਂ ਸਹਿਜ ਪਾਠ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਰਹਿ ਗਈਆਂ ਨੇ। ਕਿਰਪਾ ਕਰਕੇ ਆਪ ਜੀ ਨੇ ਬਖਸ਼ ਦੇਣੀ, ਅੱਗੇ ਵਾਸਤੇ ਸਮਤ ਬਖਸ਼ਣੀ। ਸੰਗਤਾਂ ਨੇ ਤਨ ਕਰਕੇ ਮਨ ਕਰਕੇ ਧਨ ਕਰਕੇ ਆਪੋ ਆਪਣੀਆਂ ਡਿਊਟੀਆਂ ਨਿਭਾਈਆਂ ਨੇ, ਵੱਖੋ ਵੱਖਰੀਆਂ ਸੇਵਾਵਾਂ ਨਿਭਾਈਆਂ ਨੇ। ਆਪ ਜੀ ਨੇ ਸਾਰਿਆਂ ਦੀਆਂ ਸੇਵਾਵਾਂ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ। ਚੱਲਿਆ ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ, ਗੁਰਮਤਿ ਅਨੁਸਾਰ ਸਾਰੀ ਸੰਗਤ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ। ਗਰੀਬ ਨਵਾਜੀ ਇਸ ਵਕਤ ਸੰਗਤਾਂ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਪਹਿਨਾਏ ਗਏ ਹਨ। ਆਪ ਜੀ ਨੰਗੀ ਕਾਰ ਕਰਨੀ। ਇਸੇ ਪ੍ਰਥਾਏ ਬਖਸ਼ੀਆਂ ਦਾਤਾਂ ਵਿੱਚੋਂ ਸਮੁੱਚੇ ਕੜਾਹ ਪ੍ਰਸਾਦ ਦੀ ਦੇਗ ਸਜਾ ਕੇ ਹਾਜ਼ਰ ਕੀਤੀ ਹੈ। ਗੁਰੂ ਕਾ ਲੰਗਰ ਹਾਜ਼ਰ ਹੈ। ਆਪ ਜੀ ਪ੍ਰਸਾਦ ਛਕੋ, ਪ੍ਰਸਾਦਾ ਛਕੋ, ਸੀਤ ਪ੍ਰਸਾਦ ਸੰਗਤ ਨੇ ਵਰਤਾਉਣ ਦੀ ਆਗਿਆ ਤੇ ਪ੍ਰਸੰਨਤਾ ਬਖਸ਼ੋ, ਹੁਕਮ ਬਖਸ਼ੋ ਜੀ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਬੋਲੇ ਸੋ ਨਿਹਾਲ। ਗੱਜ ਕੇ ਜਕਾਰੇ ਜਾਵੇ, ਨਿਹਾਲ ਹੋ ਜਾਵੇ ਸਹਿਬੇ ਕਮਾਲ। ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ, ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ। ਗੱਜ ਕੇ ਜਕਾਰੇ ਜਾਵੇ, ਨਿਹਾਲ ਹੋ ਜਾਵੇ ਮਾਤਾ ਸਾਹਿਬ ਦੇਵਾ ਜੀ ਦੇ ਮਨ ਨੂੰ ਭਾਵੇ, ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ। ਗੁਰਵਰਾ ਕਾਲ ਦੇਗ ਤੇਗ ਫਤਿਹ, ਪੰਥ ਕੀ ਜੀਤ ਝੂਲਦੇ ਨਿਸ਼ਾਨ ਪੰਥ ਮਹਾਰਾਜ ਦੇ। ਹਰਮਦਾ ਰੱਖੋ ਖਾਲਸੇ ਪੰਥ ਦੀ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਦ ਮਿਹਰਵਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੇ। ਹੋਈ ਸਰਬ ਕਲਿਆਣ ਰਹਾਉ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੇ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੇ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ। ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਧੰਨ 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 ਆਦਿ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਪਣੀਆਂ ਰਸਨਾਂ ਨੂੰ ਕਰੋ ਪਵਿੱਤਰ। ਸਤਿਗੁਰਾਂ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀ ਨੇ ਬੜੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਇਆ ਕੀਤੀ ਸਾਡੇ ਕਲਯੁਗੀ ਜੀਵਾਂ ਤੇ। ਜੋ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਸਰਬਜੋਤ ਸਿੰਘ ਜੀ, ਉਹਨਾਂ ਦੀ ਪ੍ਰੇਰਨਾ ਦਾ ਸਦਕਾ, ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਦਾ ਸਦਕਾ, ਜੋ ਇਹ ਹਰ ਪੂਰਨਮਾਸੀ ਦੇ ਦਿਹਾੜੇ ਤੇ ਇਹ ਸਤਸੰਗ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਬਾਬਾ ਜੀ ਹੁਣੇ ਬਚਨ ਕਰ ਰਹੇ ਸੀਗੇ ਕਿ ਜਿਨ੍ਹਾਂ ਨੇ ਨਾਮ ਜਪ ਕੇ ਸੇਵਾ ਕਰਕੇ ਸਿਮਰਨ ਕਰਕੇ ਆਪਣੇ ਮਨ ਦੇ ਅੰਦਰ ਜੋ ਪਰਮਾਤਮਾ ਦੇ ਨਾਮ ਦੀ ਜੋਤ ਸਾਡੇ ਸਾਰਿਆਂ ਦੇ ਹਿਰਦੇ ਰੂਪੀ ਘਰ ਵਿੱਚ ਵਸਦੀ ਹੈ। ਮਹਾਰਾਜ ਦੇ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਿਨ੍ਹਾਂ ਨੇ ਆਪਣੇ ਮੂਲ ਦੇ ਪਛਾਣ ਕੀਤੀ ਹੈ, ਇਸ ਜੋਤ ਦੀ ਪਛਾਣ ਕਰਨ ਵਾਸਤੇ ਗੁਰੂ ਦੇ ਪਿਆਰੇ ਗੁਰਮੁਖ ਜਨ ਸਮਝਾਉਣਾ ਕਰਦੇ ਆ ਕਿ ਜਿਸ ਜੀਵ ਨੇ 3 ਆੜਿਆਂ ਦੀ ਸੰਭਾਲ ਕਰ ਲਈ, ਜਿਸ ਨੇ 3 ਐੜਿਆਂ ਦੀ ਸੰਭਾਲ ਕਰ ਲਈ, ਉਸ ਦਾ ਇਹ ਸੰਸਾਰ ਵਿੱਚ ਆਉਣਾ ਸਫਲਾ ਹੋ ਜਾਂਦਾ ਹੈ। ਜਿਸ ਤਰ੍ਹਾਂ ਬਾਬਾ ਜੀ ਨੇ ਕਿਰਪਾ ਕੀਤੀ ਹੈ, ਪਹਿਲਾ ਐੜਾ ਹੈ ਅੰਮ੍ਰਿਤ ਵੇਲਾ, ਦੂਸਰਾ ਐੜਾ ਹੈ ਅੰਮ੍ਰਿਤ ਦੀ ਦਾਤ, ਤੇ ਤੀਸਰਾ ਐੜਾ ਹੈ ਅੰਤਮ ਸਮਾਂ। ਜਿਨ੍ਹਾਂ ਨੇ ਇਸ ਸਮੇਂ ਦੀ ਸੰਭਾਲ ਕੀਤੀ ਹੈ, ਆਪਾਂ ਦੇਖਦੇ ਹਾਂ ਸਾਰੇ, ਕਈ ਵਾਰ ਇੱਥੇ ਰਹਿਣ ਦਾ ਮੌਕਾ ਮਿਲਿਆ ਰਾਤ ਨੂੰ ਵੀ, ਤੇ ਵੇਖਿਆ ਬਾਬਾ ਜੀ ਜਦੋਂ ਵੇਖਿਆ ਵੀ 12 ਤੇ ਸੂਈ ਦੇ ਉੱਤੇ ਸੂਈ ਚੜ ਗਈ ਤੇ ਉਹਦੇ ਇਸ਼ਨਾਨ ਕਰਕੇ ਬਹਿ ਜਾਂਦੇ ਚੌਕੜਾ ਮਾਰ ਕੇ। ਇਹ ਅੰਮ੍ਰਿਤ ਵੇਲੇ ਦੀ ਸੰਭਾਲ ਹੈ। ਜਦੋਂ ਸਤਿਗੁਰੂ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ ਤੇ ਸਰਸਾ ਦੇ ਕੰਢੇ ਤੇ ਆ ਕੇ ਕਹਿੰਦੇ ਸੀ, ਭਾਈ ਅੰਮ੍ਰਿਤ ਵੇਲਾ ਹੋ ਗਿਆ, ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਸਿਫਤ ਸਲਾਹ ਕੀਤੀ ਜਾਵੇਗੀ। ਭਾਵੇਂ ਉੱਥੇ ਕਈ ਸਿੰਘ ਵੀ ਸ਼ਹੀਦ ਹੋਏ, ਪਰ ਸਾਨੂੰ ਦੱਸਿਆ ਕਿ ਨਹੀਂ ਭਾਈ, ਜਿਹੜਾ ਅੰਮ੍ਰਿਤ ਵੇਲਾ ਹੈ ਉਹ ਕਿੰਨਾ ਜ਼ਰੂਰੀ ਹੈ। ਫਿਰ ਸਤਿਗੁਰੂ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਲਈ, ਪਹਿਲਾਂ 5 ਪਿਆਰਿਆਂ ਨੂੰ ਆਪ ਅੰਮ੍ਰਿਤ ਛਕਾਇਆ ਤੇ ਫਿਰ ਹੱਥ ਜੋੜ ਕੇ ਉਹਨਾਂ ਦੇ ਅੱਗੇ ਬੇਨਤੀ ਕੀਤੀ ਕਿ ਹੁਣ ਮੇਰੇ ਤੇ ਕਿਰਪਾ ਕਰੋ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਤੇ ਅੰਤਮ ਸਮਾਂ ਫਿਰ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ। ਜਿਹੜਾ ਆਹ ਸਮਾਂ ਹੁਣ ਬਾਬਾ ਜੀ ਕਿਰਪਾ ਕਰਦੇ ਨਾ, ਜਿਹੜਾ ਸਤਸੰਗ ਕਰਾਉਂਦੇ ਆ ਸ਼ਾਮ ਦੇ ਟਾਈਮ ਤੇ ਦੇਖਦੇ ਆ, ਇੱਥੇ ਸੰਗਤਾਂ ਰੋਜ਼ ਹੀ ਆ ਕੇ ਸਿਮਰਨ ਕਰਦੀਆਂ, ਸਤਸੰਗ ਕਰਦੀਆਂ, ਇਹ ਅੰਤਮ ਸਮਾਂ ਹੈ। ਬਹੁਤ ਬਹੁਤ ਧੰਨਵਾਦ ਆ ਬਾਬਾ ਜੀ ਦਾ, ਕਿਉਂਕਿ ਫਿਰ ਜਿੱਦਾਂ ਅਸੀਂ ਸਾਰੇ ਆਉਣੇ ਆ, ਜਿਹੜਾ ਵੀ ਇੱਥੇ ਆਉਂਦਾ ਕੋਨੇ ਕੇ ਆ ਕੇ ਬਾਬਾ ਜੀ ਅੱਗੇ ਬੇਨਤੀ ਕਰਦਾ, ਮਹਾਰਾਜ ਮੇਰਾ ਆਹ ਕਾਰਜ ਹੋ ਜਾਵੇ, ਮੈਨੂੰ ਆਹ ਤਕਲੀਫ ਹੈ, ਮੈਨੂੰ ਆਹ ਤਕਲੀਫ ਹੈ, ਉਹ ਸਾਰੀਆਂ ਤਕਲੀਫਾਂ ਬਾਬਾ ਜੀ ਫਿਰ ਆਪਣੇ ਤੇ ਲੈ ਲੈਂਦੇ ਆ। ਇਸੇ ਕਰਕੇ ਹੁਣ ਆਪ ਸਾਰੀਆਂ ਸੰਗਤਾਂ ਨੇ, ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਧੰਨਵਾਦ, ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸਾਂ ਕੀਤੀਆਂ, ਬੇਨਤੀਆਂ ਕੀਤੀਆਂ, ਜੋਦੜੀਆਂ ਕੀਤੀਆਂ, ਸਹਿਜ ਪਾਠ ਕੀਤੇ, ਅਖੰਡ ਪਾਠ ਵੀ ਕੀਤੇ, ਮੂਲ ਮੰਤਰ ਦੇ ਜਾਪ ਵੀ ਕੀਤੇ, ਸਿਮਰਨ ਕੀਤਾ, ਅਰਦਾਸਾਂ ਕੀਤੀਆਂ ਕਿ ਮਹਾਰਾਜ ਕਿਰਪਾ ਕਰੋ, ਬਾਬਾ ਜੀ ਨੂੰ ਦੇਹ ਅਰੋਗਤਾ ਬਖਸ਼ੋ। ਜਦੋਂ ਵੀ ਗੁਰੂ ਘਰ ਦੇ ਵਿੱਚ ਆਉਣੇ, ਇਹ ਦਾਸ ਦੀ ਬੇਨਤੀ ਆ, ਮਹਾਰਾਜ ਦੇ ਅੱਗੇ ਆ ਕੇ ਚਰਨ ਅਰਦਾਸ ਕਰਦੇ ਆ। ਜਿੱਥੇ ਆਪਣੀ ਅਰਦਾਸ ਕਰਦੇ ਆ ਨਾ, ਉੱਥੇ ਮਹਾਰਾਜ ਦੇ ਚਰਨਾਂ 'ਚ ਇਹ ਵੀ ਅਰਦਾਸ ਕਰਨੀ ਕਿ ਮਹਾਰਾਜ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ, ਇਹਨਾਂ ਨੂੰ ਵੀ ਮਹਾਰਾਜ ਸਿਮਰਨ ਦੀ, ਨਾਮ ਦੀ, ਦੇਹ ਅਰੋਗਤਾ, ਨਾਮ ਸਿਮਰਨ ਦੀ ਦਾਤ ਬਖਸ਼ਿਓ ਮਹਾਰਾਜ, ਕਿਉਂਕਿ ਇਹਨਾਂ ਦੇ ਕੋਲ ਦਾਤ ਹੋਵੇਗੀ, ਇਹਨਾਂ ਦੀ ਦੇਹ ਅਰੋਗਤਾ ਹੋਵੇਗੀ, ਤਾਂ ਹੀ ਸਾਨੂੰ ਇਹ ਰਸਤਾ ਦਿਖਾਉਣਗੇ, ਤਾਂ ਹੀ ਅਸੀਂ
ਸਾਨੂੰ ਇਹ ਇਸ ਤਰੀਕੇ ਦੇ ਨਾਲ ਪ੍ਰੇਰਨਾ ਕਰਨਗੇ ਕਿ ਅਸੀਂ ਉਸ ਰਸਤੇ ਤੇ ਚੱਲੀਏ ਤੇ ਆਪਣੇ ਇਸ ਮਨੁੱਖਾ ਜੀਵਨ ਨੂੰ ਸਫਲਾ ਕਰ ਸਕੀਏ। ਜਿੰਨੀਆਂ ਵੀ ਸੰਗਤਾਂ ਆਈਆਂ, ਸਾਰੀਆਂ ਸੰਗਤਾਂ ਦਾ ਬਾਬਾ ਜੀ ਵੱਲੋਂ, ਸਾਰੇ ਸੇਵਾਦਾਰਾਂ ਵੱਲੋਂ, ਸਾਰੀਆਂ ਸੰਗਤਾਂ ਦਾ ਕੋਟਾਂਤ ਕੋਟ ਧੰਨਵਾਦ। ਜਿਉ ਆਇਆਂ ਨੂੰ, ਜਿਉ ਆਇਆਂ ਨੂੰ।